ठीक है। ठीक है, रिकॉर्डिंग शुरू करें। ਦੋਸਤੋ ਤੁਹਾਨੂੰ ਸਾਰਿਆਂ ਨੂੰ ਜੀ ਆਇਆਂ। ਅਸੀਂ ਆਪਣੇ ਕ੍ਰੀਏਟਿਵ ਐਕਸਪੀਰੀਅੰਸ ਕ੍ਰੀਏਟਿਵ ਐਕਸਪ੍ਰੈਸ਼ਨ ਦੀ ਲੜੀ ਦੇ ਤਹਿਤ ਅੱਜ ਸਾਡੇ ਨਾਲ ਨਾਟਕਕਾਰ ਵਰਿਆਮ ਮਸਤ ਜੀ ਨੇ। ਅਸੀਂ ਵਰਿਆਮ ਮਸਤ ਜੀ ਤੁਹਾਨੂੰ ਜੀ ਆਇਆਂ ਆਖਦੇ ਹਾਂ। ਸਾਡਾ ਇਹ ਪ੍ਰੋਗਰਾਮ ਜਿਹੜਾ ਕਿ ਅਸੀਂ ਆਨਲਾਈਨ ਆਪਣੀਆਂ ਗੱਲਾਂ ਕਰਦੇ ਹਾਂ, ਆਪਣੇ ਨਾਟਕ ਦੀਆਂ, ਆਪਣੇ ਸੁਪਨਿਆਂ ਦੀਆਂ, ਆਪਣੇ ਰੰਗਮੰਚ ਦੀਆਂ, ਆਪਣੀ ਜਗਿਆਸਾ ਦੀਆਂ, ਆਪਣੇ ਐਕਸਪੀਰੀਅੰਸ ਔਰ ਤਜਰਬੇ ਸੰਘਰਸ਼ ਉਹ ਸਾਰੇ ਕੁਝ ਦੇ ਵਿੱਚੋਂ ਗੁਜ਼ਰਦੇ ਹੋਏ ਤੇ ਅਸੀਂ ਇਸ ਫੀਲਡ ਦੇ ਵਿੱਚ ਕਿਵੇਂ ਆਏ, ਕਿਵੇਂ ਕਿਵੇਂ ਕੰਮ ਕੀਤੇ, ਬਸ ਉਹ ਚੀਜ਼ਾਂ ਅਸੀਂ ਦੋਸਤਾਂ ਨਾਲ ਸਾਂਝੀਆਂ ਕਰ ਰਹੇ ਹਾਂ। ਔਰ ਕਾਫੀ ਕੁਝ ਨਵਾਂ ਇਸ ਐਕਸਪੀਰੀਅੰਸ ਦੇ ਵਿੱਚ ਸਾਨੂੰ ਸੁਣਨ ਨੂੰ ਦੇਖਣ ਨੂੰ ਮਿਲ ਰਿਹਾ ਹੈ। ਬਹੁਤ ਚੰਗਾ ਲੱਗ ਰਿਹਾ ਹੈ ਇਹ ਸਾਰਾ ਐਕਸਪੀਰੀਅੰਸ ਜਿਹੜਾ ਰੰਗਮੰਚ ਦਾ ਹੈ। ਸੋ ਤੁਹਾਨੂੰ ਜੀ ਆਇਆਂ ਵਰਿਆਮ ਜੀ। ਦੋਸਤੋ ਵਰਿਆਮ ਮਸਤ ਹੋਰੀ ਸਾਡੇ ਮਿੱਤਰ ਵੀ ਨੇ ਔਰ ਪੰਜਾਬੀ ਰੰਗਮੰਚ ਦੀ, ਪੰਜਾਬੀ ਨਾਟਕ ਦੀ, ਪੰਜਾਬੀ ਨਾਟਕਕਾਰੀ ਦਾ ਅਹਿਮ ਹਿੱਸਾ ਨੇ। ਔਰ ਇਹਨਾਂ ਦੇ ਲਿਖੇ ਹੋਏ ਨਾਟਕ ਜਿਹੜੇ ਨੇ ਕਿ ਉਹ ਕਿਤਾਬਾਂ ਦੇ ਰੂਪ ਵਿੱਚ ਵੀ ਛਪ ਕੇ ਆਏ ਨੇ, ਉਹ ਖੇਡੇ ਗਏ ਮੇਲਿਆਂ ਦੇ ਵਿੱਚ ਵੀ, ਹੁਣ ਮੁੱਖ ਤੌਰ ਤੇ ਦਿੱਲੀ ਦੇ ਵਿੱਚ ਨੇ। ਔਰ ਇਹਨਾਂ ਦਾ ਜਿਹੜਾ ਪਿਛੋਕੜ ਹੈ ਉਹ ਰਾਜਪੁਰਾ ਬਰਨਾਲੇ ਦੇ ਪਿੰਡਾਂ ਨਾਲ, ਇੱਧਰ ਪੜ੍ਹਾਈ ਇਹਨਾਂ ਦੀ ਇੱਧਰ ਦੀ ਹੈ। ਸੋ ਬਾਕੀ ਦੀ ਗੱਲ ਇਹ ਸਾਨੂੰ ਡਿਟੇਲ ਵਿੱਚ ਦੱਸਣਗੇ। ਸੋ ਵਰਿਆਮ ਜੀ ਅਸੀਂ ਆਪਾਂ ਆਪਣੀਆਂ ਗੱਲਾਂ ਮੁੱਢੋਂ ਸੁੱਢੋਂ ਸ਼ੁਰੂ ਕਰਦੇ ਹਾਂ, ਬਿਲਕੁਲ ਸ਼ੁਰੂ ਤੋਂ। ਮੈਂ ਜਾਣਨਾ ਚਾਹਾਂਗਾ ਆਪਣੇ ਬਾਕੀ ਸਾਥੀਆਂ ਦੇ ਨਾਲ ਕਿ ਵਰਿਆਮ ਮਸਤ ਹੋਰੀ ਇਹਨਾਂ ਨੂੰ ਰੰਗਮੰਚ ਵਾਲੇ ਪਾਸੇ ਜਾਂ ਕਿ ਨਿੱਕੇ ਹੁੰਦਿਆਂ ਤੋਂ ਤੁਹਾਨੂੰ ਇਹ ਜਾਗ ਲੱਗ ਗਈ ਸੀ ਕਿ ਮੈਂ ਨਾਟਕ ਵਾਲੇ ਪਾਸੇ ਜਾਣਾ ਹੈ, ਨਾਟਕ ਲਿਖਣੇ ਆ, ਰੰਗਮੰਚ ਦੇਖਣਾ ਹੈ, ਰੰਗਮੰਚ ਖੇਡਣਾ ਹੈ, ਇਹ ਸ਼ੌਕ ਕਿਵੇਂ ਜਾਗਿਆ ਤੁਹਾਨੂੰ? ਬਹੁਤ ਬਹੁਤ ਧੰਨਵਾਦ ਕੇਵਲ ਜੀ ਤੁਹਾਡਾ। ਤੁਸੀਂ ਅੱਜ ਮੈਨੂੰ ਮੌਕਾ ਦਿੱਤਾ ਹੈਗਾ ਕਿ ਮੈਂ ਦਰਸ਼ਕਾਂ ਦੇ ਨਾਲ ਜਿਹੜਾ ਹੈਗਾ ਰੰਗਮੰਚ ਦੀ ਆਪਣੀ ਜ਼ਿੰਦਗੀ ਬਾਰੇ, ਆਪਣੇ ਸੰਘਰਸ਼ ਬਾਰੇ ਗੱਲਬਾਤ ਕਰਾਂ। ਜਿਸ ਤਰ੍ਹਾਂ ਤੁਸੀਂ ਦੱਸਿਆ ਹੀ ਹੈਗਾ ਕਿ ਮੇਰਾ ਜਿਹੜਾ ਜਨਮ ਹੈਗਾ ਉਹ ਪਿੰਡ ਰਾਜਪੁਰੇ ਦੇ ਨਾਲ ਇੱਕ ਛੋਟਾ ਜਿਹਾ ਪਿੰਡ ਹੈਗਾ ਸਰਹੰਦ ਰੋਡ ਤੇ, ਫਰੀਦਪੁਰ ਗੁਜਰਾਂ, ਉੱਥੋਂ ਦਾ ਮੇਰਾ ਜਨਮ ਹੈਗਾ। ਔਰ ਉਸ ਵੇਲੇ ਨਾ ਤਾਂ ਕੋਈ ਪਿੰਡ 'ਚ ਬਿਜਲੀ ਸੀਗੀ ਤੇ ਨਾ ਕੋਈ ਹੋਰ ਸਹੂਲਤ ਸੀ ਤੇ ਨਾ ਹੀ ਸਾਡੇ ਪਿੰਡ ਵਿੱਚ ਸਕੂਲ ਸੀਗਾ। ਮੈਂ ਉੱਥੋਂ ਮਤਲਬ ਕਿ 3-4 ਮੀਲ ਪੈਦਲ ਚੱਲ ਕੇ, ਨਾਲ ਇੱਕ ਭਦੇੜੀ ਪਿੰਡ ਸੀਗਾ, ਉੱਥੇ ਪੈਦਲ ਜਿਹੜਾ ਸੀਗਾ ਉਹ ਪੜ੍ਹਨ ਜਾਂਦਾ ਸੀ। ਇਹ ਵੀ ਇੱਕ ਬੜੀ ਵੱਡੀ ਗੱਲ ਹੈ ਕਿ ਮੇਰੇ ਮਾਪਿਓ ਪਾਕਿਸਤਾਨ ਤੋਂ ਮਤਲਬ ਕਿ ਝੰਗ ਦੇ ਇਲਾਕੇ ਤੋਂ ਉਜੜ ਕੇ ਆਏ ਸੀਗੇ ਵੰਡ ਦੇ ਵੇਲੇ, ਤੇ ਉਹ ਬਿਲਕੁਲ ਮੇਰੇ ਬਾਪੂ ਬੇਬੇ ਅਨਪੜ੍ਹ ਸੀ, ਪਰ ਉਹਨਾਂ ਨੂੰ ਬੜਾ ਸ਼ੌਕ ਸੀ ਕਿ ਉਹ ਮੈਨੂੰ ਮਤਲਬ ਕਿ ਪੜ੍ਹਾਈ ਲਿਖਾਈ ਵੱਲ ਪਾਉਣ ਤੇ ਮੈਨੂੰ ਪੜ੍ਹਾਉਣ। ਜਦ ਕਿ ਮਾਂ-ਬਾਪ ਮੇਰੇ ਮਤਲਬ ਕਿ ਮੇਰਾ ਬਾਪੂ, ਕਿਉਂਕਿ ਸਾਨੂੰ ਜ਼ਮੀਨ ਜਿਹੜੀ ਸੀ ਅਲੋਟ ਨਹੀਂ ਸੀ ਹੋਈ ਉਦੋਂ, ਤੇ ਬਟਾਈ ਤੇ ਅਸੀਂ ਖੇਤੀ ਕਰਦੇ ਸੀ ਮੇਰਾ ਬਾਪੂ ਉੱਥੇ, ਤੇ ਉਹਨੂੰ ਬੜਾ ਸ਼ੌਕ ਸੀਗਾ ਕਿ ਮੈਂ ਤੇ ਸਾਰੀ ਜ਼ਿੰਦਗੀ ਐਵੇਂ ਹਲ ਵਾਹੁੰਦਾ ਰਹਾਂਗਾ ਵੀ ਮੇਰਾ ਜਿਹੜਾ ਮੁੰਡਾ ਹੈਗਾ ਉਹ 4 ਅੱਖਰ ਪੜ੍ਹ ਜਾਵੇ, ਕਿਤੇ ਕੋਈ ਨੌਕਰੀ ਕਰਕੇ ਕੋਈ ਸਰਕਾਰੀ ਕਿਤੇ ਮਾਸਟਰ ਲੱਗ ਜਾਏਗਾ ਜਾਂ ਕੋਈ ਹੋਰ ਬਣ ਜਾਏਗਾ ਜਾਂ ਕਲਰਕ ਬਣ ਜਾਏਗਾ। ਸੋ ਏਦਾਂ ਦੀ ਉਹਦੇ ਦਿਮਾਗ ਵਿੱਚ ਕੋਈ ਸੋਚ ਸੀਗੀ। ਲੇਕਿਨ ਕੁਝ ਸਾਲਾਂ ਬਾਅਦ ਹੀ ਸਾਨੂੰ ਜਿਹੜਾ ਸੀਗਾ ਉਹ ਕੋਈ ਸਾਡੇ ਘਰੇਲੂ ਹਾਲਾਤਾਂ ਕਰਕੇ ਸਾਨੂੰ ਛੱਡਣਾ ਪੈ ਗਿਆ ਪਿੰਡ, ਤੇ ਅਸੀਂ ਬਰਨਾਲੇ ਆ ਗਏ। ਬਰਨਾਲੇ ਧਾਲੀਵਾਲ ਜੀ ਮੇਰੀ ਜਿਹੜੀ ਪੜ੍ਹਾਈ ਜਿਹੜੀ ਹੈਗੀ ਉਹ ਗਵਰਨਮੈਂਟ ਸਕੂਲ 'ਚ ਮੈਨੂੰ ਦਾਖਲ ਕਰਾਇਆ ਤੇ ਉੱਥੇ ਮੈਂ ਪੜ੍ਹਨਾ ਸ਼ੁਰੂ ਕੀਤਾ। ਬਰਨਾਲੇ ਦੇ ਵਿੱਚ ਇੱਕ ਜਿਹੜੀ ਤੁਸੀਂ ਮੈਨੂੰ ਗੱਲ ਕਹੀ ਹੈ ਕਿ ਨਾਟਕਾਂ ਵੱਲ ਮੇਰਾ ਕਿਵੇਂ ਝੁਕਾਅ ਹੋਇਆ, ਜਿਹੜਾ ਉਹ ਦਰਅਸਲ ਇਹ ਸੀਗਾ ਕਿ ਜਿਹੜਾ ਗਾਣਾ ਸੀਗਾ ਨਾ, ਗਾਣਾ ਉਹ ਮੇਰੇ ਮਾਮਾ ਜਿਹੜਾ ਸੀਗਾ ਉਹ ਗਾਉਂਦਾ ਸੀਗਾ। ਮਾਮਾ ਮੇਰਾ ਗਾਣੇ ਗਾਉਂਦਾ ਸੀ, ਉਹ ਗੁਰਦੁਆਰਿਆਂ ਦੇ ਵਿੱਚ ਸ਼ਬਦ ਗਾਉਂਦਾ ਸੀਗਾ ਤੇ ਲਿਖਦਾ ਵੀ ਆਪ ਹੀ ਸੀਗਾ। ਮੈਨੂੰ ਮੈਂ ਜਦੋਂ ਉਸ ਨੂੰ ਵੇਖਦਾ ਸੀ ਕਿ ਉਹ ਜਦੋਂ ਗਾਉਂਦਾ ਸੀਗਾ ਤਾਂ ਉਹਦੀ ਲੋਕ ਬੜੀ ਤਾਰੀਫ ਕਰਦੇ ਸੀਗੇ, ਉਹਨੂੰ ਲੋਕ ਬੜੇ ਕਹਿੰਦੇ ਸੀ ਵਧੀਆ ਯਾਰ, ਦੇਖੋ ਇੰਨਾ ਵਧੀਆ ਗਾਉਂਦਾ, ਇਹਦੀ ਸੋਹਣੀ ਆਵਾਜ਼ ਹੈ। ਮੇਰੇ ਮਨ 'ਚ ਵੀ ਆਉਂਦਾ ਸੀਗਾ ਕਿ ਮੈਨੂੰ ਵੀ ਕੋਈ ਇਹ ਕਹੇ ਵੀ ਇਹ ਕੋਈ ਵਧੀਆ ਮਤਲਬ ਕਿ ਗਾਉਂਦਾ ਹੈ ਜਾਂ ਇਹ ਕੋਈ ਵਧੀਆ ਕੰਮ ਕਰਦਾ ਹੈ। ਮੈਂ ਆਪਣੇ ਮਾਮੇ ਦੀ ਜਿਹੜੀ ਸੀ ਉਹ ਨਕਲ ਲਾ ਕੇ ਜਿਵੇਂ ਉਹ ਗਾਣੇ ਗਾਉਂਦਾ ਸੀਗਾ ਸਿੱਖਣੇ ਸ਼ੁਰੂ ਕਰਤੇ, ਧਾਰਮਿਕ ਗਾਣੇ। ਤੇ ਮੈਂ ਛੋਟਾ ਹੁੰਦਾ 2-3 ਦੇ ਵਿੱਚ ਗੁਰਦੁਆਰੇ ਦੇ ਵਿੱਚ ਜਦੋਂ ਸਾਡੇ ਜਿਹੜਾ ਹੈਗਾ ਆਪਣੇ ਗੁਰਪੁਰਬ ਹੁੰਦਾ ਗੁਰੂ ਸਾਹਿਬ ਦਾ, ਉਹਦੇ ਵਿੱਚ ਜਿਹੜਾ ਸੀਗਾ ਛੋਟੇ ਬੱਚਿਆਂ ਨੂੰ ਉਤਸ਼ਾਹਤ ਕਰਦੇ ਸੀਗੇ, ਕਵੀ ਦਰਬਾਰ ਕਰਾਉਂਦੇ ਸੀਗੇ, ਉਹਨਾਂ ਦੇ ਗੀਤ ਜਿਹੜੇ ਸੀਗੇ ਗੁਰਦੁਆਰੇ ਵਿੱਚ ਗਾਉਂਦੇ ਸੀ।
ਤਾਂ ਮੈਂ ਵੀ ਉਹਦੇ ਵਿੱਚ ਉੱਠ ਕੇ ਜਿਹੜਾ ਸੀਗਾ ਉਹ ਗੁਰੂ ਨਾਨਕ ਦੇਵ ਜੀ ਬਾਰੇ, ਗੁਰੂ ਗੋਬਿੰਦ ਸਿੰਘ ਜੀ ਬਾਰੇ ਜਿਹੜਾ ਸੀਗਾ ਉਹ ਗੀਤ ਗਾਉਂਦਾ ਸੀਗਾ। ਉਹ ਗੀਤ ਅੰਦਾਜ਼ਨ ਤਕਰੀਬਨ ਮੇਰੇ ਮਾਮੇ ਜੀ ਦਾ ਲਿਖਿਆ ਹੁੰਦਾ ਸੀ, ਟਿਊਨ ਵੀ ਉਹਨਾਂ ਦੀ ਬਣਾਈ ਹੁੰਦੀ ਸੀਗੀ। ਪਰ ਉਹ ਮੈਂ ਜਦੋਂ ਗਾਉਂਦਾ ਸੀਗਾ ਤਾਂ ਮੈਨੂੰ ਇਹ ਲੱਗਾ ਕਿ ਮੈਨੂੰ ਸਾਰੇ ਜਿਹੜੇ ਗੁਰਦੁਆਰੇ ਦੇ ਆਸੇ-ਪਾਸੇ ਜਿਹੜੇ ਲੋਕ ਸੀਗੇ ਉਹ ਬੜਾ ਚੰਗਾ ਸਮਝਣ ਲੱਗ ਪਏ ਵੀ ਯਾਰ ਆ ਦੇਖੋ ਮੁੰਡਾ ਹੈ ਸਰਦਾਰ ਜੈਮਲ ਸਿੰਘ ਦਾ ਮੁੰਡਾ, ਦੇਖੋ ਗਾਉਂਦਾ ਹੈਗਾ, ਮਤਲਬ ਕਿ ਤੇ ਇਹ ਤਾਂ ਬੜਾ ਵਧੀਆ ਹੈ, ਬੜੀ ਸੋਹਣੀ ਆਵਾਜ਼ ਹੈਗੀ। ਸੋ ਇਹ ਜਿਹੜਾ ਗਾਉਣਾ ਸੀਗਾ ਨਾ ਜੀ, ਇਹ ਮੈਨੂੰ ਕਿਵੇਂ ਨਾ ਕਿਵੇਂ ਹੌਲੀ ਹੌਲੀ ਜਿਹੜਾ ਸੀਗਾ ਥੋੜਾ ਥੋੜਾ ਮੈਨੂੰ ਲੱਗਦਾ ਕਿ ਮੇਰੇ ਅੰਦਰ ਕ੍ਰੀਏਟਿਵ ਪ੍ਰੋਸੈਸ ਸੀ ਨਾ ਜਿਹੜਾ ਉਹ ਉਜਾਗਰ ਹੋਣ ਲੱਗ ਗਿਆ ਕਿ ਮੈਂ ਜਦੋਂ ਗਾਉਣਾ ਸ਼ੁਰੂ ਕਰਤਾ। ਗਾਉਣਾ ਮੈਂ ਉਦੋਂ ਸਿੱਖਿਆ ਨਹੀਂ ਸੀਗਾ, ਲੇਕਿਨ ਬਾਅਦ ਚ ਜਾ ਕੇ ਸਿੱਖਿਆ। ਲੇਕਿਨ ਉਦੋਂ ਮੇਰਾ ਜਿਹੜਾ ਸੀਗਾ ਮੇਰੇ ਮਨ ਦੇ ਵਿੱਚ ਗਾਉਣ ਨੇ ਮੇਰੇ ਮਨ ਦੇ ਉੱਤੇ ਨਾ ਬੜਾ ਮੇਰੇ ਤੇ ਪ੍ਰਭਾਵ ਪਾਇਆ ਸੀਗਾ। ਤੇ ਇਹ ਗਾਣਾ ਹੀ ਜਿਹੜਾ ਸੀਗਾ ਉਹ ਮੈਨੂੰ ਹੌਲੀ ਹੌਲੀ ਮਤਲਬ ਕਿ ਜਿਹੜਾ ਸੀਗਾ ਉਹ ਸਕੂਲ ਦੇ ਵਿੱਚ ਮੈਂ ਪ੍ਰਾਰਥਨਾ ਕਹਾਉਣ ਲੱਗ ਗਿਆ। ਪ੍ਰਾਰਥਨਾ ਜਿਹੜੀ ਸੀਗੀ ਉਹ ਸ਼ੁਰੂ ਤੁਮੀ ਹੋ ਮਾਤਾ ਪਿਤਾ ਹੋ ਤੁਮੀ ਹੋ, ਉਹ ਮੈਂ ਜਦੋਂ ਸਕੂਲ ਦੇ ਵਿੱਚ ਗਾਉਂਦਾ ਸੀਗਾ ਤਾਂ ਮਾਸਟਰ ਜਿਹੜੇ ਸੀਗੇ ਸਾਡੇ ਭਾਟੀਆ ਸਾਹਿਬ ਮਾਸਟਰ ਸੀਗੇ, ਹੁਣ ਪਤਾ ਨਹੀਂ ਸ਼ਾਇਦ ਹੈ ਕਿ ਨਹੀਂ ਗੇ, ਬੜੇ ਵਧੀਆ ਹਿਸਾਬ ਦੇ ਬੜੇ ਵੱਡੇ ਮਤਲਬ ਕਿ ਮਾਸਟਰ ਸੀਗੇ। ਉਹ ਮੈਨੂੰ ਕੁੱਟਦੇ ਬਹੁਤ ਸੀਗੇ, ਬਹੁਤ ਕੁੱਟਦੇ ਸੀ ਕਿਉਂਕਿ ਮੈਨੂੰ ਹਿਸਾਬ ਆਉਂਦਾ ਨਹੀਂ ਸੀ, ਮੈਥ ਮੈਨੂੰ ਆਉਂਦਾ ਨਹੀਂ ਸੀਗਾ। ਪਰ ਉਹ ਮੇਰੇ ਗਾਣੇ ਤੋਂ ਖੁਸ਼ ਹੋ ਕੇ ਉਹਨਾਂ ਨੇ ਮੇਰੀ ਅੱਧੀ ਫੀਸ ਮਾਫ ਕਰਤੀ ਜੀ ਸਕੂਲ ਦੇ ਵਿੱਚ, ਬਈ ਇਹ ਦੇਖੋ ਪੜਦਾ ਪੁੜਦਾ ਤਾਂ ਹੈ ਨਹੀਂ ਇਹ, ਪਰ ਇਹ ਗਾਉਂਦਾ ਵਧੀਆ ਹੈਗਾ, ਤੇ ਉਹਨਾਂ ਨੇ ਮੇਰੀ ਅੱਧੀ ਫੀਸ ਮਾਫ ਕਰਤੀ। ਸੋ ਬਰਨਾਲੇ ਉਹਨਾਂ ਦਿਨਾਂ ਦੇ ਵਿੱਚ ਡੰਗਰਾਂ ਦੀ ਮੰਡੀ ਲੱਗਦੀ ਸੀਗੀ, ਜੱਟ ਲੋਕ ਜਿਹੜੇ ਸੀ ਆਸੇ ਪਾਸੇ ਪਿੰਡਾਂ ਤੋਂ ਆਪਣੇ ਡੰਗਰ ਵੇਚਣ ਆਉਂਦੇ ਸੀਗੇ। ਉੱਥੇ ਰਾਤ ਨੂੰ ਨਕਲੀਏ ਜਿਹੜੇ ਸੀਗੇ ਉਹ ਰਾਤ ਨੂੰ ਮਤਲਬ ਕਿ ਨਕਲਾਂ ਲਾਉਂਦੇ ਸੀਗੇ। ਉਹ ਆਉਂਦੇ ਸੀ ਪਿੰਡਾਂ ਤੋਂ ਤੇ ਉਹਨਾਂ ਨੇ ਨਕਲਾਂ ਲਾਉਣੀਆਂ ਤੇ ਨਚਾਰ ਜਿਹੜੇ ਸੀਗੇ ਉਹ ਗਾਣੇ ਗਾਉਂਦੇ ਸੀਗੇ, ਮੁੰਡੇ ਕੱਪੜੇ ਨੱਚਦੇ ਸੀਗੇ ਮਤਲਬ ਕਿ। ਔਰ ਦਾਣਾ ਮੰਡੀ ਸਾਡੇ ਬਰਨਾਲੇ 'ਚ ਹੈਗੀ, ਉਹਦੇ ਉੱਥੇ ਵੀ ਕਦੇ ਕਦੇ ਸਾਡੇ ਜਿਹੜੇ ਸੀਗੇ ਨਕਲੀਏ ਜਿਹੜੇ ਸੀਗੇ ਉਹ ਬਰਨਾਲੇ ਦੇ ਸੀਗੇ, ਉਹ ਮਤਲਬ ਕਿ ਨਕਲਾਂ ਲਾਉਂਦੇ ਸੀਗੇ। ਕਦੇ ਰੂਪ ਬਸੰਤ ਦਾ ਕਿੱਸਾ, ਕਦੇ ਪੂਰਨ ਭਗਤ ਦੀ ਕਹਾਣੀ ਦੇ ਉੱਤੇ ਉਹ ਮਤਲਬ ਕਿ ਜਿਹੜਾ ਸੀਗਾ ਉਹ ਨੱਚ ਕੇ ਗਾ ਕੇ ਉਸ ਨੂੰ ਪੇਸ਼ ਕਰਦੇ ਸੀ। ਮੈਂ ਸਾਰਾ ਦਿਨ ਰਾਤ ਜਾ ਕੇ ਉੱਥੇ ਬੈਠਾ ਰਹਿੰਦਾ, ਮਤਲਬ ਕਿ ਤੜਕੇ ਸਕੂਲ ਜਾਂਦਾ ਨਹੀਂ ਸੀਗਾ, ਘਰੋਂ ਜਾਣਾ ਕਿ ਸਕੂਲ ਚੱਲਿਆ, ਜਾ ਕੇ ਮਾਲ ਗੋਦਾਮ ਤੇ ਬੈਠ ਜਾਂਦਾ ਤੇ ਸਾਰਾ ਦਿਨ ਜੋ ਉਹਨਾਂ ਦੇ ਗਾਣੇ ਗਾਏ ਹੁੰਦੇ ਸੀਗੇ ਉਹਨਾਂ ਨੂੰ ਬਾਰ-ਬਾਰ ਦੁਹਰਾਉਂਦਾ ਰਹਿੰਦਾ ਵੀ ਉਹ ਕਿਵੇਂ ਗਾਉਂਦੇ ਸੀਗੇ, ਕਿਵੇਂ ਨੱਚਦੇ ਸੀਗੇ, ਉਹਨਾਂ ਦੀਆਂ ਮਤਲਬ ਕਿ ਗੱਲਾਂ ਕਰਦਾ ਰਹਿੰਦਾ। ਮਤਲਬ ਕਿ ਇਹ ਜਿਹੜਾ ਸੀਗਾ ਉਹਨਾਂ ਦਿਨਾਂ ਦੇ ਵਿੱਚ ਹੀ ਥੋੜੇ ਅੱਗੇ ਜਾ ਕੇ ਜਦੋਂ ਸੀਗਾ, ਮੈਨੂੰ ਯਾਦ ਹੈ ਛੋਟੀ ਛੋਟੀ ਧੁੰਦਲੀ ਯਾਦ ਹੈ ਕਿ ਪਾਰਸੀ ਥੀਏਟਰ ਦੀ ਕੰਪਨੀ ਜਿਹੜੀ ਸੀਗੀ ਉੱਥੇ ਉਹ ਆਉਂਦੇ ਸੀਗੇ। ਉਹ ਮਤਲਬ ਉਹ ਬਾਹਰ ਆ ਕੇ ਤੰਬੂ ਲਾਉਂਦੇ ਸੀਗੇ, ਤੰਬੂ ਉਹਨਾਂ ਨੇ ਲਾ ਲੈਣਾ ਬਾਹਰ ਗਰਾਊਂਡ ਦੇ ਵਿੱਚ, ਤੇ ਤੰਬੂ ਕਿੰਨੇ ਦਿਨ ਤੰਬੂ ਲੱਗਦੇ ਸੀਗੇ। ਤੇ ਤੰਬੂ ਲਾਉਣ ਤੋਂ ਬਾਅਦ ਉਹਨਾਂ ਨੇ ਵੱਡੀਆਂ ਵੱਡੀਆਂ ਸਟੇਜਾਂ ਲਾਉਣੀਆਂ ਤੇ ਮੈਂ ਕੀ ਕਰਨਾ, ਮੈਂ ਦਿਨੇ ਜਿਹੜਾ ਸੀਗਾ ਉਹਨਾਂ ਨੂੰ ਦੇਖਣ ਵਾਸਤੇ ਕਿ ਉਹ ਕਿਹੇ ਜਿਹੇ ਬੰਦੇ ਨੇਗੇ ਯਾਰ, ਕਿਵੇਂ ਕਰਦੇ ਨੇਗੇ, ਮੈਂ ਦਿਨੇ ਹੀ ਚਲੇ ਜਾਣਾ। ਜਦੋਂ ਵਰਿਆਮ ਜੀ ਇਹ ਥੋੜਾ ਜਿਹਾ ਮੈਂਸ਼ਨ ਕਰੋਗੇ ਵੀ ਇਹ ਪਾਰਸੀ ਕੰਪਨੀਆਂ ਜਿਹੜੀਆਂ ਸੀ ਇਹ ਕਿਹੜੇ ਸਾਲਾਂ ਚ ਆਈਆਂ ਸੀ, ਕੋਈ ਈਅਰ ਯਾਦ ਹੈ ਤੁਹਾਨੂੰ? ਮੈਨੂੰ ਯਾਦ ਆ ਗਿਆ ਇਹ ਜਿਹੜਾ ਸੀਗਾ ਇਹ ਮਤਲਬ ਕਿ ਜਦੋਂ ਮੈਂ ਜਿਹੜਾ ਸੀਗਾ ਆਪਣਾ 67 68 69 67 68 ਦੇ ਵਿੱਚ ਇਹ ਈਅਰ ਹੋਊਗਾ ਜਾਂ 69 ਦੇ ਵਿੱਚ ਮੈਂ ਮੈਟ੍ਰਿਕ ਪਾਸ ਕੀਤੀ ਹੈਗੀ। ਉਦੋਂ ਮਤਲਬ ਕਿ ਉਹਨਾਂ ਦਿਨਾਂ ਦੇ ਵਿੱਚ ਇਹ ਲੋਕ ਆਉਂਦੇ ਸੀਗੇ। ਔਰ ਇਹ ਉਹ ਕੰਪਨੀ ਮੈਂ ਇੱਕੋ ਵਾਰੀ ਦੇਖੀ ਹੈ, ਵਾਰ-ਵਾਰ ਨਹੀਂ ਕਦੇ ਦੇਖੀ, ਇੱਕੋ ਵਾਰੀ ਮੈਂ ਦੇਖੀ ਹੈਗੀ। ਉਹ ਉਹਨਾਂ ਨੇ ਦਿਨੇ ਕੀ ਕਰਦੇ ਸੀਗੇ, ਉਹ ਉੱਚੀ ਉੱਚੀ ਸਟੇਜ ਦੇ ਉੱਤੇ ਡਾਇਲੌਗ ਬੋਲਦੇ ਸੀਗੇ, ਔਰ ਡਾਇਲੌਗ ਵੀ ਉੱਚੇ ਜਿਵੇਂ ਰਾਮਲੀਲਾ 'ਚ ਬੋਲਦੇ ਨੇ ਏਦਾਂ ਦੇ ਬੋਲਦੇ ਸੀ ਉਹ ਡਾਇਲੌਗ। ਮੈਂ ਉਹਨਾਂ ਨੂੰ ਮਤਲਬ ਕਿ ਡਾਇਲੌਗ ਸੁਣਦਿਆਂ ਨੂੰ ਦੇਖਦਾ, ਮੈਨੂੰ ਬੜਾ ਚੰਗਾ ਲੱਗਦਾ ਕਿ ਯਾਰ ਇਹ ਦੇਖੋ ਡਾਇਲੌਗ। ਫਿਰ ਰਾਤ ਨੂੰ ਮੈਂ ਜਦੋਂ ਜਾਂਦਾ, ਰਾਤ ਨੂੰ ਜਦੋਂ ਮੈਂ ਨਾਟਕ ਜਾਂਦਾ, ਮੇਰੇ ਕੋਲੇ ਪੈਸੇ ਨਹੀਂ ਸੀ ਹੁੰਦੇ, ਉਹ ਟਿਕਟ ਲੱਗਦੀ ਸੀ, ਉਹਦੀ ਟਿਕਟ ਹੁੰਦੀ ਸੀ ਉਦੋਂ ਉਹਨਾਂ ਦੀ ਜਿਹੜੀ ਪਾਰਸੀ ਥੀਏਟਰ ਦੀ, ਉਦੋਂ ਸ਼ਾਇਦ 2 ਆਨੇ ਟਿਕਟ ਜਾਂ 4 ਆਨੇ ਏਦਾਂ ਦੇ ਟਿਕਟ ਹੁੰਦੇ ਸੀ। ਮੇਰੇ ਕੋਲ ਪੈਸੇ ਨਹੀਂ ਸੀ ਹੁੰਦੇ, ਮੈਂ ਉਹਦੇ ਥੱਲੋਂ ਵੜ ਜਾਂਦਾ ਸੀਗਾ ਤੰਬੂ ਦੇ ਤੇ ਵੜ ਕੇ ਉੱਥੇ ਬਹਿ ਜਾਂਦਾ ਸੀਗਾ। ਤੇ ਜਦੋਂ ਉਹਨਾਂ ਨੇ ਉਹ ਨਾਟਕ ਸ਼ੁਰੂ ਕਰਨਾ ਤੇ ਉਹਨਾਂ ਨੇ ਜਦੋਂ ਬਨੈਣ ਪਾ ਕੇ ਰਿਹਰਸਲ ਕਰਦੇ ਸੀਗੇ ਤੇ ਹੁਣ ਇਹਨਾਂ ਨੇ ਮੁਕਟ ਲਾਇਆ ਹੋਇਆ, ਰੰਗ ਬਰੰਗੇ ਸੋਹਣੇ ਕੱਪੜੇ ਪਾਏ ਹੋਏ ਨੇ, ਤੇ ਲੋਕ ਜਦੋਂ ਬੋਲਦੇ ਤਾੜੀਆਂ ਮਾਰਦੇ, ਮਤਲਬ ਕਿ ਉਹ ਮਤਲਬ ਕਿ ਇੰਨੇ ਖੁਸ਼ ਹੁੰਦੇ। ਮੇਰਾ ਬੜਾ ਮਨ ਕਰਦਾ, ਮੈਂ ਕਿਹਾ ਯਾਰ ਆਹ ਅਸਲੀ ਬੰਦੇ ਨੇਗੇ ਜਿਨ੍ਹਾਂ ਤੇ ਸਾਡੇ ਬਰਨਾਲੇ ਦੇ ਲੋਕ ਜਿਹੜੇ ਹੈਗੇ ਨੇਗੇ ਤਾੜੀਆਂ ਮਾਰਦੇ ਨੇਗੇ, ਮੈਂ ਵੀ ਬੈਠ ਕੇ ਤਾੜੀਆਂ। ਵਰਿਆਮ ਜੀ ਕੋਈ ਨਾਟਕ ਯਾਦ ਹੈ, ਕੋਈ ਇੱਕ ਅੱਧਾ ਉਹਨਾਂ ਨੇ ਕਿਹੜਾ ਖੇਡਿਆ ਕੁਛ?
ਮੇਰਾ ਖਿਆਲ ਹੈ, ਮੈਨੂੰ ਧੁੰਦਲੀ ਜੀ ਯਾਦ ਹੈ, ਪੱਕਾ ਮੈਂ ਨਹੀਂ ਕਹਿ ਸਕਦਾ। ਉਹ ਕੋਈ ਯੂਸਫ ਜ਼ੁਲੈਖਾ ਦਾ ਇੱਕ ਨਾਟਕ ਸੀਗਾ, ਯੂਸਫ ਜ਼ੁਲੈਖਾ ਕਰਕੇ। ਉਹਦੇ ਵਿੱਚੋਂ ਉਹ ਜ਼ੁਲੈਖਾ ਜਿਹੜੀ ਬਣੀ ਹੋਈ ਹੈ ਕਿ ਮਤਲਬ ਕਿ ਯੂਸਫ ਬਣੇ ਹੋਏ ਨੇ, ਉਹ ਮਤਲਬ ਕਿ ਜਿਹੜੇ ਸੀਗੇ ਉਹ ਆਪਣੇ ਪਿਆਰ ਦੇ, ਮੁਹੱਬਤ ਦੇ ਲੰਬੀਆਂ ਲੰਬੀਆਂ ਬਾਹਾਂ ਕਰਕੇ, ਡਾਇਲੋਗ ਤਾਂ ਮੈਨੂੰ ਯਾਦ ਨਹੀਂ ਹੈਗੇ, ਲੰਬੀਆਂ ਲੰਬੀਆਂ ਮੁਹੱਬਤ ਦੀਆਂ ਬਾਹਾਂ ਕਰਕੇ ਮਤਲਬ ਕਿ ਡਾਇਲੋਗ ਬੋਲਦੇ ਸੀ। ਕਦੇ ਯੂਸਫ ਜਿਹੜਾ ਸੀਗਾ ਪੈਰਾਂ ਦੇ ਭਾਰ ਬੈਠ ਜਾਂਦਾ ਸੀਗਾ, ਕਦੇ ਜ਼ੁਲੈਖਾ ਜਿਹੜੀ ਹੈ ਮਤਲਬ ਕਿ ਏਦਾਂ ਦਾ ਚੱਲਦੀ, ਇਸ ਤਰ੍ਹਾਂ ਦਾ ਕੁਝ ਹੁੰਦਾ ਸੀਗਾ ਮਤਲਬ। ਤੋ ਇਹ ਜਿਹੜਾ ਸੀਗਾ ਧਾਲੀਵਾਲ ਸਾਹਿਬ, ਇਹ ਜਿਹੜਾ ਮਤਲਬ ਕਿ ਨਾਟਕ ਦਾ ਜਿਹੜਾ ਸੀਗਾ ਨਾ, ਇਹ ਖਿੱਚ ਜਿਹੜੀ ਸੀਗੀ, ਇਹ ਮਤਲਬ ਕਿ ਮੈਨੂੰ ਮੇਰੇ ਕਿਤੇ ਨਾ ਕਿਤੇ, ਇਹ ਮੇਰੇ ਕੌਨਸ਼ੀਅਸ ਮਾਈਂਡ ਵਿੱਚ ਨਹੀਂ, ਕਿਤੇ ਨਾ ਕਿਤੇ ਮੇਰੇ ਸਬਕੌਨਸ਼ੀਅਸ ਮਾਈਂਡ ਦੇ ਵਿੱਚ ਇਹ ਗੱਲਾਂ ਬੈਠੀਆਂ ਹੋਈਆਂ ਸੀਗੀਆਂ। ਔਰ ਟੂ ਬੀ ਵੈਰੀ ਫਰੈਂਕ ਤੁਹਾਨੂੰ ਮੈਂ ਦੱਸਾਂ ਕਿ ਮੈਨੂੰ ਆਪ ਉਸ ਵੇਲੇ ਨਾਟਕ ਕਰਨ ਦਾ ਕੋਈ ਬਹੁਤਾ ਸ਼ੌਕ ਨਹੀਂ ਸੀਗਾ, ਨਾ ਮੈਨੂੰ ਇਸ ਫੀਲਡ ਬਾਰੇ ਪਤਾ ਸੀ ਤੇ ਨਾ ਹੀ ਮੈਂ ਇਸ ਫੀਲਡ ਵਿੱਚ ਆਉਣਾ ਚਾਹੁੰਦਾ ਸੀਗਾ। ਲੇਕਿਨ ਮੈਨੂੰ ਜਿਹੜਾ ਸੀਗਾ ਇਹ ਮਤਲਬ ਕਿ ਚੰਗਾ ਬਹੁਤ ਲੱਗਦਾ ਸੀਗਾ ਕਿ ਇਹ ਮਤਲਬ ਕਿ ਦੇਖੋ ਜੀ ਕਿੰਨੇ ਵਧੀਆ ਨਾਟਕ ਕਰਦੇ ਨੇਗੇ, ਕਿੰਨੇ ਵਧੀਆ ਹੁੰਦੇ ਨੇਗੇ। ਸਕੂਲ ਦੀ ਪੜ੍ਹਾਈ ਖਤਮ ਕਰਕੇ ਜਦੋਂ ਫਿਰ ਮੈਂ ਕਾਲਜ, ਐਸਡੀ ਕਾਲਜ ਬਰਨਾਲਾ ਗਿਆ, ਤਾਂ ਉਹ ਜਿਹੜੇ ਹਾਲਾਤ ਸੀਗੇ ਉਹ ਹੋਰ ਜ਼ਿਆਦਾ, ਉਦੋਂ ਨਕਸਲਾਈਟ ਮੂਵਮੈਂਟ ਜਿਹੜੀ ਸੀਗੀ ਪੰਜਾਬ ਦੀ ਬਹੁਤ ਜ਼ੋਰਾਂ ਤੇ ਸੀ। ਪਾਸ਼ ਉਦੋਂ ਕਵਿਤਾ ਲਿਖਦਾ ਸੀਗਾ, ਸਾਰਾ ਮਤਲਬ ਕਿ ਹੋਰ ਲਾਲ ਸਿੰਘ ਦਿਲ, ਇਹ ਸਾਰੇ ਗੁਰਸ਼ਨ ਭਾਜੀ ਉਦੋਂ ਅੰਮ੍ਰਿਤਸਰ ਦੇ ਵਿੱਚ ਜਿਹੜੇ ਸੀਗੇ ਮਤਲਬ ਕਿ ਆਪਣੀਆਂ ਐਕਟੀਵਿਟੀਜ਼ ਕਰਦੇ ਸੀਗੇ। ਸਰਦਲ ਮੈਗਜ਼ੀਨ ਛਪਦਾ ਹੁੰਦਾ ਸੀ, ਸਰਦਲ ਮੈਗਜ਼ੀਨ ਵਿੱਚ ਜਿਹੜਾ ਸੀਗਾ ਮਤਲਬ ਕਿ ਕਵਿਤਾਵਾਂ ਤੇ ਜਿਹੜੀਆਂ ਸੀਗੀਆਂ ਉਹ ਮਤਲਬ ਕਿ ਕਹਾਣੀਆਂ ਛਪਦੀਆਂ ਸੀਗੀਆਂ। ਸੋ ਮੇਰੇ ਮਨ ਦੇ ਵਿੱਚ ਵੀ ਜਿਹੜਾ ਸੀਗਾ ਇਹ ਮਤਲਬ ਕਿ ਬਹੁਤ, ਕਿਉਂਕਿ ਮੈਂ ਜ਼ਿੰਦਗੀ ਦੀ ਬੜੀ ਗਰੀਬੀ ਦੇਖੀ ਹੋਈ ਹੈ, ਮੇਰੇ ਮਾਪਿਓ ਨੇ ਗਰੀਬੀ ਦੇਖੀ ਹੋਈ ਹੈ, ਤਾਂ ਮੈਂ ਜਿਹੜੇ ਅਮੀਰ ਲੋਕ ਜਿਹੜੇ ਹੈਗੇ ਨੇਗੇ, ਉਹ ਅਮੀਰਾਂ ਦਾ ਜਿਹੜਾ ਗਰੀਬਾਂ ਦਾ ਸ਼ੋਸ਼ਣ ਕਰਦੇ ਨੇ, ਉਹ ਵਿਰੋਧ ਮੇਰੇ ਦਿਮਾਗ ਦੇ ਵਿੱਚ ਬਹੁਤ ਬੈਠਾ ਹੋਇਆ ਸੀਗਾ। ਤਾਂ ਮੈਂ ਵੀ ਮਤਲਬ ਕਿ ਉਹਨਾਂ ਦਿਨਾਂ ਦੇ ਵਿੱਚ ਜਿਹੜੀਆਂ ਸੀਗੀਆਂ ਕਵਿਤਾਵਾਂ ਲਿਖਦਾ, ਕਵਿਤਾਵਾਂ ਲਿਖ ਕੇ ਅਸੀਂ ਫਿਰ ਕਾਲਜ ਦੇ ਵਿੱਚ ਹੜਤਾਲ ਕੀਤੀ। ਬਰਨਾਲੇ ਦੇ ਭਗਤ ਸਿੰਘ ਚੌਕ ਦੇ ਉੱਤੇ ਮੈਂ ਖੜੇ ਹੋ ਕੇ ਨਾਅਰੇ ਮਾਰਦਾ, ਆਪਣੀਆਂ ਕਵਿਤਾਵਾਂ ਮਤਲਬ ਕਿ ਪੜ੍ਹਦਾ। ਯਾਨੀ ਕਿ ਇਹ ਜਿਹੜੀ ਸਾਰੀ, ਫਿਰ ਮੈਂ ਕਾਲਜ ਦੇ ਵਿੱਚ ਕਵਿਤਾਵਾਂ ਜਿਹੜੀਆਂ ਸੀਗੀਆਂ ਉਹ ਗਾਉਣ ਲੱਗ ਪਿਆ, ਹੋਰ ਇੱਧਰ ਉੱਧਰ ਜਾਣ ਲੱਗ ਪਿਆ, ਗਾਣੇ ਗਾਉਣ ਲੱਗ ਪਿਆ। ਮਤਲਬ ਕਿ ਇਹ ਕਿਤੇ ਨਾ ਕਿਤੇ ਹੌਲੀ ਹੌਲੀ ਜਿਹੜਾ ਸੀਗਾ ਮੇਰੇ ਅੰਦਰ ਇੱਕ ਬੀਜ ਜਿਹੜੇ ਸੀਗੇ ਉਹ ਕਿਤੇ ਨਾ ਕਿਤੇ ਪਨਪਦੇ ਗਏ ਕਿ ਮੈਂ ਅਲਟੀਮੇਟਲੀ ਜਿਹੜਾ ਹੈਗਾ, ਮੈਂ ਜੇ ਕੁਝ ਕਰਨਾ ਹੈਗਾ ਤਾਂ ਮੈਂ ਉਹ ਸਟੇਜ ਤੇ ਆ ਕੇ ਕਰਨਾ, ਚਾਹੇ ਉਹ ਮੈਂ ਗਾਉਣਾ ਹੈਗਾ ਜਾਂ ਚਾਹੇ ਆ ਕੇ ਮੈਂ ਕੀ ਕਰਨਾ ਹੈਗਾ। ਉਦੋਂ ਕਲੀਅਰ ਨਹੀਂ ਸੀ, ਪਰ ਉਦੋਂ ਮਨ 'ਚ ਮੇਰੇ ਪੱਕੀ ਗੱਲ ਕਲੀਅਰ ਸੀ ਕਿ ਮੈਂ ਗਵਈਆ ਬਣਨਾ, ਮੈਂ ਮਤਲਬ ਗਾਣੇ ਗਾਉਣੇ ਨੇਗੇ, ਕਿਉਂਕਿ ਮੈਂ ਗਾ ਲੈਂਦਾ ਸੀਗਾ ਤੇ ਮੈਨੂੰ ਗਾਉਣਾ ਵੀ ਚੰਗਾ ਲੱਗਦਾ ਸੀ। ਸੰਤ ਰਾਮ ਉਦਾਸੀ ਜਿਹੜੇ ਹੈਗੇ ਨੇਗੇ, ਅਸੀਂ ਸਾਈਕਲ ਤੇ ਮਤਲਬ ਕਿ ਉੱਥੇ ਧਨੌਲੇ ਰਾਤ ਨੂੰ ਸਭਾਵਾਂ ਵਿੱਚ ਜਾਂਦੇ, ਜਾ ਕੇ ਉੱਥੇ ਆਪਣੀਆਂ ਕਵਿਤਾਵਾਂ ਮਤਲਬ ਕਿ ਗੀਤ ਪੜ੍ਹਦੇ। ਕਿਉਂਕਿ ਮਾਲਵਾ ਜਿਸ ਇਲਾਕੇ ਨੂੰ ਮੈਂ ਬਿਲੋਂਗ ਕਰਦਾ ਗਾ, ਬੇਸ਼ੱਕ ਉਹ ਬਹੁਤ ਪਛੜਿਆ ਹੋਇਆ ਹੈਗਾ, ਪਰ ਉੱਥੇ ਕੋਈ ਸਾਡੀ ਕਲਚਰਲ ਜਿਹੜਾ ਹੈਗਾ ਨਾ, ਉਹ ਸਾਡਾ ਉੱਥੇ ਪੈਦਾ ਨਹੀਂ ਹੋਇਆ ਹੈਗਾ, ਬਹੁਤ ਡਿਵੈਲਪ ਨਹੀਂ ਹੋਇਆ ਹੈਗਾ। ਉਹਦੀ ਵਜ੍ਹਾ ਇਹ ਹੈਗੀ ਕਿ ਕੋਈ ਆਸੇ ਪਾਸੇ ਸਾਡੇ ਜਿਹੜਾ ਸੀਗਾ ਮਤਲਬ ਕਿ ਉਹ ਮਾਨਸਾ ਵੱਲ ਜਿਹੜਾ ਸੀਗਾ ਸਾਡੇ ਜਿਹੜਾ ਸੀਗਾ ਉਹ ਔਲਖ ਸਾਹਿਬ ਸੀਗੇ, ਉਹ ਮਤਲਬ ਕਿ ਕੰਮ ਕਰਦੇ ਸੀਗੇ। ਲੇਕਿਨ ਉਹਨਾਂ ਨੇ ਵੀ ਬਾਅਦ ਚ ਆ ਕੇ ਜਦੋਂ ਮੈਂ ਕਾਲਜ ਸੀ ਉਦੋਂ ਸ਼ੁਰੂ ਕੰਮ ਕੀਤਾ। ਉਹਨਾਂ ਨੇ ਬਾਅਦ ਵਿੱਚ ਆਏ ਉਹ ਤਾਂ ਕਾਫੀ ਕਾਰਕੀ ਸਾਹਿਬ ਜਿਹੜੇ ਸੀਗੇ ਉਹਨਾਂ ਦਾ ਸੰਬੰਧ ਰਿਹਾ ਹੀ ਨਹੀਂ, ਬਹੁਤ ਘੱਟ ਰਿਹਾ ਬਠਿੰਡੇ, ਉਹਨਾਂ ਮਾਲਵਲ ਆਉਂਦੇ ਨਹੀਂ ਸੀਗੇ। ਲੇਕਿਨ ਕਿਤੇ ਨਾ ਕਿਤੇ ਮੈਨੂੰ ਜਿਹੜਾ ਸੀਗਾ, ਜਿਹੜੇ ਬਰਨਾਲੇ ਦੇ ਰਾਈਟਰ ਹੈਗੇ ਨੇਗੇ, ਬਰਨਾਲੇ ਦੇ ਲੇਖਕ ਨੇ, ਉਹਨਾਂ ਨੂੰ ਮੈਂ ਦੇਖ ਕੇ ਬੜਾ ਮੁਤਾਸਰ ਹੁੰਦਾ ਸੀਗਾ ਕਿ ਇਹ ਲਿਖਦੇ ਨੇਗੇ, ਇਹ ਕਿਤਾਬਾਂ ਛਾਪਦੇ ਨੇ, ਇਹ ਗੱਲਾਂ ਕਰਦੇ ਨੇ, ਇਹਨਾਂ ਦਾ ਬਹੁਤ ਸਤਿਕਾਰ ਹੁੰਦਾ ਹੈ, ਮਾਣ ਹੁੰਦਾ ਹੈ। ਤਾਂ ਮੇਰੇ ਮਨ ਵਿੱਚ ਵੀ ਕਿਤੇ ਨਾ ਕਿਤੇ ਸਬਕੌਨਸ਼ੀਅਸ ਮਾਈਂਡ ਦੇ ਵਿੱਚ ਏਦਾਂ ਦੀ ਗੱਲ ਬੈਠੀ ਹੋਈ ਸੀ ਕਿ ਮੈਂ ਵੀ ਕੋਈ ਇਸ ਤਰ੍ਹਾਂ ਦਾ ਕੰਮ ਕਰਾਂ ਜਿਹਦੇ ਨਾਲ ਮੈਨੂੰ ਲੋਕ ਪਸੰਦ ਕਰਨ, ਮੇਰੀ ਵਾਹਵਾ ਕਰਨ, ਮੇਰੀ ਤਾਰੀਫ ਕਰਨ ਤੇ ਮੇਰਾ ਨਾਂ ਬਣੇ ਕਿ ਸਰਦਾਰ ਜੈਮਲ ਸਿੰਘ ਦਾ ਮੁੰਡਾ ਜਿਹੜਾ ਹੈਗਾ ਜੀ, ਦੇਖੋ ਜੀ ਆਹ ਬਰਨਾਲੇ ਦੇ ਵਿੱਚ ਮਤਲਬ ਕਿ ਆਹ ਕਰਦਾ ਹੈਗਾ। ਲੇਕਿਨ ਮੇਰੇ ਮਨ 'ਚ ਇਹ ਵੀ ਸੀ ਕੇਵਲ ਜੀ ਕਿ ਉਦੋਂ ਸਿਰਫ ਜਿਹੜਾ ਬੰਦਾ ਪੜ੍ਹਦਾ ਸੀਗਾ ਜਾਂ ਤਾਂ ਮਾਸਟਰ ਬਣਦਾ ਸੀਗਾ, ਜਾਂ ਜੇ MA ਕਰਕੇ ਤੇ ਫਿਰ ਪ੍ਰੋਫੈਸਰ ਬਣ ਜਾਂਦਾ ਸੀਗਾ। ਮੇਰੇ ਦਿਮਾਗ 'ਚ ਇਹ ਵੀ ਸੀਗਾ, ਨਾ ਮੈਂ ਮਾਸਟਰ ਬਣਨਾ ਚਾਹੁੰਦਾ ਸੀਗਾ ਤੇ ਨਾ ਮੈਂ ਪ੍ਰੋਫੈਸਰ ਬਣਨਾ ਚਾਹੁੰਦਾ ਸੀਗਾ। ਮੈਂ ਚਾਹੁੰਦਾ ਸੀਗਾ ਵੀ ਮੈਂ ਇੱਕ ਵੱਖਰਾ ਤਰ੍ਹਾਂ ਦਾ ਬੰਦਾ ਬਣਾ, ਡਿਫਰੈਂਟ ਬੰਦਾ ਬਣਾ, ਜਿਹਨੂੰ ਕਿ ਕਹਿਣ ਕਿ ਯਾਰ ਇਹ ਅਲੱਗ ਬੰਦਾ ਹੈ। ਬਿਲਕੁਲ। ਇਹ ਜਦੋਂ ਫਿਰ ਅਲੱਗ ਬੰਦਾ ਬਣਨ ਲਈ ਫਿਰ ਜਦੋਂ ਇਹ ਨਾਟਕ ਵਾਲਾ ਤੁਸੀਂ ਇੱਕ ਵੀ ਗਾਇਕੀ ਤੇ ਤੁਹਾਡੇ ਨਾਲ ਜੁੜੀ ਹੋਈ ਸੀ ਉਹ ਤੁਹਾਡੇ ਸੀਗੀ, ਇਹ ਫਿਰ ਜਦੋਂ ਨਾਟਕ ਵਾਲੀ ਜਿਹੜੀ ਲਗਨ ਸੀ ਵੀ ਬਚਪਨ ਤੋਂ ਦੇਖਦਿਆਂ ਤਾਂ ਆਈ,
ਪਰ ਇਹ ਫਿਰ ਪ੍ਰੈਕਟੀਕਲ ਰੂਪ ਵਿੱਚ ਕਾਲਜ ਚ ਆ ਕੇ ਜਾਂ ਕਾਲਜ ਤੋਂ ਬਾਅਦ ਫਿਰ ਤੁਸੀਂ ਇਹ ਜਿਹੜੀ ਸੀ ਇਹ ਜਿਹੜੀ ਮੇਰੀ ਸੀ ਨਾ ਜਿਹੜੀ ਮਤਲਬ ਕਿ ਜਿਹੜਾ ਪ੍ਰੈਕਟੀਕਲ ਦੇ ਵਿੱਚ ਆਇਆ ਉਹ ਮੇਰਾ ਕਾਲਜ ਦੇ ਵਿੱਚ ਆਇਆ ਜੀ। ਅੱਛਾ ਐਸਡੀ ਕਾਲਜ ਬਰਨਾਲਾ ਦੇ ਵਿੱਚ ਜਦੋਂ ਮਤਲਬ ਕਿ ਮੈਂ ਪੜ੍ਹਦਾ ਸੀਗਾ ਉਦੋਂ ਮਤਲਬ ਕਿ ਮੂਵਮੈਂਟ ਬਹੁਤ ਜ਼ੋਰ ਤੇ ਸੀ, ਲੋਕ ਕਵਿਤਾਵਾਂ ਲਿਖਦੇ ਸੀ, ਗੀਤ ਗਾਉਂਦੇ ਸੀਗੇ, ਹੜਤਾਲਾਂ ਬੜੀਆਂ ਹੁੰਦੀਆਂ ਸੀ, ਜਾਗਰਤੀ ਬੜੀ ਸੀਗੀ ਲੋਕਾਂ ਦੇ ਵਿੱਚ। ਉਦੋਂ ਖੱਬੇ ਪੱਖੀ ਮੂਵਮੈਂਟ ਜਿਹੜੀ ਸੀਗੀ, ਕਮਿਊਨਿਜ਼ਮ ਦੇ ਬਾਰੇ ਜਿਹੜੀ ਸੀਗੀ। ਇੱਕ ਵਾਰ ਦੀ ਮੈਨੂੰ ਯਾਦ ਆ ਜਿੱਥੋਂ ਇਹ ਮੇਰੀ ਚੇਤਕ ਜਿਹੜੀ ਹੈ, ਜਿੱਥੋਂ ਮੈਨੂੰ ਥੋੜਾ ਜਿਹਾ ਮੈਨੂੰ ਉਤਸ਼ਾਹ ਮਿਲਿਆ, ਸਾਡੇ ਉੱਥੇ ਕਾਲਜ ਦੇ ਵਿੱਚ NSS ਜਿਹੜੀ ਸੀਗੀ, NCC ਹੁੰਦੀ ਸੀਗੀ ਤੇ ਮੈਂ NCC ਲਈ। NCC ਵਾਲਿਆਂ ਨੇ ਇੱਕ ਵਾਰੀ ਪ੍ਰੋਗਰਾਮ ਬਣਾਇਆ ਛੁੱਟੀਆਂ ਦੇ ਵਿੱਚ ਕਿ ਅਸੀਂ ਪਿੰਡ ਵਿੱਚ ਜਾਵਾਂਗੇ ਤੇ ਪਿੰਡ 'ਚ ਜਾ ਕੇ ਉੱਥੇ ਪਿੰਡ ਦੀ ਡਿਵੈਲਪਮੈਂਟ ਕਰਾਂਗੇ। ਪਿੰਡ ਦੇ ਜਿਹੜੇ ਟੋਭੇ ਹੈਗੇ ਨੇਗੇ ਜੋ ਮਤਲਬ ਕਿ ਬਹੁਤ ਮਤਲਬ ਕਿ ਹੈਗੇ ਨੇ, ਉਹਨਾਂ ਨੂੰ ਅਸੀਂ ਭਰਾਂਗੇ। ਸੜਕਾਂ ਜੋ ਉੱਥੇ ਨਹੀਂ ਹੈਗੀਆਂ ਤਾਂ ਥੋੜੇ ਥੋੜੇ ਪੈਸੇ ਅਸੀਂ ਕਰਕੇ ਸੜਕ ਬਣਾਉਣ ਦੀ ਕੋਸ਼ਿਸ਼ ਕਰਾਂਗੇ। ਉਹ ਸਾਨੂੰ ਸਟੂਡੈਂਟ ਨੂੰ ਹਰਦਿਆਲ ਸਿੰਘ ਅਤਰੀ ਸਾਡੇ ਪ੍ਰਿੰਸੀਪਲ ਸੀ ਤੇ ਰਵਿੰਦਰ ਭੱਠਲ ਸਾਹਿਬ ਜਿਹੜੇ ਹੈਗੇ ਨੇਗੇ, ਇਹ ਮਤਲਬ ਕਿ ਉਦੋਂ ਮੇਰੇ ਪ੍ਰੋਫੈਸਰ ਸੀਗੇ ਮਤਲਬ ਕਿ, ਤੇ ਸਿੰਗਲਾ ਸਾਹਿਬ ਸੀਗੇ, ਉਹਨਾਂ ਦੀ ਡੈਥ ਹੋ ਗਈ ਹੈਗੀ, ਉਹ ਮੇਰੇ ਇਕਨੋਮਿਕਸ ਦੇ ਪ੍ਰੋਫੈਸਰ ਸੀ। ਉਹ ਸਾਨੂੰ ਇਹ ਇੱਕ ਵਾਰੀ ਪਿੰਡ ਫਰਵਾਹੀ ਲੈ ਗਏ ਜੀ। ਪਿੰਡ ਫਰਵਾਹੀ ਅਸੀਂ ਉੱਥੇ 8-10 ਦਿਨ ਪਿੰਡ ਦੇ ਵਿੱਚ ਰਹੇ। ਉੱਥੇ ਅਸੀਂ ਕੀ ਕਰਦੇ ਸੀਗੇ, ਤੜਕੇ ਉੱਠ ਕੇ ਮਤਲਬ ਕਈਆਂ ਲੈ ਕੇ ਤੇ ਜਾ ਕੇ ਉੱਥੇ ਮਤਲਬ ਕਿ ਪੈਸੇ ਸਿੱਧੇ ਕਰਨੇ, ਮਤਲਬ ਕਿ ਜਿਹੜੇ ਸੀਗੇ ਟੋਭੇ ਸੀਗੇ ਉਹਨਾਂ ਨੂੰ ਮਤਲਬ ਕਿ ਜਿਹੜਾ ਸੀਗਾ ਉਹਨਾਂ ਦੇ ਮਿੱਟੀ ਪੱਟਣੀ, ਰੋੜੇ ਪੱਟਣੇ, ਸਾਰਾ ਕਰਨਾ। ਤੇ ਰਾਤ ਨੂੰ ਕੀ ਹੁੰਦਾ ਸੀਗਾ, ਜਦੋਂ ਅਸੀਂ ਇੱਥੇ ਮਤਲਬ ਕਿ ਉੱਥੇ ਕਮਰੇ 'ਚ ਰਹਿੰਦੇ ਸੀਗੇ ਤੇ ਰਾਤ ਨੂੰ ਰੋਜ਼ ਆਉਣਾ ਸੀ ਇੰਟਰਟੇਨਮੈਂਟ ਦਾ, ਮਨੋਰੰਜਨ ਦਾ ਕੋਈ ਨਾ ਕੋਈ ਜਿਹੜਾ ਸੀਗਾ ਉਹ ਸਾਧਨ ਸੀਗਾ ਸਾਡੇ 'ਚ ਬਣਾਇਆ ਸੀਗਾ। ਮੈਂ ਉੱਥੇ ਕੀ ਕੀਤਾ ਕਿ ਮੇਰੇ ਦਿਮਾਗ 'ਚ ਆਇਆ ਕਿ ਮੈਂ ਕੋਈ ਅੱਜ ਨਾਟਕ ਕਰਾਂ, ਮੈਂ ਇਹਨਾਂ ਨੂੰ ਇੱਕ ਨਾਟਕ ਦਿਖਾਵਾਂ। ਅਸੀਂ ਜੀ ਉੱਥੇ ਇੱਕ ਲਾਲਟਨ ਬਾਲ ਲਿਆ, ਲਾਲਟਨ ਜਿਹੜਾ ਸੀਗਾ ਬਾਲ ਕੇ ਤੇ ਪਿੱਛੇ ਇੱਕ ਚਿੱਟਾ ਜਿਹਾ ਕੱਪੜਾ ਬੰਨ ਲਿਆ ਤੇ ਮੈਂ ਆਪਣੇ ਆਪ ਹੀ ਇੱਕ ਇੰਪਰੋਵਾਈਜ਼ ਕਰਕੇ, ਜਿਹਨੂੰ ਕਹਿ ਲਓ ਮੋਨੋ ਐਕਟਿੰਗ ਕਹਿ ਲਓ ਜਾਂ ਇੱਕ ਮੋਨੋਲੋਗ ਕਹਿ ਲਓ ਜਾਂ ਇਹਦਾ ਸਕਿੱਟ ਕਹਿ ਲਓ, ਮੈਂ ਆਪਣੇ ਆਪ ਹੀ ਘੱਟੋ ਘੱਟ 15-20 ਮਿੰਟ ਦਾ ਪਰਫਾਰਮ ਕੀਤਾ। ਓਕੇ, ਜਿਹੜਾ ਕਿ ਅੱਛਾ ਕੋਈ ਡਾਇਲੌਗ ਨਹੀਂ ਸੀ ਲਿਖੇ, ਕੋਈ ਡਾਇਲੌਗ ਨਹੀਂ ਸੀ ਲਿਖੇ। ਫਿਰ ਸੋਲੋ ਪਰਫਾਰਮੈਂਸ ਤੋਂ ਸ਼ੁਰੂ ਹੋ ਗਈ ਤੁਹਾਡੀ ਗੱਲ। ਸੋਲੋ ਪਰਫਾਰਮੈਂਸ, ਬਿਲਕੁਲ ਸੋਲੋ ਪਲੇ, ਹਾਂ ਬਿਲਕੁਲ ਸੋਲੋ ਪਰਫਾਰਮੈਂਸ ਸੀਗੀ, ਜਿਹਦੇ ਵਿੱਚ ਮੇਰੇ ਦਿਮਾਗ ਦੇ ਵਿੱਚ ਸਿਰਫ ਇੰਨੀ ਗੱਲ ਸੀਗੀ ਕਿ ਮੈਂ ਉਹ ਜਿਹੜਾ ਗਰੀਬ ਜਿਹੜਾ ਜ਼ਿਮੀਂਦਾਰ ਬੰਦਾ ਹੈਗਾ, ਉਹ ਸਾਰਾ ਦਿਨ ਜਿਹੜਾ ਖੇਤੀ ਕਰਦਾ ਹੈਗਾ, ਉਹਦੇ ਪੱਲੇ ਕੁਛ ਨਹੀਂ ਪੈਂਦਾਗਾ, ਉਹ ਵਿਚਾਰਾ ਗਰੀਬੀ 'ਚ ਕਿਵੇਂ ਮਰ ਜਾਂਦਾ। ਇੱਕ ਆਊਟਲਾਈਨ ਮੈਂ ਆਪ ਹੀ ਸੋਚੀ, ਫਿਰ ਉਸ ਨੂੰ ਮੈਂ ਮਤਲਬ ਕਿ ਔਨ ਦਾ ਸਪੌਟ ਇੰਪਰੋਵਾਈਜ਼ ਕਰਕੇ ਅੱਧੇ ਘੰਟੇ ਦੇ ਵਿੱਚ ਉਹਨੂੰ ਪਰਫਾਰਮ ਕੀਤਾ। ਔਰ ਉਹ ਮੇਰੇ ਪ੍ਰੋਫੈਸਰ ਸਾਹਿਬ ਨੇ ਜਿਹੜੇ ਸੀਗੇ, ਉਹਨਾਂ ਜੋ ਦੇਖਿਆ ਤੇ ਉਹਨਾਂ ਨੇ ਬੜਾ ਪਸੰਦ ਕੀਤਾ। ਉਹ ਕਹਿੰਦੇ ਤੂੰ ਪਹਿਲਾਂ ਕਿਤੇ ਲਿਖਿਆ ਸੀ ਇਹ? ਮੈਂ ਕਿਹਾ ਨਹੀਂ। ਮੈਂ ਕਿਹਾ ਮੈਂ ਤਾਂ, ਕਹਿੰਦੇ ਕਦੋਂ ਸੋਚਿਆ? ਮੈਂ ਕਿਹਾ ਬਸ ਹੁਣੇ ਸੋਚਿਆ ਸੀਗਾ ਤੇ ਹੁਣੇ ਕਰ। ਉਹਨਾਂ ਨੇ ਜੀ ਮੈਨੂੰ ਬੜੀ ਮਤਲਬ ਕਿ ਮੇਰੀ ਤਾਰੀਫ ਕੀਤੀ, ਮੈਨੂੰ ਬੜਾ ਥਾਪੜਾ ਦਿੱਤਾ ਕਿ ਯਾਰ ਤੇਰੇ ਅੰਦਰ ਤਾਂ ਜਿਹੜਾ ਹੈਗਾ ਇਹ ਵਰਿਆਮ ਮਤਲਬ ਕਿ ਬਹੁਤ ਗੁਣ ਹੈਗਾ, ਟੈਲੈਂਟ ਹੈਗਾ, ਛੁਪਿਆ ਹੈਗਾ, ਤੂੰ ਇਹਨੂੰ ਹੋਰ ਕੁਛ ਕਰ। ਫਿਰ ਅਸੀਂ ਦੂਜੇ ਦਿਨ ਰਾਤ ਨੂੰ ਉੱਥੇ ਭੰਗੜੇ ਦੀ ਰਾਤ ਨੂੰ ਭੰਗੜਾ ਪਾਉਣਾ ਸ਼ੁਰੂ ਕਰ ਦੇਣਾ। ਭੰਗੜੇ ਦੇ ਵਿੱਚ ਸਾਡੇ ਕੋਲ ਕੁਛ ਹੁੰਦੀ ਸੀ, ਅਸੀਂ ਬੱਠਲ ਜਿਹੜੇ ਸੀਗੇ ਲੈ ਆਉਣੇ, ਬੱਠਲਾਂ ਦੇ ਨਾਲ ਉਹਦੇ ਨਾਲ ਮਤਲਬ ਕਿ ਡਾਂਸ ਕਰਨਾ, ਏਦਾਂ ਕਰਕੇ ਮਤਲਬ ਕਿ ਭੰਗੜਾ ਰਾਤ ਨੂੰ ਪਾਉਣਾ। ਮਤਲਬ 8-10 ਦਿਨ ਜਿਹੜੇ ਸੀਗੇ, ਮੈਨੂੰ ਲੱਗਦਾ ਕਿ ਉਹ ਕਿਤੇ ਪਿੰਡ ਫਰਵਾਹੀ ਜਿਹੜਾ ਸੀਗਾ, ਉਸ ਨੇ ਮੇਰੇ ਅੰਦਰ ਜਿਹੜੀ ਸੀਗੀ ਇਹ ਇੱਕ ਜਿਹੜੀ ਭਾਵਨਾ ਸੀ, ਕਿਤੇ ਨਾ ਕਿਤੇ ਕ੍ਰੀਏਟਿਵ ਪ੍ਰੋਸੈਸ ਨੂੰ ਉਜਾਗਰ ਕੀਤਾ, ਡਿਵੈਲਪ ਕੀਤਾ ਕਿ ਮੇਰੇ ਅੰਦਰ ਇਸ ਪਾਸੇ ਜਾਣ ਦੀ ਰੁਚੀ ਡਿਵੈਲਪ ਹੋ। ਉਹ ਐਕਚੁਅਲੀ NSS ਕੈਂਪ ਜਿਹੜਾ ਸੀ ਉਹ ਤੁਹਾਡੇ ਵਾਸਤੇ ਥੀਏਟਰ ਵਰਕਸ਼ਾਪ ਸੀਗੀ ਇੱਕ ਕਿਸਮ ਦੀ। ਜੀ ਬਿਲਕੁਲ ਠੀਕ ਹੈ, ਤੁਹਾਡੀ ਥੀਏਟਰ ਵਰਕਸ਼ਾਪ ਚੱਲ ਰਹੀ ਸੀਗੀ। ਵਰਿਆਮ ਜੀ ਇੱਕ ਵਾਰੀ ਨਾ ਜ਼ਰਾ ਕੈਮਰਾ ਤੁਹਾਡਾ ਨਾ ਫੇਸ ਥੋੜਾ ਇੱਥੋਂ ਕੱਟ ਰਿਹਾ, ਤੁਸੀਂ ਜਾਂ ਤਾਂ ਆਪ ਇੱਥੇ ਰਹਿਣਾ ਜਿੱਥੇ ਹੋਣੋ ਤੇ ਜਾਂ ਕੈਮਰੇ ਨੂੰ ਥੋੜਾ ਟਵਿਸਟ ਕਰ ਲੈਣਾ। ਹੁਣ ਠੀਕ ਹੈ? ਹਾਂ ਇੱਥੇ ਠੀਕ ਹੈ। ਤੁਹਾਡਾ ਨਾ ਫਿਰ ਥੱਲੇ ਚਲੇ ਗਿਆ ਸੀ ਫੇਸ। ਹੁਣ ਠੀਕ ਹੈ ਨਾ? ਜੀ ਇਹ ਠੀਕ ਹੈ, ਇਹ ਠੀਕ। ਸੋ ਉਸ ਤੋਂ ਬਾਅਦ ਜਿਹੜਾ ਹੈਗਾ ਧਾਲੀਵਾਲ ਸਾਹਿਬ, ਜਦੋਂ ਕਾਲਜ ਦੀ ਮੈਂ ਗ੍ਰੈਜੂਏਸ਼ਨ ਕਰ ਲਈ, BA ਕਰ ਲਈ, ਤਾਂ ਹੁਣ ਮਤਲਬ ਕਿ ਰਾਹ ਨਾ ਲੱਭੇ ਕਿ ਕੀ ਕਰਨਾ ਹੈਗਾ, ਕੀ ਜਾਣਾ ਹੈਗਾ। ਕਈ ਜਿਹੜੇ ਮੇਰੇ ਨਾਲ ਦੇ ਸੀਗੇ ਉਹ ਪੰਜਾਬੀ ਯੂਨੀਵਰਸਿਟੀ ਦੇ ਵਿੱਚ MA ਕਰਨ ਚਲੇ ਗਏ ਪੰਜਾਬੀ ਦੀ, ਕੋਈ ਮਾਸਟਰ ਲੱਗ ਗਿਆ, ਕੋਈ ਕੁਛ ਕਰ ਗਿਆ। ਤਾਂ ਮੈਂ ਬੜਾ ਦੁਚਿੱਤੀ ਦੇ ਵਿੱਚ ਕਿ ਮੈਂ ਜਿਹੜਾ ਸੀਗਾ ਵੀ ਮੈਂ ਤਾਂ ਨਾ ਤਾਂ ਮੈਂ ਮਾਸਟਰ ਬਣਨਾ ਹੈਗਾ, ਨਾ ਮੈਂ ਪ੍ਰੋਫੈਸਰ ਬਣਨਾ, ਨਾ ਮੈਂ MA ਕਰਨ ਜਾਣਾ ਹੈਗਾ, ਮੈਂ ਤਾਂ ਡਰਾਮਾ ਕਰਨਾ ਹੈਗਾ, ਮੈਂ ਤਾਂ ਇਹ ਕਰਨਾ। ਤੇ ਕਿਵੇਂ, ਕਿਉਂਕਿ ਉਹਨਾਂ ਦਿਨਾਂ 'ਚ ਡਰਾਮੇ ਰਾਮਲੀਲਾ ਦੇ ਵਿੱਚ ਜਿਹੜੇ ਦੇਖੇ ਸੀਗੇ, ਸਾਡੇ ਰਾਮਲੀਲਾ ਹੁੰਦੀ ਸੀਗੀ, ਉੱਥੇ ਵੀਰ ਹਕੀਕਤ ਰਾਏ ਡਰਾਮੇ ਹੁੰਦੇ ਸੀਗੇ, ਹੋਰ ਕੋਹਿਨੂਰ ਕਾ ਲੁਟੇਰਾ ਡਰਾਮੇ ਹੁੰਦੇ ਸੀਗੇ।
ਉਹਨਾਂ ਦਾ ਬਹੁਤ ਪ੍ਰਭਾਵ ਸੀ ਤੇ ਉਹ ਜਿਹੜੇ ਰੋਲ ਕਰਦੇ ਸੀ ਉਹ ਮੇਰੇ ਪ੍ਰੋਫੈਸਰ ਜਿਹੜੇ ਸਕੂਲ ਦੇ ਮਾਸਟਰ ਸੀਗੇ ਉਹ ਰੋਲ ਕਰਦੇ ਸੀ ਉਹਨਾਂ ਦੇ ਵਿੱਚ। ਉਹ ਮੇਰੇ ਤੇ ਬੜਾ ਪ੍ਰਭਾਵ ਸੀ ਆਪਣੇ ਟੀਚਰਾਂ ਦਾ ਕਿ ਯਾਰ ਇਹ ਦੇਖੋ ਇਹ ਪੜਾਉਂਦੇ ਵੀ ਵਧੀਆ ਨੇਗੇ ਤੇ ਐਕਟਿੰਗ ਵੀ ਵਧੀਆ ਕਰਦੇ ਨੇ। ਇੱਕ ਦਿਨ ਮੈਂ ਬਹੁਤ ਦੁਚਿੱਤੀ ਦੇ ਵਿੱਚ ਗੰਦੇ ਨਾਲੇ ਤੇ ਸਾਡੇ ਬਰਨਾਲੇ ਦਾ ਗੰਦੇ ਨਾਲੇ ਤੇ ਖੜਾ ਸੀਗਾ ਸਾਈਕਲ ਮੇਰੇ ਕੋਲ ਤੇ ਮੇਰੇ ਪ੍ਰੋਫੈਸਰ ਰਵਿੰਦਰ ਭੱਠਲ ਸਾਹਿਬ ਜਿਹੜੇ ਨੇਗੇ ਉਹ ਮਤਲਬ ਕਿ ਉੱਥੋਂ ਲੰਘਦੇ ਹੋਏ ਤੇ ਉਹ ਵੀ ਆ ਕੇ ਖੜ ਗਏ ਤੇ ਮੈਨੂੰ ਕਹਿੰਦੇ ਵਰਿਆਮ ਕਹਿੰਦੇ ਤੈਨੂੰ ਇੱਕ ਗੱਲ ਦੱਸਣੀ ਹੈ। ਮੈਂ ਕਿਹਾ ਹਾਂਜੀ। ਕਹਿੰਦਾ ਅੱਜ ਕਹਿੰਦਾ ਅਖਬਾਰ ਦੇ ਵਿੱਚ ਟ੍ਰਿਬਿਊਨ ਦੇ ਵਿੱਚ ਹੈ ਜਾਂ ਕਿਹੜੇ ਅਖਬਾਰ ਕਹਿੰਦਾ ਇੱਕ ਐਡ ਨਿਕਲੀ ਹੈ ਚੰਡੀਗੜ੍ਹ ਦੇ ਵਿੱਚ ਇੱਕ ਡਰਾਮਾ ਡਿਪਾਰਟਮੈਂਟ ਖੁੱਲਿਆ ਹੈਗਾ ਔਰ ਬਲਵੰਤ ਗਾਰਗੀ ਸਾਹਿਬ ਨੇ ਖੋਲਿਆ ਹੈਗਾ। ਉੱਥੇ ਮਤਲਬ ਕਿ ਡਰਾਮੇ ਦੀ ਟ੍ਰੇਨਿੰਗ ਦਿੰਦੇ ਨੇਗੇ ਤੇ ਨਾਲੇ ਵੱਡੀ ਗੱਲ ਇਹ ਹੈ ਕਿ ਉੱਥੇ 200 ਰੁਪਈਆ ਸਕਾਲਰਸ਼ਿਪ ਵੀ ਮਿਲਦਾ ਹੈਗਾ ਮਤਲਬ ਕਿ ਉਹ ਪੜ੍ਹਨ ਵਾਸਤੇ ਤੇ ਤੂੰ ਇਹ ਟਰਾਈ ਕਰ। ਮੈਂ ਜੀ ਜਦੋਂ ਉਹਨਾਂ ਨੇ ਮੈਨੂੰ ਭੱਠਲ ਸਾਹਿਬ ਨੇ ਗੱਲ ਕਹੀ ਮੇਰਾ ਤਾਂ ਜੀ ਜ਼ਮੀਨ ਤੇ ਮਤਲਬ ਕਿ ਪੈਰ ਇੱਕਦਮ ਮਤਲਬ ਕਿ ਮੈਨੂੰ ਉਦੋਂ ਚੰਡੀਗੜ੍ਹ ਬਾਰੇ ਮੈਂ ਕਿਹਾ ਚੰਡੀਗੜ੍ਹ ਦਾ ਪਤਾ ਨਹੀਂ ਚੰਡੀਗੜ੍ਹ ਕਿਹੜੇ ਪਾਸੇ ਹੈਗਾ ਮਤਲਬ ਕਿ ਚੰਡੀਗੜ੍ਹ ਕਿੱਧਰ ਹੈਗਾ ਮਤਲਬ ਕਿ ਤੇ ਮੈਂ ਜੀ ਪੰਜ ਧਾਲੀਵਾਲ ਸਾਹਿਬ ਬੜੇ ਛਾਲਾਂ ਮਾਰੀਆਂ। ਮੈਂ ਕਿਹਾ ਵੀ ਚਲੋ ਵੀ ਇਹ ਤਾਂ ਜਿਹੜਾ ਹੈਗਾ ਉਹ ਮੈਂ ਐਡ ਲੈ ਲਈ ਮਤਲਬ ਕਿ ਉਹ ਤੇ ਮੈਂ ਕਿਹਾ ਹੁਣ ਗਾਰਗੀ ਸਾਹਿਬ ਦਾ ਨਾਂ ਜਦੋਂ ਸੁਣਿਆ ਸੀ ਤੇ ਮੈਂ ਕਿਹਾ ਮੈਨੂੰ ਤਾਂ ਗਾਰਗੀ ਸਾਹਿਬ ਜਾਣਦੇ ਨਹੀਂਗੇ ਕੀ ਕਰਾਂ ਮਤਲਬ ਕਿ ਪਤਾ ਕਿਉਂਕਿ ਮੇਰੇ ਦਿਮਾਗ 'ਚ ਇਹ ਸੀਗਾ ਕਿ ਉਹਨਾਂ ਦਿਨਾਂ 'ਚ ਇਹੀ ਪ੍ਰਭਾਵ ਸੀਗਾ ਕਿ ਸਿਫਾਰਿਸ਼ ਤੋਂ ਬਿਨਾਂ ਕੋਈ ਬੰਦੇ ਦੀ ਸਿਲੈਕਸ਼ਨ ਨਹੀਂ ਹੁੰਦੀ ਜਦ ਤੱਕ ਕੋਈ ਬੰਦਾ ਜਾਣਦਾ ਨਾ ਹੋਵੇ ਕਿਉਂਕਿ ਉਹਨਾਂ ਦਿਨਾਂ ਵਿੱਚ ਸਾਰੇ ਲੋਕਾਂ ਦੇ ਮਨ 'ਚ ਪ੍ਰਭਾਵ ਸੀਗਾ ਕਿ ਕੋਈ ਨਾ ਕੋਈ ਜੁਗਾੜ ਚਾਹੀਦਾ ਹੈ ਕੋਈ ਨਾ ਕੋਈ ਸਿਫਾਰਿਸ਼ ਚਾਹੀਦੀ ਹੈਗੀ। ਮੇਰੇ ਮਨ 'ਚ ਇਹ ਗੱਲ ਬੈਠੀ ਸੀ। ਉਹ ਹੀ ਮੈਨੂੰ ਮਤਲਬ ਕਿ ਓਮ ਪ੍ਰਕਾਸ਼ ਗਾਸੋ ਸਾਹਿਬ ਜਿਹੜੇ ਨੇਗੇ ਬਹੁਤ ਵੱਡੇ ਨੋਵਲਿਸਟ ਨੇ ਬਰਨਾਲੇ ਦੇ ਉਹਨਾਂ ਨੇ ਜੀ ਮੈਨੂੰ ਉਹਨਾਂ ਨੇ ਜੀ ਇੱਕ ਚਿੱਠੀ ਜਿਹੜੀ ਸੀਗੀ ਉਹ ਮਤਲਬ ਕਿ ਸੋਚ ਸਾਹਿਬ ਗੁਰਬਖਸ਼ ਸਿੰਘ ਸੋਚ ਅੰਗਰੇਜ਼ੀ ਦੇ ਪ੍ਰੋਫੈਸਰ ਹੁੰਦੇ ਸੀਗੇ ਉਹਦੇ ਵਿੱਚ ਆਪਣਾ ਪੰਜਾਬ ਯੂਨੀਵਰਸਿਟੀ 'ਚ ਉਹਨਾਂ ਨੇ ਨਾਂ ਲਿਖ ਕੇ ਦਿੱਤੀ ਬਈ ਇਹ ਮੁੰਡਾ ਬੜਾ ਮਿਹਨਤੀ ਹੈਗਾ ਬੜਾ ਇਹ ਆਰਟਿਸਟ ਹੈਗਾ। ਉਹਨਾਂ ਦੇ ਨਾਂ ਚਿੱਠੀ ਲਿਖ ਕੇ ਦਿੱਤੀ ਮੈਨੂੰ। ਮੈਂ ਜੀ ਉਹ ਚਿੱਠੀ ਲੈ ਕੇ ਤੇ ਪੈਰ 'ਚ ਖੁੱਸਾ ਜੁੱਤੀ ਪਾ ਕੇ ਪਜਾਮਾ ਤੇ ਕੁੜਤਾ ਪਾ ਕੇ ਇਹ ਜੀ ਮੈਂ ਉੱਥੇ ਚੰਡੀਗੜ੍ਹ ਚਲਾ ਗਿਆ। ਚੰਡੀਗੜ੍ਹ ਜਾ ਕੇ ਉੱਥੇ ਮੈਂ ਗੁਰਬਖਸ਼ ਸਿੰਘ ਸੋਚ ਹੋਰਾਂ ਨੂੰ ਮਿਲਿਆ ਉਹਨਾਂ ਦੇ ਜਾ ਕੇ ਡਿਪਾਰਟਮੈਂਟ 'ਚ। ਉਹ ਮੈਨੂੰ ਕਹਿੰਦੇ ਵੀ ਕਹਿੰਦੇ ਚਿੱਠੀ ਤਾਂ ਪੜ੍ਹੀ ਕਹਿੰਦੇ ਵੀ ਦੇਖ ਗੱਲ ਇਹ ਹੈ ਕਹਿੰਦਾ ਮੁੰਡਿਆ ਤੂੰ ਕਹਿੰਦਾ ਸਾਡੇ ਉਧਰਲੇ ਪਿੰਡਾਂ ਦੇ ਮੁੰਡਾ ਹੈਗਾ ਤੂੰ ਸਾਡੇ ਇਲਾਕੇ ਦਾ ਬੰਦਾ ਹੈ ਪਰ ਤੈਨੂੰ ਮੈਂ ਇੱਕ ਗੱਲ ਦੱਸ ਦਿਆਂ ਕਿ ਗਾਰਗੀ ਕਿਸੇ ਦੀ ਸਿਫਾਰਿਸ਼ ਸੂਰਜ ਨਹੀਂ ਮੰਨਦਾਗਾ ਨਾ ਕਹਿੰਦਾ ਉਹ ਕਿਸੇ ਨਾਲ ਗੱਲ ਕਰਦਾ ਹੈਗਾ ਇਸ ਕਰਕੇ ਚਿੱਠੀ ਦਾ ਸੁੱਟ ਦੇ ਤੂੰ ਕਹਿੰਦਾ ਇਹਨੂੰ ਚਿੱਠੀ ਜੀ ਉਹਨਾਂ ਨੇ ਉਸ ਵੇਲੇ ਪਾੜ ਕੇ ਸੁੱਟਦੇ ਜੀ ਹਾਂਜੀ। ਤੇ ਮੈਨੂੰ ਹੁਣ ਕਹਿੰਦੇ ਤੂੰ ਇਹ ਦੱਸ ਕਿ ਤੂੰ ਨਾਟਕ ਕਿਹੜੇ ਕਿਹੜੇ ਕੋਈ ਨਾਟਕ ਪੜ੍ਹੇ ਨੇ ਕੋਈ ਕਿਉਂਕਿ ਅੰਗਰੇਜ਼ੀ ਦੇ ਪ੍ਰੋਫੈਸਰ ਸੀਗੇ। ਮੈਂ ਕਿਹਾ ਜੀ ਪੜ੍ਹਿਆ ਜੀ। ਮੈਂ ਕਿਹਾ ਜੀ ਇੱਕ ਮਰਚੈਂਟ ਆਫ ਵੀਨਸ ਹੈ। ਕਹਿੰਦਾ ਪਹਿਲੀ ਗੱਲ ਇਹ ਹੈ ਤੂੰ ਇਹਦਾ ਪ੍ਰੋਨਾਂਸੀਏਸ਼ਨ ਠੀਕ ਕਰ ਕਹਿੰਦਾ ਵੀਨਸ ਕਹਿੰਦੇ ਕਹਿੰਦੇ ਮਤਲਬ ਮੈਂ ਜੀ ਉਹ ਜੀ ਮਤਲਬ ਕਿ ਉਹਨਾਂ ਨੇ ਨਾਂ ਕੀਤਾ। ਉਹ ਕਹਿੰਦੇ ਗੱਲ ਇਹ ਹੈ ਕਿ ਮੈਂ ਨਾ ਤਾਂ ਉਹਨਾਂ ਨੂੰ ਕਹਿਣਾਗਾ ਨਾ ਤਾਂ ਮੈਂ ਕਹੂੰਗਾ ਤੇ ਨਾ ਇਹ ਹੈ ਪਰ ਤੂੰ ਆਪਣੀ ਜੇ ਤੇਰੇ 'ਚ ਕੋਈ ਤਾਕਤ ਹੈਗੀ ਹੈ ਤੇਰੇ 'ਚ ਕੋਈ ਲਿਆਕਤ ਹੈਗੀ ਹੈ ਤਾਂ ਤੂੰ ਆਪੇ ਜਾ ਤੇਰੀ ਇੰਟਰਵਿਊ ਹੈਗੀ ਹੈ ਤਾਂ ਤੂੰ ਆਪਣੇ ਦੇਖ। ਮੇਰੀ ਧਾਲੀਵਾਲ ਸਾਹਿਬ ਦੂਜੇ ਦਿਨ ਇੰਟਰਵਿਊ ਸੀਗੀ ਤੇ ਮੈਂ ਉੱਥੇ ਜੀ ਮਤਲਬ ਕਿ ਚਲਾ ਗਿਆ ਇੰਟਰਵਿਊ ਦੇਣ ਵਾਸਤੇ ਇੰਡੀਅਨ ਥੀਏਟਰ। ਉਸ ਵੇਲੇ 1974 ਦੇ ਵਿੱਚ 74 'ਚ ਸੈਕੰਡ ਬੈਚ ਸੀ ਉਦੋਂ ਇਹ 74 ਦੇ ਵਿੱਚ 250 ਸਟੂਡੈਂਟ ਜਿਹੜੇ ਸੀਗੇ ਉਹ ਲਾਈਨ ਦੇ ਵਿੱਚ ਲੱਗੇ ਸੀ ਇੰਟਰਵਿਊ ਦੇਣ ਵਾਸਤੇ। 250 ਅੰਦਾਜ਼ਾ 250 ਸਟੂਡੈਂਟ ਇੱਕ ਲਾਈਨ 'ਚ ਲੱਗਾ ਹੋਇਆ ਜੀ ਜਿਨ੍ਹਾਂ ਨੇ ਕਿ ਆਪਣੇ ਫਾਰਮ ਭਰੇ ਸੀਗੇ ਮਤਲਬ ਕਿ ਤੇ ਉਹਨਾਂ ਦੀ ਇੰਟਰਵਿਊ ਹੋਣੀ ਸੀਗੀ। ਔਰ ਜਦੋਂ ਮੇਰੀ ਵਾਰੀ ਆਈ ਤੇ ਅੰਦਰ ਜੀ ਗਏ ਤੇ ਮੈਨੂੰ ਤੇ ਅੰਦਰ ਗਏ ਅਸੀਂ ਤਾਂ 4-5 ਬੰਦੇ ਥੀਏਟਰ 'ਚ ਥੱਲੇ ਏਦਾਂ ਝੁਕੇ ਖੜੇ ਸੀਗੇ ਸਾਰੇ ਮਤਲਬ ਤੇ ਕਰਕੇ ਜੀ ਮੈਨੂੰ ਉਹਨਾਂ ਨੇ ਗਾਰਗੀ ਸਾਹਿਬ ਨੇ ਪੁੱਛਿਆ ਕਿ ਤੂੰ ਬਈ ਐਂ ਦੱਸ ਤੂੰ ਡਰਾਮਾ ਤੈਨੂੰ ਆਉਂਦਾ ਕਰਨਾ? ਮੈਂ ਕਿਹਾ ਜੀ ਹਾਂਜੀ ਆਉਂਦਾ। ਮੈਂ ਜਿਹੜਾ ਮੈਂ ਉਹ ਸੋਲੋ ਪਰਫਾਰਮੈਂਸ ਕੀਤੀ ਸੀ ਫਰਵਾਹੀ ਜਿਹੜੀ ਕੀਤੀ ਸੀਗੀ ਉਹੀ ਜੀ ਮੈਂ ਉੱਥੇ ਗਾਰਗੀ ਸਾਹਿਬ ਦੇ ਸਾਹਮਣੇ ਪਰਫਾਰਮ ਕਰਤੀ। ਕਹਿੰਦੇ ਉਹ ਕੋਈ ਬਹੁਤੇ ਪ੍ਰਭਾਵਿਤ ਨਹੀਂ ਹੋਈ ਮੇਰੀ ਮਤਲਬ ਕਿ ਟੂ ਵੈਰੀ ਫਰੈਂਕ ਮੇਰੀ ਇਸ ਪਰਫਾਰਮੈਂਸ ਤੋਂ ਉਹ ਬਹੁਤੇ ਪ੍ਰਭਾਵਿਤ ਨਹੀਂ ਹੋਏ। ਕਹਿੰਦੇ ਇਟਸ ਵੈਰੀ ਕਲਮਜ਼ੀ ਵੈਰੀ ਉਹਨੂੰ ਮੂੰਹ ਤੇ ਕਹਿੰਦੇ ਸੀਗੇ ਮੂੰਹ ਤੇ ਕਹਿਤਾ ਇਟਸ ਵੈਰੀ ਕਲਮਜ਼ੀ ਤੇ ਫਿਰ ਮੈਨੂੰ ਕਹਿੰਦੇ ਤੈਨੂੰ ਗਾਉਣਾ ਆਉਂਦਾ? ਮੈਂ ਕਿਹਾ ਹਾਂਜੀ ਗਾਉਣਾ ਆਉਂਦਾ। ਹੁਣ ਗਾਉਣਾ ਤਾਂ ਮੈਨੂੰ ਆਉਂਦਾ ਹੀ ਸੀਗਾ। ਮੈਂ ਜੀ ਉੱਥੇ ਮਤਲਬ ਕਿ ਜੀ ਇੱਕ ਆਪਣੀ ਗਜ਼ਲ ਜਿਹੜੀ ਸੀਗੀ ਉਹਨਾਂ ਦਿਨਾਂ 'ਚ ਉਦੋਂ ਮੈਂ ਗਜ਼ਲ ਲਿਖਦਾ ਸੀਗਾ ਇੱਕ ਗਜ਼ਲ ਮੈਂ ਆਪਣੀ ਜਿਹੜੀ ਸੀਗੀ ਉਹ ਮਤਲਬ ਕਿ ਗਾ ਜਦੋਂ ਮੈਂ ਗਜ਼ਲ ਗਾਈ ਤਾਂ ਗਾਰਗੀ ਸਾਹਿਬ ਜਿਹੜੇ ਸੀਗੇ ਇੱਕਦਮ ਮਤਲਬ ਕਿ ਸਟੰਟ ਹੋ ਗਏ ਦੇਖ ਕੇ। ਫਿਰ ਮੈਨੂੰ ਕਹਿੰਦੇ ਅੱਛਾ ਤੈਨੂੰ ਕੁਛ ਵਜਾਉਣਾ ਆਉਂਦਾ?
ਮੈਂ ਕਿਹਾ ਹਾਂਜੀ ਢੋਲਕ ਵਜਾਉਣੀ ਆਉਂਦੀ। ਅੱਛਾ ਆਉਂਦੀ ਆ ਢੋਲਕ ਵਜਾਉਣੀ, ਢੋਲਕ ਵਜਾ ਕੇ ਦਿਖਾ। ਇੱਕ ਢੋਲਕ ਪਈ ਸੀਗੀ, ਮੈਂ ਢੋਲਕ ਗਲ ਚ ਪਾ ਲਈ ਜੀ, ਦਾੜਦਾ ਮਤਲਬ ਮੈਨੂੰ 3-4 ਤਾਲ ਆਉਂਦੇ ਸੀਗੇ ਢੋਲਕ ਦੇ, ਵਜਾਉਣੇ ਸ਼ੁਰੂ ਕਰਤੇ। ਬੜੇ ਗਾਰਗੀ ਸਾਹਿਬ ਖੁਸ਼, ਕਹਿੰਦੇ ਢੋਲਕ ਵਜਾਉਂਦਾ, ਕਹਿੰਦੇ ਤੈਨੂੰ ਨੱਚਣਾ ਆਉਂਦਾ? ਮੈਂ ਕਿਹਾ ਹਾਂਜੀ। ਕਹਿੰਦੇ ਨੱਚ ਕੇ ਦਿਖਾ। ਮੈਂ ਜੀ ਭੰਗੜੇ ਦੇ ਸਟੈਪ ਜਿਹੜੇ ਸੀਗੇ ਜੀ, ਭੰਗੜਾ ਮਤਲਬ ਕਿ 10 ਮਿੰਟ ਭੰਗੜਾ ਪਾਉਂਦਾ। ਮਤਲਬ ਕਿ ਮੇਰੀ ਅੱਧਾ ਪੌਣਾ ਘੰਟਾ ਇੰਟਰਵਿਊ ਹੋਈ ਤੇ ਗਾਰਗੀ ਸਾਹਿਬ ਨੂੰ ਦੇਖਿਆ ਕਿ ਬੜੇ ਹੱਸ ਰਹੇ, ਮਤਲਬ ਮੇਰੀ ਇੰਟਰਵਿਊ ਖਤਮ ਹੋ ਗਈ। ਪਰ ਮੇਰੇ ਮਨ ਚ ਧਾਲੀਵਾਲ ਇਹ ਸੀਗਾ ਕਿ ਉਦੋਂ ਉੱਥੇ ਕਨਵੈਂਟ ਸਕੂਲ ਦੇ ਪੜ੍ਹੇ ਹੋਏ ਬੱਚੇ ਆਏ ਸੀ ਚੰਡੀਗੜ੍ਹ ਚ, ਕਾਰਾਂ ਵਿੱਚ ਉਹਨਾਂ ਦੇ ਮਾਪਿਓ ਛੱਡ ਕੇ ਗਏ ਸੀਗੇ। ਮੈਂ ਇੱਕ ਪਛੜੇ ਇਲਾਕੇ ਦਾ, ਬਰਨਾਲੇ ਦਾ, ਜਿਹਨੂੰ ਕਿ ਆਪਣੇ ਅੰਗਰੇਜ਼ੀ ਦੇ ਵਿੱਚ ਆਪਣੇ ਨਾਂ ਨਹੀਂ ਸੀ ਲਿਖਣਾ ਆਉਂਦਾ, ਅੰਗਰੇਜ਼ੀ ਵਿੱਚ ਮੈਂ ਆਪਣਾ ਨਾਮ ਨਹੀਂ ਸੀ ਲਿਖ ਸਕਦਾ ਮਤਲਬ ਕਿ। ਤੇ ਇਸ ਕਿਸਮ ਜਦੋਂ ਮੈਂ ਦੂਜੇ ਦਿਨ ਗਿਆ ਤਾਂ ਆਈ ਵਾਸ ਵਿੱਚ ਜਾਣ ਕੇ ਮੇਰਾ 6ਵੇਂ-7ਵੇਂ ਨੰਬਰ ਉੱਤੇ ਨਾਂ ਗਿਆ ਸੀ ਉੱਤੇ ਇੰਡੀਅਨ ਥੀਏਟਰ ਸਿਲੈਕਸ਼ਨ ਦੇ ਵਿੱਚ। ਲੇਕਿਨ ਮੇਰੇ ਵਾਸਤੇ ਬੜੀ ਸਕਾਲਰਸ਼ਿਪ ਮੈਨੂੰ ਨਾ ਮਿਲਣ ਕਰਕੇ ਮੈਂ ਮਨ ਦੇ ਵਿੱਚ ਇਹ ਧਾਰ ਲਿਆ ਕਿ ਹੁਣ ਮੈਂ ਮੁੜ ਕੇ ਨਹੀਂ ਜਾਣਾਗਾ, ਚਾਹੇ ਇੱਥੇ ਮਰ ਜਾਊਗਾ, ਪਰ ਮੈਂ ਇਹ ਮਤਲਬ ਕਿ ਜਿਹੜਾ ਕੋਰਸ ਹੈ ਕਰਕੇ ਜਾਊਂ। ਸੋ ਉਸ ਤੋਂ ਬਾਅਦ ਸਾਹਿਬ ਨੇ ਜਿਹੜਾ ਸੀਗਾ ਉਹਨਾਂ ਦੇ ਨਾਲ, ਉਹਨਾਂ ਦੇ ਰਹਿ ਕੇ ਸਾਡੇ ਨਾਲ ਉਸ ਵੇਲੇ ਬੈਚ ਦੇ ਵਿੱਚ ਜਿਹੜੇ ਸੀਗੇ ਬੌਬੀ ਗਰੇਵਾਲ ਸੀਗਾ ਮੇਰੇ ਨਾਲ, ਮੇਰਾ ਬੈਚਮੇਟ ਸੀ। ਕਿਰਨ ਖੇਰ ਜਿਹੜੀ ਸੀਗੀ, ਸ਼ੀ ਵਾਜ਼ ਮਾਈ ਬੈਚਮੇਟ। ਔਰ ਉਸ ਤੋਂ ਬਾਅਦ ਰਵੀ ਸ਼ਰਮਾ ਜਿਹੜਾ ਪਿੱਛੇ ਜੇ ਐਕਸਪਾਇਰ ਹੋ ਗਿਆ, ਮਤਲਬ ਕਿ NST ਬਾਅਦ ਚ ਆਇਆ, ਉਹ ਮੇਰਾ ਕਲਾਸਮੇਟ ਸੀਗਾ। ਸੋ ਇਸ ਕਰਕੇ ਸਾਰੇ, ਕਮਲ ਤਿਵਾੜੀ, ਇਹ ਸਾਰੇ ਅਸੀਂ ਮਤਲਬ ਕਿ ਇੱਕ ਜਿਹੜੇ ਸੀਗੇ ਬੈਚਮੇਟ ਸੀ। ਤੇ ਉੱਥੇ ਗਾਰਗੀ ਸਾਹਿਬ ਨੇ ਪਹਿਲੀ ਗੱਲ ਤਾਂ ਮੇਰੇ ਜਿਹੜਾ ਸੀਗਾ, ਗਾਰਗੀ ਸਾਹਿਬ ਮੇਰੇ ਤੇ ਕੋਈ ਬਹੁਤੇ ਖੁਸ਼ ਨਹੀਂ ਸੀ ਹੁੰਦੇ, ਉਹ ਨਾਰਾਜ਼ ਰਹਿੰਦੇ ਸੀ ਮੇਰੇ ਤੇ। ਮੈਂ ਉਹ ਇਸ ਕਰਕੇ ਨਾਰਾਜ਼ ਮੇਰੇ ਤੇ ਇਸ ਕਰਕੇ ਰਹਿੰਦੇ ਸੀਗੇ ਕਿਉਂਕਿ ਮੈਂ ਹਰ ਗੱਲ ਦੇ ਵਿੱਚ ਲੱਭਦਾ ਸੀ, ਤਾਂ ਉਹਦੇ ਵਿੱਚੋਂ ਵੀ ਉਹ ਇੰਟਰਪ੍ਰੀਟੇਸ਼ਨ ਇਹ ਲੱਭਦਾ ਸੀਗਾ ਕਿ ਇਹ ਜਿਹੜਾ ਹੈਗਾ, ਇਹਦੇ ਵਿੱਚ ਇਹ ਜਿਹੜਾ ਕਰੈਕਟਰ ਹੈਗਾ, ਇਹ ਗਰੀਬਾਂ ਦਾ ਸ਼ੋਸ਼ਣ ਕਰ ਰਿਹਾ ਹੈ, ਇਹ ਮਤਲਬ ਉਹਦੀ ਐਕਸਪਲੋਇਟੇਸ਼ਨ ਕਰ ਰਿਹਾ ਹੈ। ਉਹਨਾਂ ਨੇ ਬੜੀ ਮੁਸ਼ਕਲ ਦੇ ਨਾਲ ਮੇਰੇ ਦਿਮਾਗ ਦੇ ਵਿੱਚੋਂ ਇਹ ਕੱਢਿਆ ਕਿ ਤੂੰ ਇੱਥੇ ਕੀ ਬਣਨਾ ਹੈ, ਕਮਿਊਨਿਸਟ ਬਣਨਾ ਆਏਗਾ ਜਾਂ ਕਲਾਕਾਰ ਬਣਨਾ ਆਏਗਾ? ਮੈਂ ਕਿਹਾ ਜੀ ਮੈਂ ਕਲਾਕਾਰ ਬਣਨਾ ਹੈ। ਕਹਿੰਦਾ ਜੇ ਕਲਾਕਾਰ ਬਣਨਾ ਹੈ ਤਾਂ ਕਮਿਊਨਿਜ਼ਮ ਨੂੰ ਇੱਕ ਪਾਸੇ ਧਰ ਦੇ, ਪਹਿਲਾਂ ਇਹ ਸਿੱਖ, ਕਹਿੰਦਾ ਮਤਲਬ। ਸੋ ਉਹ ਜਿਹੜਾ ਜ਼ਿਆਦਾ, ਉਹ ਜਿਹੜਾ ਮਤਲਬ ਕਿ ਸੀਗਾ ਉਹਨਾਂ ਦਾ ਜਿਹੜਾ ਮਤਲਬ ਕਿ ਮੇਰਾ ਡਾਇਵਰਟ ਕਰਨਾ, ਫਿਰ ਉੱਥੇ ਉਹਨਾਂ ਦੀਆਂ ਨਾਟਕਾਂ ਦੀਆਂ ਪ੍ਰੋਡਕਸ਼ਨਾਂ ਵਿੱਚ ਹਿੱਸਾ ਲੈਣਾ ਜਿਹੜਾ ਸਾਰਾ ਸੀਗਾ, ਉਹ ਹੌਲੀ ਹੌਲੀ ਕਿਤੇ ਨਾ ਕਿਤੇ ਮੈਨੂੰ ਜਿਹੜਾ ਸੀਗਾ ਉਹ ਥੋੜੀ ਜਾਣਕਾਰੀ, ਨਾਟਕਕਾਰਾਂ ਦੇ ਨਾਂ ਜਿਹੜੇ ਸੀਗੇ ਪਤਾ ਲੱਗਣੇ ਸ਼ੁਰੂ ਹੋਏ। ਹੌਲੀ ਹੌਲੀ ਉੱਥੇ ਸਾਡੇ, ਤੁਸੀਂ ਉੱਥੇ ਕਿਹੜੇ ਨਾਟਕ ਫਿਰ ਉਹਨਾਂ ਦੇ ਨਾਲ ਖੇਡੇ ਗਾਰਗੀ ਸਾਹਿਬ ਨਾਲ? ਤੁਸੀਂ ਬੜੇ ਹੈਰਾਨ ਹੋਵੋਗੇ ਕਿ ਅਸੀਂ 1 ਸਾਲ ਦੇ ਵਿੱਚ 8 ਪ੍ਰੋਡਕਸ਼ਨਾਂ ਕੀਤੀਆਂ ਸੀਗੀਆਂ ਜੀ। 8 ਪ੍ਰੋਡਕਸ਼ਨਾਂ 1 ਸਾਲ ਦੇ ਵਿੱਚ ਕਰਨੀਆਂ, ਮਤਲਬ ਕਿ ਇਹ ਮੇਰਾ ਖਿਆਲ ਹੈ ਕਿ ਬਹੁਤ ਵੱਡੀ ਗੱਲ ਹੈ। ਮੇਰਾ ਖਿਆਲ ਹੈ ਕਿਤੇ ਵੀ ਪ੍ਰੋਡਕਸ਼ਨਾਂ ਨਹੀਂ ਹੁੰਦੀਆਂ ਹੈਗੀਆਂ। ਲੇਕਿਨ ਕਿਹੜੀਆਂ ਸੀ? ਉਹ ਸਭ ਤੋਂ ਜਿਹੜੀ ਪਹਿਲੀ ਪ੍ਰੋਡਕਸ਼ਨ ਸੀਗੀ, ਉਹ ਉਹਨਾਂ ਨੇ ਆਪਣਾ ਗਾਰਗੀ ਸਾਹਿਬ ਨੇ ਯੂਜੀਨ ਆਇਨੈਸਕੋ ਦੀ ਦਾ ਚੇਅਰਸ ਐਂਡ ਦਾ ਲੈਸਨ ਜਿਹੜੀ ਸੀਗੀ, ਜਿਹੜੇ ਸੀਗੇ ਪਲੇ, ਉਹਨਾਂ ਨੇ ਮਤਲਬ ਕਿ ਇਨਡੋਰ ਸਟੂਡੀਓ ਦੇ ਵਿੱਚ ਕੀਤੇ, ਦਾ ਚੇਅਰਸ ਐਂਡ ਦਾ ਲੈਸਨ। ਔਰ ਇਹਦੇ ਵਿੱਚ ਕਿਰਨ ਖੇਰ ਔਰ ਰਵੀ ਨੇ ਜਿਹੜਾ ਸੀ, ਰਵੀ ਸ਼ਰਮਾ ਤੇ ਜਿਹੜਾ ਸੀ ਜੈ ਸ਼੍ਰੀ ਮਾਗੋ, ਇਹਨਾਂ ਨੇ ਰੋਲ ਕੀਤੇ। ਔਰ ਉਸ ਤੋਂ ਬਾਅਦ ਫਿਰ ਕੁਮਾਰ ਵਰਮਾ ਜਿਹੜੇ ਸੀਗੇ, ਉਹਨਾਂ ਦਿਨਾਂ ਦੇ ਵਿੱਚ ਉੱਥੋਂ ਮਤਲਬ ਕਿ ਐਜ਼ ਏ ਲੈਕਚਰਰ ਆ ਗਏ ਸੀਗੇ, ਤੇ ਉਹਨਾਂ ਨੇ ਫਿਰ ਜਿਹੜਾ ਸੀਗਾ ਨਾਟਕ ਦਾ ਡਾਲਸ ਹਾਊਸ, ਹੈਨਰਿਕ ਇਬਸਨ ਦਾ ਜਿਹੜਾ ਸੀਗਾ, ਉਹ ਡਾਲਸ ਹਾਊਸ ਨਾਟਕ ਜਿਹੜਾ ਸੀਗਾ ਉਹ ਉਹਨਾਂ ਨੇ ਖੇਡਿਆ। ਉਸ ਤੋਂ ਬਾਅਦ MK ਰੈਨਾ ਜਿਹੜੇ ਸੀਗੇ ਉਹ ਆਏ ਦਿੱਲੀ ਤੋਂ, ਉਹਨਾਂ ਨੇ ਸਾਡੇ ਨਾਲ ਘੋਸਟ ਜਿਹੜਾ ਪਲੇ ਸੀਗਾ, ਘੋਸਟ ਪਲੇ ਕੀਤਾ। ਉਸ ਤੋਂ ਬਾਅਦ ਯਾਤਰਿਕ ਗਰੁੱਪ ਦੀ ਡਾਇਰੈਕਟਰ ਜੋਏ ਮਾਈਕਲ ਜੀ ਜਿਹੜੇ ਹੈਗੇ ਨੇਗੇ, ਉਹ ਮਤਲਬ ਕਿ ਆਏ, ਤੇ ਉਹਨਾਂ ਦਿਨਾਂ ਦੇ ਵਿੱਚ ਜਿਹੜਾ ਸੀਗਾ ਉਹ ਬੰਗਲਾਦੇਸ਼ ਜਿਹੜਾ ਸੀਗਾ ਉਹ ਬਲਕਿ ਬਣ ਚੁੱਕਾ ਸੀਗਾ। ਤਾਂ ਉਹ ਜਿਹੜੇ ਬੰਗਲਾਦੇਸ਼ ਦੇ ਲੋਕ ਇੱਧਰੋਂ ਆਏ ਸੀਗੇ ਜਾਂ ਉਹਨਾਂ ਨਾਲ ਕੀ ਹੋਇਆ ਸੀਗਾ, ਉਹਨਾਂ ਨੇ ਇੱਕ ਇੰਪਰੋਵਾਈਜ਼ ਜਿਹੜੀ ਸੀਗੀ ਕਲਾਸ ਕੀਤੀ ਸੀ, ਅੱਧੇ ਪੌਣੇ ਘੰਟੇ ਦੀ, ਕਿ ਤੁਸੀਂ ਮਹਿਸੂਸ ਕਰੋ ਕਿ ਕਿਸ ਤਰ੍ਹਾਂ ਜਿਹੜੇ ਨੇ ਉਹ ਬੰਗਲਾ ਲੋਕ ਆ ਰਹੇ। ਉਹ ਉਹਨਾਂ ਨਾਲ ਸੀ ਅੱਧਾ ਪੌਣਾ ਘੰਟਾ ਦੀ ਵਰਕਸ਼ਾਪ ਜਿਹੜੀ ਸੀ। ਉਸ ਤੋਂ ਬਾਅਦ ਉਸ ਨੂੰ ਜਿਹੜੀ ਸੀਗੀ ਪਰਫਾਰਮੈਂਸ ਨੂੰ ਦੇਖ ਕੇ ਜਿਹੜਾ ਸੀਗਾ ਉਹ ਜੋਏ ਮਾਈਕਲ ਨੇ ਮੈਨੂੰ ਇੱਕ ਦਿਨ ਕਹਿਣ ਲੱਗੀ, ਕਹਿੰਦੇ ਤੈਨੂੰ ਕੋਈ ਇਸ ਤਰ੍ਹਾਂ ਦੀ ਕਥਾ ਜਾਂ ਕੋਈ ਕਿੱਸਾ ਪਤਾ ਹੈ ਕਿ ਜਿਹੜਾ ਕਿ ਮਤਲਬ ਕਿ ਆਪਾਂ ਨਾਟਕ ਖੇਡ ਸਕੀਏ? ਤਾਂ ਮੈਂ ਕਿਹਾ ਹਾਂਜੀ। ਕਹਿੰਦੀ ਕੀ? ਮੈਂ ਕਿਹਾ ਜੀ ਮੈਂ ਇੱਕ ਨਾਟਕ ਵੀ ਦੇਖਿਆ ਹੋਇਆਗਾ ਇਹ, ਤੇ ਇਹ ਮਤਲਬ ਕਿ ਜਿਹੜਾ ਹੈਗਾ ਇਹ ਰੂਪ ਬਸੰਤ ਹੈ, ਰੂਪ ਬਸੰਤ ਦਾ ਕਿੱਸਾ ਹੈ। ਉਹ ਮੈਂ ਰੂਪ ਬਸੰਤ ਦੀ ਕਹਾਣੀ ਜੋਏ ਮਾਈਕਲ ਜੀ ਨੂੰ ਸੁਣਾਈ ਤਾਂ ਉਹਨਾਂ ਨੂੰ ਬੜੀ ਪਸੰਦ ਆਈ।
ਉਹ ਰੂਪ ਬਸੰਤ ਦੀ ਜਿਹੜੀ ਕਥਾ ਜਿਹੜੀ ਸੀਗੀ ਉਹਨਾਂ ਨੂੰ ਅਸੀਂ ਸਾਰੇ ਸਟੂਡੈਂਟ ਨੇ ਇੰਪਰੋਵਾਈਜ਼ ਕੀਤਾ। ਯਾਨੀ ਕਿ ਹਾਂ ਉਹ ਸਾਰੀ ਕਥਾ ਨੂੰ ਅਲੱਗ-ਅਲੱਗ ਕੈਰੈਕਟਰ ਬਣ ਕੇ, ਕਮਲ ਤਿਵਾੜੀ ਸੀ ਉਹ ਚ ਬਣਿਆ, ਮਤਲਬ ਕਿ ਰਾਜਾ ਬਣਿਆ, ਏਦਾਂ ਬਣਿਆ, ਫਿਰ ਸਾਰੇ ਵਿੱਚ ਅਲੱਗ-ਅਲੱਗ ਪਾਤਰ ਬਣੇ ਸਾਰੇ ਜਿਹੜੇ ਸੀਗੇ, ਤੇ ਜਿਹੜੀ ਸੀਗੀ ਕਿਰਨ ਸੀਗੀ ਉਹ ਮਤਲਬ ਕਿ ਰਾਣੀ ਬਣੀ, ਮਤਲਬ ਕਿ ਇਸ ਤਰ੍ਹਾਂ ਸਾਰੇ ਕਰਕੇ ਅਸੀਂ ਉਹ ਪਰਫਾਰਮੈਂਸ ਤਿਆਰ ਕਰਕੇ ਤਾਂ ਉਹ ਅਸੀਂ ਉੱਥੇ ਜੀ ਓਪਨ ਏਅਰ ਥੀਏਟਰ ਜਿਹੜਾ ਆਪਣਾ ਇੰਡੀਅਨ ਥੀਏਟਰ ਜਿਹੜਾ ਹੈਗਾ ਬਾਹਰ, ਉੱਥੇ ਉਹ ਖੇਡੀ ਜੀ। ਗਾਰਗੀ ਸਾਹਿਬ ਨੇ ਜਦੋਂ ਉਹ ਦੇਖੀ ਨਾ ਪਰਫਾਰਮੈਂਸ, ਤਾਂ ਹੀ ਵਾਸ ਸੋ ਇੰਸਪਾਇਰਡ ਕਿ ਯਾਰ ਮੇਰੇ ਸਟੂਡੈਂਟ ਨੇ ਦੇਖੋ ਇਹ ਮਤਲਬ ਕਿ ਇੰਪਰੋਵਾਈਜ਼ ਕਰਕੇ ਇਹਨਾਂ ਨੇ ਆਪਣੇ ਆਪ ਹੀ ਡਾਇਲੋਗ ਕਰ ਰਹੇ ਨੇ, ਆਪਣੇ ਆਪ ਹੀ ਸਭ ਕੁਝ ਕਰ ਲਿਆ, ਮਤਲਬ ਕਿ ਹਾਊ ਦੇ ਆਰ ਕਰ ਲਿਆ। ਹੀ ਵਾਸ ਸੋ ਇੰਸਪਾਇਰਡ ਕਿ ਉਹਨਾਂ ਨੇ ਉਸ ਤੋਂ ਬਾਅਦ ਮਿਰਜ਼ਾ ਸਾਹਿਬਾ ਜਿਹੜਾ ਸੀਗਾ ਨਾਟਕ ਖੇਡਣ ਦਾ ਫੈਸਲਾ ਕੀਤਾ। ਔਰ ਮਿਰਜ਼ਾ ਸਾਹਿਬਾ ਜਿਹੜਾ ਨਾਟਕ ਹੈ ਧਾਲੀਵਾਲ ਸਾਹਿਬ, ਉਹਨਾਂ ਅਸੀਂ ਜਿਹੜਾ ਸੀਗਾ ਉਹ ਖੁੱਡਾ ਲੋਹਾਰਾ, ਚੰਡੀਗੜ੍ਹ ਦੇ ਨਾਲ ਇੱਕ ਪਿੰਡ ਹੈ ਖੁੱਡਾ ਲੋਹਾਰਾ, ਉੱਥੇ ਅਸੀਂ 7 ਦਿਨ ਜਿਹੜਾ ਸੀਗਾ ਉਹ ਨਾਟਕ ਮਤਲਬ ਕਿ ਖੁੱਡੇ ਲੋਹਾਰੇ 'ਚ ਖੇਡਿਆ। ਤੇ ਉਹ ਨਾਟਕ ਵੀ ਜਿਹੜਾ ਸੀਗਾ ਸਾਰੇ ਸਟੂਡੈਂਟ ਨੇ ਇੰਪਰੋਵਾਈਜ਼ ਕੀਤਾ ਸੀਗਾ। ਉਹ ਡਾਇਲੋਗ ਆਪ ਲਿਖੇ, ਆਪ ਬੋਲੇ, ਜੋ ਮਨ ਤੇ ਆਉਂਦਾ ਸਾਰਾ ਇੰਪਰੋਵਾਈਜ਼ ਕੀਤਾ। ਔਰ ਮੈਂ ਉੱਥੇ ਲੋਹਾਰੇ ਖੁੱਡੇ ਪਿੰਡ ਦੇ ਵਿੱਚ ਜਾ ਕੇ ਦਿਨੇ ਗਲ 'ਚ ਢੋਲਕ ਪਾ ਲੈਂਦਾ ਸੀਗਾ ਤੇ ਢੋਲਕ ਵਜਾ ਕੇ ਸਾਰੇ ਪਿੰਡ ਹੋਕਾ ਮਾਰ ਕੇ ਆਉਂਦਾ ਸੀਗਾ ਵੀ ਅੱਜ ਫਲਾਣੇ ਸਰਪੰਚ ਦੇ ਘਰੇ ਜਿਹੜਾ ਹੈਗਾ ਇਹ ਰੂਪ ਬਸੰਤ ਦਾ ਕਿੱਸਾ ਦਿਖਾਇਆ ਜਾਣਾ ਹੈਗਾ ਤੇ ਤੁਸੀਂ ਸਾਰੇ ਉੱਥੇ ਆਓ। ਉਹ ਸ਼ਾਮ ਨੂੰ ਸਾਰੇ ਲੋਕ ਰਾਤ ਨੂੰ 6-7 ਵਜੇ 7-8 ਵਜੇ ਲੋਕ ਜੋ ਦਿਨ ਛਪਦਾ ਸੀਗਾ ਉੱਥੇ ਪਿੰਡ ਦੇ ਲੋਕ ਆ ਜਾਂਦੇ ਤੇ ਅਸੀਂ ਜਿਹੜਾ ਸੀਗਾ ਉਹ ਮਤਲਬ ਕਿ ਰੂਪ ਬਸੰਤ ਜਾਂ ਮਿਰਜ਼ਾ ਸਾਹਿਬਾ ਨਾਟਕ ਜਿਹੜਾ ਸੀਗਾ ਉਹ ਅਸੀਂ ਕਰਦੇ। ਉਹਦੇ ਵਿੱਚ ਅਨੁਪਮ ਖੇਰ ਨੇ ਵੀ ਛੋਟਾ ਜਿਹਾ ਮਤਲਬ ਕਿ ਰੋਲ ਕੀਤਾ ਸੀਗਾ। ਔਰ ਉਸ ਤੋਂ ਬਾਅਦ ਸੂਤਰਧਾਰ ਦਾ ਰੋਲ ਜਿਹੜਾ ਸੀਗਾ ਉਹ ਮਤਲਬ ਕਿ ਮੈਂ ਗਾਉਂਦਾ ਸੀਗਾ। ਔਰ ਜਿਹੜੀ ਸਾਡੀ ਲਾਸਟ ਪ੍ਰੋਡਕਸ਼ਨ ਜਿਹੜੀ ਸੀ ਉਹਦੇ ਵਿੱਚ ਇੱਕ ਹੋਰ ਵੀ ਛੋਟੀ ਜਿਹੀ ਪ੍ਰੋਡਕਸ਼ਨ ਹੋਈ ਸੀਗੀ, ਛੋਟੀ ਜਿਹੀ ਪ੍ਰੋਡਕਸ਼ਨ ਮਤਲਬ ਕਿ ਉਹ ਇੰਨੀ ਸਟੂਡੈਂਟ ਨੇ ਕੀਤੀ ਸੀਗੀ। ਲੇਕਿਨ ਲਾਸਟ ਪ੍ਰੋਡਕਸ਼ਨ ਜਿਹੜੀ ਸੀਗੀ ਸਭ ਤੋਂ ਵੱਡੀ ਪ੍ਰੋਡਕਸ਼ਨ ਜਿਹੜੀ ਸੀਗੀ ਉਹ ਸੀਗੀ ਗਾਰਗੀ ਸਾਹਿਬ ਦੀ ਕਣਕ ਦੀ ਬੱਲੀ, ਜਿਹਨੂੰ ਬਾਬਾ ਬੀਬੀ ਕਰੰਤ ਸਾਹਿਬ ਜਿਹੜੇ ਸੀਗੇ ਜਦੋਂ ਉੱਥੇ ਆਏ, ਮਤਲਬ ਕਿ ਮੈਂ ਬੜਾ ਹੈਰਾਨ ਸੀ ਕਰੰਤ ਸਾਹਿਬ ਨੂੰ ਮਿਲ ਕੇ। ਮਤਲਬ ਕਿ ਉਹ ਮਤਲਬ ਕਿ ਬੜੇ ਇੰਨੇ ਵਧੀਆ ਬੰਦੇ, ਉਹ ਮੇਰੇ ਨਾਲ ਹੋਸਟਲ ਹੁੰਦਾ ਸੀ, 21 ਨੰਬਰ ਕਮਰਾ, ਮੇਰੇ ਨਾਲ ਆ ਜਾਂਦੇ ਸੀਗੇ ਤੇ ਮੈਨੂੰ ਉਹਨਾਂ ਨੇ ਉੱਥੇ ਗੁੱਬੀ ਥੀਏਟਰ ਬਾਰੇ ਬੜੀਆਂ ਗੱਲਾਂ ਕਰਨੀਆਂ। ਮੈਨੂੰ ਗੁੱਬੀ ਥੀਏਟਰ ਦਾ ਪਤਾ ਨਹੀਂ ਸੀ ਹੁੰਦਾ ਗੁੱਬੀ ਥੀਏਟਰ ਕੀ ਹੁੰਦਾ ਹੈਗਾ। ਉਹ ਕਹਿੰਦੇ ਸੀ ਮੈਂ ਗੁੱਬੀ ਥੀਏਟਰ ਦੇ ਵਿੱਚ ਕੰਮ ਕਰਦਾਗਾ, ਮੇਰਾ ਸਾਰਾ ਸੀਗਾ। ਤੇ ਉਹ ਮੈਂ ਉਹਨਾਂ ਨੂੰ ਬੜਾ ਮੈਂ ਨਿਰਾਸ਼ ਹੋ ਕੇ ਕਈ ਵਾਰੀ ਗੱਲਾਂ ਕਰਨੀਆਂ ਕਿ ਜੀ ਮੇਰੇ ਕੋਲੇ ਚੰਗੇ ਕੱਪੜੇ ਨਹੀਂ ਹੈਗੇ ਪਾਉਣ ਨੂੰ, ਮੇਰੇ ਕੋਲ ਇਹ ਨਹੀਂ ਹੈਗੇ, ਮੈਂ ਕਿਵੇਂ ਰੰਗ। ਉਹ ਕਹਿੰਦੇ ਕਿਆ ਕਰਨਾ है, कहता ये देखो मेरे पास क्या है, मेरे पास क्या है, कहता है ये देखो एक कमीज है एक पैंट है, कहता मैं इससे खुश हूँ, कहता बस और क्या करने, कपड़े क्या करने हैं, कहता ਇਸ ਤਰ੍ਹਾਂ ਬੋਲ। ਸੋ ਉਹਨਾਂ ਨੇ ਜਦੋਂ ਮਤਲਬ ਕਿ ਕਣਕ ਦੀ ਬੱਲੀ ਨਾਟਕ ਕੀਤੀ ਤਾਂ ਸਾਨੂੰ ਉਹ 1 ਦਿਨ ਪਹਿਲਾਂ 2 ਦਿਨ ਪਹਿਲਾਂ ਮੇਲਾ ਦਿਖਾਉਣ ਲੈ ਗਏ ਜੀ। ਮੇਲਾ ਦਿਖਾਉਣ ਲੈ ਗਏ, ਅਸੀਂ ਮੇਲਾ ਦੇਖ ਕੇ ਆਏ ਜੀ, ਮੇਲੇ ਦੇ ਵਿੱਚ ਕਿਵੇਂ ਹੁੰਦੇ ਨੇ। ਫਿਰ ਉੱਥੇ ਆ ਕੇ ਸਾਨੂੰ ਪੁੱਛਿਆ ਕਿ ਮੇਲੇ 'ਚ ਉਹ ਬੰਦੇ ਕਿਵੇਂ ਬੋਲਦੇ ਸੀਗੇ, ਕਿਵੇਂ ਬਿਹੇਵ ਕਰਦੇ ਸੀਗੇ, ਕਿਸ ਤਰ੍ਹਾਂ ਕਰਦੇ ਸੀਗੇ। ਫਿਰ ਉਹਨਾਂ ਨੇ ਸਾਨੂੰ ਕਾਸਟਿੰਗ ਕੀਤੀ ਤੇ ਜਿਹੜਾ ਸੀਗਾ ਉਹ ਉਹਨਾਂ ਦਿਨਾਂ ਦੇ ਵਿੱਚ ਹੀ ਸਾਡੇ ਇੱਥੇ ਉਹਨਾਂ ਦਿਨਾਂ ਦੇ ਵਿੱਚ ਪਹਿਲੀ ਵਾਰੀ ਜੈਪਨੀਜ਼ ਨੋ ਪਲੇ ਆਇਆ ਸੀਗਾ ਚਾਈਨਾ ਤੋਂ। ਉਹ ਜਿਹੜਾ ਸੀਗਾ ਉਹ ਸਾਨੂੰ ਦਿਖਾਉਣ ਵਾਸਤੇ ਸਾਰੇ ਸਟੂਡੈਂਟ ਨੂੰ ਚੰਡੀਗੜ੍ਹ ਕਾਰਾਂ ਸਾਹਿਬ ਇੱਥੇ ਦਿੱਲੀ ਲੈ ਆਏ ਜੀ। ਅਸੀਂ ਜੀ ਮਤਲਬ ਕਿ ਉਹ ਜਿਹੜਾ ਜੈਪਨੀਜ਼ ਨੋ ਪਲੇ ਦੇਖਿਆ ਸੀ ਤੇ ਅਸੀਂ ਇੰਨੇ ਪ੍ਰਭਾਵਿਤ ਹੋਏ। ਹਾਂ, ਉਹ ਮੈਨੂੰ ਯਾਦ ਆ ਗਿਆ ਜਿਹੜੀ ਪਰਫਾਰਮੈਂਸ ਸੀਗੀ ਉਹ ਜੋ ਅਸੀਂ ਉੱਥੇ ਜੈਪਨੀਜ਼ ਨੋ ਪਲੇ ਦੇਖਿਆ, ਉਹ ਕਿਵੇਂ ਏਦਾਂ ਹੌਲੀ ਹੌਲੀ ਚੱਲਦੇ ਸੀਗੇ, ਉਹ ਮਤਲਬ ਕਿ ਤੁਮ ਕਰਕੇ ਬੰਸੀ ਵਜਾ ਕੇ ਕਿਸ ਤਰ੍ਹਾਂ ਮਤਲਬ ਕਿ ਏਦਾਂ ਕਰਕੇ ਮੂਵਮੈਂਟ ਕਰਦੇ ਸੀਗੇ। ਅਸੀਂ ਸਾਰਿਆਂ ਨੇ ਇੰਪਰੋਵਾਈਜ਼ ਕਰਕੇ ਉਹਦੀ ਜਾ ਕੇ ਉੱਥੇ ਪਰਫਾਰਮੈਂਸ ਕੀਤੀ ਔਰ ਉਹ ਘੰਟੇ ਦੀ ਪਰਫਾਰਮੈਂਸ ਅਸੀਂ ਕੀਤੀ ਜਾ ਜੀ ਓਪਨ ਏਅਰ ਥੀਏਟਰ। that was also a performance। ਸੋ ਕਣਕ ਦੀ ਬੱਲੀ ਜਿਹੜਾ ਸੀਗਾ ਇਹ ਸਾਡੀ ਮਤਲਬ ਕਿ ਉਸ ਬੈਚ ਦੀ ਮਤਲਬ ਕਿ ਤੁਸੀਂ ਇਹ ਦੇਖ ਲਓ ਕਿ ਇੱਕ ਸਾਲ ਦੇ ਵਿੱਚ 6-7-8 ਪ੍ਰੋਡਕਸ਼ਨਾਂ ਸੀ। ਮਤਲਬ ਕਿ ਇੱਥੋਂ ਫਿਰ ਵਰਿਆਮ ਜੀ ਤੁਸੀਂ ਜਦੋਂ ਪਾਸ ਆਊਟ ਹੋ ਗਏ ਫਿਰ ਕੀ ਸੋਚਿਆ ਕਿ ਹੁਣ ਮੈਂ ਕੋਈ ਨੌਕਰੀ ਕਰਨੀ ਹੈ ਜਾਂ ਕਿਵੇਂ, ਫਿਰ ਅਗਲਾ ਪੜਾਅ ਕੀ ਸੀ? ਨਹੀਂ ਜੀ, ਬਿਲਕੁਲ ਨਹੀਂ ਸੀਗਾ, ਨੌਕਰੀ ਬਾਰੇ ਬਿਲਕੁਲ ਨਹੀਂ ਸੀ ਮੇਰੇ ਮਨ ਦੇ ਵਿੱਚ, ਨੌਕਰੀ ਨਹੀਂ ਸੀ ਕਰਨਾ ਚਾਹੁੰਦਾ। ਲੇਕਿਨ ਮੇਰੇ ਮਨ 'ਚ ਇਸ ਵੇਲੇ ਧਾਲੀਵਾਲ ਜੀ ਦਿਮਾਗ 'ਚ ਮੇਰੇ ਇਹ ਗੱਲ ਆ ਗਈ ਸੀਗੀ ਕਿ ਮੈਂ ਰੰਗਮੰਚ ਕਰਨਾ ਹੈ, ਨਾਟਕ ਕਰਨਾ ਹੈ। ਪਰ ਉਹਨਾਂ ਦਿਨਾਂ ਦੇ ਵਿੱਚ ਰੰਗਮੰਚ ਕਰਨ ਵਾਸਤੇ ਕੋਈ ਰਾਹ ਨਹੀਂ ਸੀ ਲੱਭਦਾ। ਰਾਹ ਤਾਂ ਹੁਣ ਵੀ ਲੱਭਦਾ ਹੈਗਾ ਵੈਗਾ, ਰਾਹ ਲੱਭਣੇ ਪੈਂਦੇ ਨੇਗੇ, ਪਰ ਮਤਲਬ ਕਿ ਉਹਨਾਂ ਦਿਨਾਂ ਦੇ ਵਿੱਚ ਕੋਈ ਮਤਲਬ ਕਿ ਪੈਸਾ ਨਹੀਂ ਸੀ, ਮੇਰੇ ਕੋਲ ਰਹਿਣ ਨੂੰ ਕੋਈ ਜਗ੍ਹਾ ਨਹੀਂ ਸੀ ਚੰਡੀਗੜ੍ਹ 'ਚ। ਕਿਰਾਏ ਦੇ ਮਕਾਨ ਤੇ ਕਿਰਾਇਆ ਵੀ ਮਕਾਨ ਦਾ ਦੇਣਾ ਬੜਾ ਔਖਾ ਸੀਗਾ।
ਮੈਂ ਫਿਰ ਕੀ ਕੀਤਾ ਕਿ ਮੈਂ ਉੱਥੇ ਮਤਲਬ ਕਿ ਲੋਕਾਂ ਦੇ ਨਾਲ ਜਿਹੜਾ ਸੀਗਾ ਨਾਟਕ ਕਰਨ ਦੀ ਸੋਚੀ, ਤੇ ਉਹ ਮੈਨੂੰ ਕਹਿਣ ਜੀ ਤੇ ਮੁਫਤ ਨਾਟਕ ਜੇ ਕਰਨਾ ਤਾਂ ਕਰ ਲੈ, ਪੈਸੇ ਨਹੀਂ ਦੇ ਸਕਦੇਗੇ। ਮਤਲਬ ਕਿ ਮੈਂ ਕਿਹਾ ਮੈਂ ਤਾਂ ਘਰ ਰੋਟੀ ਖਾਣੀ ਹੈਗੀ, ਮਤਲਬ ਕਿ ਤੇ ਮੈਂ ਮਕਾਨ ਦਾ 150-200 ਰੁਪਇਆ ਕਿਰਾਇਆ ਦੇਣਾ ਹੁੰਦਾ ਸੀ ਉਸ ਇੱਕ ਕਮਰੇ ਦਾ, ਤੇ ਮੈਂ ਮੁਫਤ ਕਰਨਾ ਮੇਰੇ ਵਾਸਤੇ ਬੜਾ ਮੁਸ਼ਕਿਲ ਹੈਗਾ। ਲੇਕਿਨ ਇਹਨਾਂ ਦਿਨਾਂ ਦੇ ਵਿੱਚ ਹੀ ਰੱਬ ਦੀ ਕਿਸਮਤ ਕਹਿ ਲਓ ਕਿ ਸਟੇਟ ਡਰਾਮਾ ਰੈਪਰਟਰੀ ਕੰਪਨੀ ਜਿਹੜੀ ਸੀਗੀ ਉਹ ਯਾਨੀ ਕਿ ਉੱਥੇ ਐਡਵਰਟਾਈਜ਼ ਹੋਈ, ਖੁੱਲ ਗਈ ਸੀਗੀ ਡਰਾਮਾ ਰੈਪਰਟਰੀ ਕੰਪਨੀ, ਤੇ ਉਹਦੇ ਵਿੱਚ ਮੈਂ ਅਪਲਾਈ ਕੀਤਾ। ਤੇ ਉਹਦੇ ਵਿੱਚ ਅਸੀਂ 40 ਜਿਹੜੇ ਐਕਟਰ ਸੀਗੇ, ਗੁਰਚਰਨ ਚੰਨੀ ਹੋ ਗਿਆ ਜਾਂ ਆਪਣਾ ਵਿਜੇ ਕਸ਼ਪ ਹੋ ਗਿਆ, ਰਾਣਾ ਜੰਗ ਬਹਾਦਰ, ਡਾਕਟਰ ਸੁਨੀਤਾ ਧੀਰ, ਬਲਦੇਵ ਗਿੱਲ, ਇਹ ਸਾਰੇ ਅਸੀਂ ਚੀਮਾਂ 40 ਜਿਹੜੇ ਸੀਗੇ ਅਸੀਂ ਲੋਕ ਜਿਹੜੇ ਸੀਗੇ ਸਾਰੇ ਅਸੀਂ ਉਸ ਰੈਪਰਟਰੀ ਦੇ ਵਿੱਚ ਮਤਲਬ ਕਿ ਸਿਲੈਕਟ ਹੋ ਗਏ। ਉਹ ਜਿਹੜਾ ਦੌਰ ਸੀਗਾ ਉਹ ਦੌਰ ਇੰਨਾ ਵਧੀਆ ਸੀਗਾ ਜਿਹਦੇ ਵਿੱਚ ਅਸੀਂ ਪਹਿਲੀ ਵਾਰੀ ਨੈਸ਼ਨਲ ਸਕੂਲ ਆਫ ਡਰਾਮਾ ਦੇ ਟ੍ਰੇਨਡ ਜਿਹੜੇ ਡਾਇਰੈਕਟਰ ਸੀਗੇ ਜਾਂ ਐਕਟਰ ਸੀਗੇ ਉਹਨਾਂ ਨਾਲ ਜਦੋਂ ਕੰਮ ਕੀਤਾ, ਜਦੋਂ ਸਾਡੇ ਸਭ ਤੋਂ ਪਹਿਲਾਂ ਜਦੋਂ ਸੀਗੇ ਉਹ MK ਰਹਿਣਾ ਹੈ ਜਿਨ੍ਹਾਂ ਨੇ ਪ੍ਰਾਈ ਕੁੱਖ ਨਾਟਕ ਜਿਹੜਾ ਸੀਗਾ ਬਟੋਲ ਬ੍ਰਸ਼ ਦੀ ਜਿਹੜੀ ਸੀਗੀ ਐਡੈਪਟੇਸ਼ਨ ਕੀਤੀ, ਤੇ ਸਵਿਤੋਜ ਨੇ ਉਹਨਾਂ ਦੇ ਮਤਲਬ ਕਿ ਅਮਿਤੋਜ ਨੇ ਤੇ ਅਮਰਜੀਤ ਚੰਦਨ ਨੇ ਕੀਤਾ ਸੀ ਸਾਰੇ ਗੀਤ, ਉਹ ਕਮਲ ਤਿਵਾੜੀ ਨੇ ਮਿਊਜ਼ਿਕ ਕੀਤਾ। ਉਹ ਨਾਟਕ ਜਿਹੜਾ ਸੀਗਾ ਅਸੀਂ ਸਾਰੇ ਪੰਜਾਬ ਦੇ ਵਿੱਚ ਟੂਰ ਕੀਤਾ। ਉਸ ਤੋਂ ਬਾਅਦ ਫਿਰ ਬਲਰਾਜ ਪੰਡਤ ਜੀ ਆਏ। ਬਲਰਾਜ ਪੰਡਤ ਜੀ, ਤੁਹਾਨੂੰ ਮੈਂ ਇੱਕ ਕ੍ਰੀਏਟਿਵ ਪ੍ਰੋਸੈਸ ਦੀ ਗੱਲ ਦੱਸਦਾ ਹੈਗਾ ਕਿ ਬਲਰਾਜ ਪੰਡਤ ਜੀ ਜਦੋਂ ਚੰਡੀਗੜ੍ਹ ਸਾਡੇ ਕੋਲ ਆਏ ਤੇ ਸਾਡੇ ਨਾਲ ਹੀ ਰਹਿੰਦੇ ਸੀਗੇ, ਉਹ ਆਏ ਨਾਟਕ ਕਰਨ ਵਾਸਤੇ, ਤੇ ਅਸੀਂ ਉਹਨਾਂ ਨੂੰ ਰੋਜ਼ ਪੁੱਛਣਾ ਪੰਡਤ ਜੀ ਦੱਸੋ ਕਿ ਨਾਟਕ ਦਾ ਨਾਂ ਕੀ ਹੈਗਾ, ਉਹਨਾਂ ਨੇ ਹੱਸਣਾ ਚੁੱਪ ਕਰ ਜਾਣਾ। ਉਸ ਤੋਂ ਬਾਅਦ ਫਿਰ ਅਸੀਂ ਕਹਿਣਾ ਪੰਡਤ ਜੀ ਦੱਸੋ ਕਿ ਕਰਨਾ ਕੀ ਹੈਗਾ, ਉਹ ਫਿਰ ਹੱਸਣਾ। ਕਹਿੰਦੇ ਇੱਕ ਰਾਤ ਜੀ ਮੀਂਹ ਪੈ ਰਿਹਾ ਸੀਗਾ, ਮੈਨੂੰ ਕਹਿੰਦੇ ਤੂੰ ਉੱਠ, ਕਹਿੰਦੇ ਸੋਨੇ ਦੇ ਰੰਗ ਦੀ ਕੁੜੀ, ਚਾਂਦੀ ਦੇ ਰੰਗ ਦੀ ਕੁੜੀ, ਦੁੱਲਾ ਕੌਣ ਲੈ ਜਾਓ। ਮੈਂ ਕਿਹਾ ਇਹ ਕੀ ਹੈ? ਕਹਿੰਦਾ ਇਹ ਨਾਟਕ ਹੈ, ਕਹਿੰਦਾ ਇਹ ਨਾਟਕ ਦਾ ਥੀਮ ਹੈ, ਕਹਿੰਦਾ ਇਹ ਸਾਰੇ ਇਹ ਪਲੇ ਹੈ। ਲਓ ਜੀ, ਉਹ ਪੰਡਤ ਜੀ ਸਾਨੂੰ ਜੀ 1.5 ਮਹੀਨਾ ਜੀ ਰੋਜ਼ਾਨਾ ਸਾਡੇ ਮੋਢਿਆਂ ਤੇ ਡਾਂਗਾਂ ਚਕਾ ਕੇ ਅਸੀਂ ਭੱਜੀ ਜਾਂਦੇ ਸਾਰੇ ਬੰਦੇ ਖੜਦੇ, ਕਹਿੰਦੇ ਭੱਜੀ ਜਾਓ ਬਸ, ਦੌੜੀ ਜਾਂਦੇ ਵਿੱਚ ਉਹ ਗਾਉਂਦੇ ਐ ਹੱਥ ਕਰਕੇ, ਸੋਨੇ ਦੇ ਰੰਗ ਦੀ ਕੁੜੀ, ਚਾਂਦੀ ਦੇ ਰੰਗ ਦੀ ਕੁੜੀ, ਡੋਲਾ ਕੌਣ ਲੈ ਜਾਊ। ਫਿਰ ਹੌਲੀ ਕਮਲ ਤਿਵਾੜੀ ਦਾ ਮਿਊਜ਼ਿਕ ਕੀਤਾ, ਫਿਰ ਡਾਇਲੋਗ ਅਸੀਂ ਜੋ ਇੰਪਰੋਵਾਈਜ਼ ਕਰਦੇ ਗਏ, ਫਿਰ ਕੁਝ ਆਪ ਲਿਖਦੇ ਗਏ। ਏਦਾਂ ਕਰਕੇ ਉਹਨਾਂ ਨੇ ਜੀ ਲੋਕ ਉਦਾਸੀ ਨਾਟਕ ਜਿਹੜਾ ਸੀਗਾ ਉਹ ਸਾਡੇ ਨਾਲ ਕੀਤਾ ਜੀ ਉਹਨਾਂ ਨੇ, ਲੋਕ ਉਦਾਸੀ ਨਾਟਕ ਅਸੀਂ ਜੀ। ਫਿਰ ਤੀਜੇ ਰਾਮ ਗੋਪਾਲ ਬਜਾਜ ਜੀ ਬੱਜੂ ਭਾਈ ਆ ਗਏ, ਉਹਨਾਂ ਨੇ ਮਤਲਬ ਕਿ ਮੁਕਤ ਧਾਰਾ ਜਿਹੜਾ ਰਵਿੰਦਰ ਨਾਥ ਟੈਗੋਰ ਜੀ ਦਾ ਨਾਟਕ, ਉਹ ਮੁਕਤ ਧਾਰਾ ਨਾਟਕ ਜਿਹੜਾ ਸੀਗਾ ਉਹ ਸੈੱਟ ਉਹਨਾਂ ਨੇ ਐਡਾ ਵੱਡਾ ਡਿਜ਼ਾਈਨ ਕੀਤਾ ਜੀ, ਮਤਲਬ ਕਿ ਐਡਾ ਭਾਰਾ ਸੈੱਟ ਸੀਗਾ, ਡਿਜ਼ਾਈਨ ਸੈੱਟ ਚੁੱਕਣਾ ਬੜਾ ਔਖਾ ਸੀ। ਸੈੱਟ ਤਾਂ MK ਰੈਣਾ ਨੇ ਵੀ ਐਡੇ ਹੈਵੀ ਬਣਾਏ ਸੀਗੇ, ਜਿਹੜੇ ਕਿ ਮੂਵ ਕਰਨੇ ਉਹ ਮਤਲਬ ਕਿ ਬੜੇ ਔਖੇ ਸੀਗੇ ਸਾਨੂੰ, ਸਾਡੀਆਂ ਲੱਕਾਂ ਮਤਲਬ ਕਿ ਕਿਉਂਕਿ ਸਾਨੂੰ ਸੈੱਟ ਆਪ ਚੁੱਕਣਾ ਪੈਂਦਾ ਸੀਗਾ। ਜਦੋਂ ਪਰਫਾਰਮੈਂਸ ਹੁੰਦੀ ਸੀ ਡਿਸਮੈਂਟਲ ਸੈੱਟ ਅਸੀਂ ਆਪ ਕਰਦੇ ਸੀਗੇ, ਆਪ ਸਭ ਕੁਝ ਕਰਦੇ ਸੀਗੇ। ਮਤਲਬ ਕਿ ਉਹ ਜਿਹੜੀ ਰੈਪਰਟਰੀ ਕੰਪਨੀ ਜਿਹੜੀ ਸੀਗੀ ਉਹ ਪੋਲੀਟੀਕਲ ਦੇ ਵਾਦਾਂ ਵਿਵਾਦਾਂ ਵਿੱਚ ਵੀ ਆ ਗਈ। ਔਰ ਫਿਰ ਉਸ ਤੋਂ ਬਾਅਦ ਸਾਡੀ ਜਿਹੜੀ ਸੀਗੀ ਮਤਲਬ ਕਿ ਮੁਕਤ ਧਾਰਾ ਤੋਂ ਬਾਅਦ ਫਿਰ ਸਾਨੂੰ ਜਿਹੜਾ ਸੀਗਾ ਹਰਪਾਲ ਟਿਵਾਣਾ ਜੀ ਜਿਹੜੇ ਸੀਗੇ ਉਹ ਮਤਲਬ ਕਿ ਆਏ ਹੋ। ਹਰਪਾਲ ਟਿਵਾਣਾ ਜੀ ਨੇ ਸਾਡੇ ਨਾਲ ਚਮਕੌਰ ਦੀ ਗੜੀ ਨਾਟਕ ਕੀਤਾ ਜੀ। ਚਮਕੌਰ ਦੀ ਗੜੀ ਜਿਹੜਾ ਨਾਟਕ ਸੀਗਾ ਉਹ ਅਸੀਂ ਸਾਰੇ ਪੰਜਾਬ ਦੇ ਵਿੱਚ ਬੜੇ ਉਹਦੇ ਸ਼ੋਅ ਕੀਤੇ। ਉਹ ਰੈਪਰਟਰੀ ਵੱਲੋਂ ਕੀਤਾ ਸੀਗਾ? ਰੈਪਰਟਰੀ ਵੱਲੋਂ ਸੀਗਾ ਜੀ, ਪੰਜਾਬ ਡਰਾਮਾ ਰੈਪਰਟਰੀ ਕੰਪਨੀ ਵੱਲੋਂ ਕੀਤਾ ਸੀਗਾ, ਕਿਉਂਕਿ ਉਦੋਂ ਅਕਾਲੀ ਗਵਰਨਮੈਂਟ ਆ ਗਈ ਸੀਗੀ, ਮਤਲਬ ਅਕਾਲੀ ਗਵਰਨਮੈਂਟ ਆ ਗਈ ਸੀਗੀ, ਤਾਂ ਉਹ ਕਹਿੰਦੇ ਸੀਗੇ ਕਿ ਕੋਈ ਸਿੱਖ ਇਤਿਹਾਸ ਦੇ ਉੱਤੇ ਜਿਹੜਾ ਨਾਟਕ ਕਰੋ, ਦੂਜਾ ਨਹੀਂ ਕਰਨ ਦਿਆਂਗੇ। ਸੋ ਉਹ ਅਸੀਂ ਕੀਤਾ ਜੀ, ਚਮਕੌਰ ਦੀ ਗੜੀ ਨਾਟਕ ਕੀਤਾ, ਉਹਦੇ ਬੜੇ ਸ਼ੋਅ ਹੋਏ। ਉਸ ਤੋਂ ਬਾਅਦ ਫਿਰ ਗਾਰਗੀ ਸਾਹਿਬ ਆਏ, ਗਾਰਗੀ ਸਾਹਿਬ ਨੇ ਫਿਰ ਨਾਟਕ ਆਪਣਾ ਕੇਸਰੋ ਜਿਹੜਾ ਸੀਗਾ ਉਹ ਮਤਲਬ ਕਿ ਆਪਣਾ ਨਾਟਕ ਉਹਨਾਂ ਨੇ ਡਾਇਰੈਕਟ ਕੀਤਾ। ਉਹ ਨਾਟਕ ਅਸੀਂ ਫਿਰ ਉਹਦਾ ਉਦਘਾਟਨ ਬਠਿੰਡੇ ਜਿਹੜਾ ਸੀਗਾ ਕਾਲਜ ਦੇ ਵਿੱਚ ਜਿਹੜਾ ਸੀਗਾ ਉਹਦਾ ਹੋਇਆ ਸੀਗਾ। ਤੁਸੀਂ ਇਹ ਦੇਖ ਲਓ ਕਿ ਮੈਂ ਧਾਲੀਵਾਲ ਜੀ ਗੱਲ ਕਹਿਣੀ ਚਾਹਾਂਗਾ ਕਿ ਜੇ ਸਟੇਟ ਡਰਾਮਾ ਰੈਪਰਟਰੀ ਕੰਪਨੀ ਕਿਤੇ ਅੱਜ ਜ਼ਿੰਦਾ ਹੁੰਦੀ ਤਾਂ ਮੈਂ ਸਮਝਦਾ ਹੈਗਾ ਕਿ ਸਾਡੇ ਪੰਜਾਬ ਦੀ ਜਿਹੜੀ ਰੰਗਮੰਚ ਦੀ ਸਥਿਤੀ ਜਿਹੜੀ ਹੈਗੀ ਹੈ ਉਹ ਕੁਝ ਥੋੜੀ ਜੀ ਹੋਰ ਹੋਣੀ ਸੀ, ਕਿਉਂਕਿ ਮੈਨੂੰ ਇਹ ਲੱਗਦਾ ਹੈਗਾ ਕਿ ਉਸ ਰੈਪਰਟਰੀ ਦੇ ਬਣਨ ਨਾਲ ਜਿੱਥੇ ਵੀ ਪੰਜਾਬ ਦੇ ਵਿੱਚ ਹੈਵੀ ਸੈੱਟ ਨਾਲ, ਲਾਈਟਾਂ ਦੇ ਨਾਲ, ਪ੍ਰੋਫੈਸ਼ਨਲ ਐਕਟਰ ਜਿਹੜੇ ਸੀਗੇ NSD ਦੇ ਸਾਰੇ ਉਹਦੇ ਵਿੱਚ 5-7 ਪ੍ਰੋਫੈਸ਼ਨਲ ਐਕਟਰ ਸੀਗੇ, ਸਾਰੇ ਇੰਡੀਅਨ ਥੀਏਟਰ ਦੇ ਸਪੀਚ ਐਂਡ ਡਰਾਮਾ ਡਿਪਾਰਟਮੈਂਟ ਦੇ ਐਕਟਰ, ਉਹ ਸਾਰੇ ਜਦੋਂ ਉਹਨਾਂ ਨੇ ਪਰਫਾਰਮੈਂਸ ਕੀਤੀਆਂ ਤਾਂ ਪੰਜਾਬ ਦੇ ਵਿੱਚ ਲੋਕਾਂ ਦੇ ਵਿੱਚ ਇੱਕ ਥੀਏਟਰ ਮੂਵਮੈਂਟ ਜਿਹੜੀ ਸੀਗੀ, ਜਾਗਰਤੀ ਬੜੀ ਪੈਦਾ ਹੋ ਗਈ ਸੀਗੀ। ਲੇਕਿਨ ਅਨਲਕਲੀ ਜਿਹੜੀ ਸੀ ਬਦਕਿਸਮਤੀ ਦੇ ਨਾਲ ਉਹ ਰੈਪਰਟਰੀ 3 ਸਾਲ ਹੀ ਚੱਲੀ ਤੇ ਉਹ ਨਾਟਕ ਦਾ ਜਿਹੜਾ ਸੀਗਾ ਰੈਪਰਟਰੀ ਦਾ ਭੋਗ ਪੈ ਗਿਆ। ਲੇਕਿਨ ਮੈਂ ਜਦੋਂ ਰੈਪਰਟਰੀ ਤੋਂ ਬਾਅਦ ਸੋਚਿਆ ਕਿ ਮੈਂ ਕਿਤੇ ਜਾਣਾ ਨੀਗਾ ਤਾਂ ਮੈਂ ਜਿਹੜਾ ਸੀ ਆਪਣਾ ਥੀਏਟਰ ਗਰੁੱਪ ਥੀਏਟਰ 79 ਆਪਣਾ ਮੈਂ ਥੀਏਟਰ ਗਰੁੱਪ ਇਸਟੈਬਲਿਸ਼ ਕੀਤਾ ਜੀ। ਔਰ ਉਹ ਥੀਏਟਰ ਜਿਹੜਾ ਸੀਗਾ ਗਰੁੱਪ ਇਸਟੈਬਲਿਸ਼ ਕਰਕੇ ਤਾਂ ਮੈਂ ਜਿਹੜੇ ਸੀਗੇ
ਉਹ ਨਾਟਕ ਮੈਂ ਤੁਹਾਨੂੰ ਇੱਕ ਹੋਰ ਗੱਲ ਕਰਾਂ, ਮੈਨੂੰ ਕਹਿਣ 'ਚ ਕੋਈ ਸ਼ਰਮ ਨਹੀਂ ਹੈਗੀ ਕਿ ਉਹਨਾਂ ਦਿਨਾਂ ਦੇ ਵਿੱਚ ਜਿਸ ਤਰ੍ਹਾਂ ਦੇ ਮੇਰੇ ਸਾਹਮਣੇ ਪੰਜਾਬੀ ਨਾਟਕਕਾਰਾਂ ਦੇ ਨਾਟਕ ਆਉਂਦੇ ਸੀਗੇ, ਉਹ ਜਿਹੜੇ ਸੀਗੇ ਉਹ ਡਰਾਇੰਗ ਰੂਮ ਦੇ ਵਿੱਚ ਲਿਖੇ ਹੋਏ ਨਾਟਕ ਸੀਗੇ। ਡਰਾਇੰਗ ਰੂਮ ਦੇ ਵਿੱਚ ਨਾਟਕ, ਚਾਹੇ ਉਹ ਹਰਸ਼ਵੰਤ ਸਿੰਘ ਸੀਗੇ, ਚਾਹੇ ਉਹ ਨਾਟਕ ਜਿਹੜੇ ਸੀਗੇ, ਉਹ ਮੈਨੂੰ ਇਸ ਤਰ੍ਹਾਂ ਲੱਗਦਾ ਸੀ ਕਿ ਜਿਵੇਂ ਮੈਂ ਨਾਟਕ ਨਹੀਂ ਕਰ ਰਿਹਾ, ਮੈਂ ਘਰ ਦੇ ਵਿੱਚ ਚਾਹ ਪਾਣੀ ਪੀ ਰਿਹਾ ਤੇ ਰੋਟੀ ਖਾ ਰਿਹਾਗਾ। ਉਹ ਮੈਨੂੰ ਕੋਈ ਬਹੁਤੇ ਮੁਤਾਸਰ ਨਹੀਂ ਸੀ ਕਰਦੇ। ਜਾਂ ਫਿਰ ਮੈਨੂੰ ਉਹ ਨਾਟਕ ਸੀਗੇ, ਉਹਨਾਂ ਦੇ ਸੰਵਾਦ, ਉਹਨਾਂ ਦੀ ਜਿਹੜੀ ਸੀਗੀ ਮਤਲਬ ਕਿ ਜਿਹੜੀ ਉਹਨਾਂ ਦੀ ਜਿਹੜਾ ਉਹਨਾਂ ਦਾ ਕਹਿ ਰਹੇ ਉਹਨਾਂ ਦਾ ਵਿਸ਼ਾ ਜਿਹੜਾ ਹੈਗਾ, ਉਹ ਇਸ ਤਰ੍ਹਾਂ ਦਾ ਢਿੱਲਾ ਲੱਗਦਾ ਸੀਗਾ ਕਿ ਮੈਂ ਸੋਚਦਾ ਸੀ ਕਿ ਯਾਰ ਇਹ ਨਾਟਕ ਜਿਹੜਾ ਹੈ ਨਾ, ਇਹ ਮਤਲਬ ਕਿ ਮੈਂ ਤਾਂ ਨਹੀਂ ਕਰ ਸਕਦਾ। ਸੋ ਮੈਂ ਫਿਰ ਪਹਿਲਾ ਜਿਹੜਾ ਆਪਣਾ ਨਾਟਕ ਚੁੱਕਿਆ, ਉਹ ਬੰਗਲਾ ਦਾ ਨਾਟਕਕਾਰ ਦਾ ਪਲੇ ਰਾਈਟ ਜਿਹੜੇ ਸੀਗੇ ਮੋਹਿਤ ਚੋਟੋਪਾਧਿਆਏ ਦਾ ਨਾਟਕ ਜਿਹੜਾ ਸੀਗਾ, ਮੈਂ ਗਿਨੀ ਪਿਗ ਨਾਟਕ ਜਿਹੜਾ ਸੀਗਾ, ਉਹ ਗਿਨੀ ਪਿਗ ਨਾਟਕ, ਕਿਉਂਕਿ ਉਸ ਵੇਲੇ ਉਹ ਪੋਲੀਟੀਕਲ, ਕਿਉਂਕਿ ਮੈਂ ਆਪ ਪੋਲੀਟੀਕਲ ਬੜਾ ਮੇਰੇ ਦਿਮਾਗ 'ਚ ਸੀਗਾ, ਉਹ ਪੋਲੀਟੀਕਲ ਨਾਟਕ ਸੀ ਉਹਨਾਂ ਦਾ। ਉਹ ਨਾਟਕ ਮੈਂ ਟੈਗੋਰ ਥੀਏਟਰ ਦੇ ਵਿੱਚ ਤਿਆਰ ਕੀਤਾ। ਉਹਦਾ ਸੈੱਟ ਵੀ ਮਤਲਬ ਕਿ ਆਪ ਹੀ ਕੀਤਾ, ਮੈਂ ਪਿੱਛੇ ਬਣਾ ਕੇ ਧਾਗਿਆਂ ਦਾ ਵਾਅਦਾ ਕਰਕੇ ਸੈੱਟ ਕੀਤਾ ਆਪ। 4 ਮਹੀਨੇ ਅਸੀਂ ਰਿਹਰਸਲਾਂ ਕੀਤੀ ਸੀ ਜੀ, 4 months we did rehearsal for that guinea pig। ਤੇ ਉਸ ਤੋਂ ਬਾਅਦ ਅਸੀਂ ਜਿਹੜਾ ਸੀਗਾ ਉਹ ਅਸੀਂ ਉਸ ਨੂੰ ਉੱਥੇ ਨਾਟਕ ਕੀਤਾ ਟੈਗੋਰ ਥੀਏਟਰ 'ਚ। ਉਸ ਤੋਂ ਬਾਅਦ ਫਿਰ ਮੈਨੂੰ ਜਿਹੜਾ ਸੀਗਾ ਪਲੇ ਰਾਈਟ ਜਿਹੜਾ ਸੀਗਾ ਪ੍ਰਭਾਵਿਤ ਕੀਤਾ, ਉਹ JP ਦਾਸ ਹੈਗੇ ਨੇ, ਉੜੀਆ ਪਲੇ ਰਾਈਟ, ਬਹੁਤ ਵੱਡੇ ਉੜੀਆ ਪੋਇਟ ਨੇ, ਔਰ ਉਹਨਾਂ ਦਾ ਇੱਕ ਆਥਣ ਵੇਲੇ ਪਲੇ ਜਿਹੜਾ ਸੀਗਾ ਉਹ ਨਵਾਂ ਹੋਇਆ ਸੀਗਾ। ਉਹ ਨਾਟਕ ਜਿਹੜਾ ਸੀ ਜੀ, ਉਹ ਧਾਲੀਵਾਲ ਸਾਹਿਬ ਮੈਂ ਮਤਲਬ ਕਿ ਨਾਟਕ ਤਿਆਰ ਕੀਤਾ ਤੇ ਉਸ ਨੂੰ ਤਿਆਰ ਕਰਕੇ ਤੇ ਮੈਂ ਮਤਲਬ ਕਿ ਜਿਹੜਾ ਸੀਗਾ ਉਹ ਉਸ ਨੂੰ ਨਾਟਕ ਨੂੰ ਉੱਥੇ ਚੰਡੀਗੜ੍ਹ 'ਚ ਖੇਡਿਆ ਟੈਗੋਰ ਥੀਏਟਰ 'ਚ। ਉਹਨਾਂ ਦਿਨਾਂ ਦੇ ਵਿੱਚ ਹੀ ਫਿਰ ਉਹਨਾਂ ਦਾ ਇੱਕ ਹੋਰ ਨਾਟਕ, ਸਭ ਤੋਂ ਹੇਠਲਾ ਆਦਮੀ ਦਾ ਅੰਡਰਡੌਗ ਨਾਟਕ ਹੈਗਾ ਉਹਨਾਂ ਦਾ, ਉਹਦਾ ਮੈਂ ਪੰਜਾਬੀ ਵਿੱਚ ਟ੍ਰਾਂਸਲੇਸ਼ਨ ਕੀਤਾ ਕਿਉਂਕਿ ਉਹ ਹਿੰਦੀ ਵਿੱਚ ਸੀਗਾ। ਉਹਦਾ ਮੈਂ ਤਰਜਮਾ ਟ੍ਰਾਂਸਲੇਸ਼ਨ ਕੀਤਾ। ਟ੍ਰਾਂਸਲੇਸ਼ਨ ਕਰਕੇ ਉਸ ਨਾਟਕ ਨੂੰ ਫਿਰ ਮੈਂ ਤਿਆਰ ਕਰਕੇ, ਤੇ ਉਹ ਨਾਟਕ ਮੇਰੇ ਦਿਮਾਗ ਦੇ ਵਿੱਚ ਇਹ ਗੱਲ ਬੈਠੀ ਸੀ ਉਹਨਾਂ ਦਿਨਾਂ ਦੇ ਵਿੱਚ ਕਿ ਦਿੱਲੀ ਦੇ ਵਿੱਚ ਸਪਰੂ ਹਾਊਸ ਦੇ ਵਿੱਚ ਬਹੁਤ ਗੰਦਾ ਥੀਏਟਰ ਹੋ ਰਿਹਾ ਹੈ, ਡਬਲ ਮੀਨਿੰਗ ਦਾ ਥੀਏਟਰ ਹੋ ਰਿਹਾ ਹੈ। ਮੈਂ ਕਿਵੇਂ ਨਾ ਕਿਵੇਂ ਆਪਣੀ ਬੜੀ ਮਿਹਨਤ ਕਰਕੇ ਪੈਸੇ ਪੂਸੇ ਇਕੱਠੇ ਕਰਕੇ ਤੇ ਇੱਥੇ ਆਇਆ ਸ਼੍ਰੀਰਾਮ ਸੈਂਟਰ। ਜਦੋਂ ਸ਼੍ਰੀਰਾਮ ਸੈਂਟਰ ਦੀ ਬੇਸਮੈਂਟ ਹੁੰਦੀ ਸੀਗੀ, 100-150 ਰੁਪਏ ਦਾ ਕਿਰਾਇਆ ਹੁੰਦਾ ਸੀਗਾ। ਉਹ ਮੈਂ 2 ਦਿਨ ਜਿਹੜੇ ਸੀਗੇ ਉਹ ਬੁੱਕ ਕਰਵਾਈ, ਔਰ ਉੱਥੋਂ ਮੈਂ ਆਪਣੀ ਟੀਮ ਨੂੰ ਲੈ ਕੇ ਬੱਸ ਦੇ ਵਿੱਚ ਆਇਆ ਤੇ 2 ਦਿਨ, ਉਦੋਂ ਰਜਿੰਦਰ ਨਾਥ ਵੀ ਸੀਗੇ। ਰਜਿੰਦਰ ਨਾਥ ਜੀ ਨੇ ਮੈਨੂੰ ਕਿਹਾ ਕਿ ਇਹ ਨਾਟਕ ਜੋ ਹੈ आप कौन सा नाटक कर रहे हैं? मैं कहा जी ये नाटक जो है ये मतलब कि आथण वेले है। कहते हम तो पंजाबी नाटक आपको नहीं करने देंगे। मैं कहा जी क्यों? कहते पंजाबी नाटक तो बहुत जो वल्गर होते, क्योंकि इतने सपरी हाउस दे नाटक बड़े। ते मैं उन्होंने कहा, मैं कहा जी ऐसी बात है, मैं नाटक शुरू करूंगा, ਤੁਸੀਂ ਮੇਰਾ ਨਾਟਕ ਵੇਖਣਾ। ਜੇ ਨਾਟਕ ਦੇ ਵਿੱਚ ਕਿਤੇ ਵੀ ਕੋਈ ਵਲਗਰ ਸ਼ਬਦ ਤੁਹਾਨੂੰ ਲੱਗਿਆ, ਤੁਹਾਨੂੰ ਕੋਈ ਬੁਰਾ ਲੱਗਿਆ, ਤੁਸੀਂ ਮੇਰਾ ਨਾਟਕ ਬੰਦ ਕਰਾ ਦੇਣਾ। ਇਹ ਸ਼ਬਦ ਉੱਤੇ ਜੀ ਉਹਨਾਂ ਨੇ ਮੈਨੂੰ ਨਾਟਕ ਕਰਨ ਦਿੱਤਾ। ਔਰ ਰਜਿੰਦਰ ਨਾਥ ਜੀ ਖੁਦ ਮਤਲਬ ਕਿ ਬੇਸਮੈਂਟ 'ਚ ਬੈਠੇ ਨੇ ਜਦ ਤੱਕ ਨਾਟਕ ਹੁੰਦਾ ਰਿਹਾ ਮਤਲਬ ਕਿ। ਔਰ ਮੈਂ ਇੱਥੇ 2 ਸ਼ੋਅ ਜਿਹੜੇ ਸੀਗੇ ਉਹ ਮਤਲਬ ਕਿ ਉਹ ਨਾਟਕ ਦੇ ਆਥਣ ਵੇਲੇ ਦੇ ਤੇ ਸਭ ਤੋਂ ਹੇਠਲਾ ਆਦਮੀ ਦੇ ਨਾਟਕ ਕਰਕੇ ਗਿਆ। ਔਰ ਮੈਨੂੰ ਯਾਦ ਹੈ, ਉਦੋਂ ਮਨਮੋਹਨ ਸਿੰਘ ਜੀ ਉਦੋਂ ਮਤਲਬ ਕਲਚਰ ਮਿਨਿਸਟਰੀ ਦੇ ਵਿੱਚ ਜਿਹੜੇ ਸੀਗੇ ਉਹ ਸੈਕਟਰੀ ਹੁੰਦੇ, ਜੁਆਇੰਟ ਸੈਕਟਰੀ ਹੁੰਦੇ ਸੀਗੇ। ਉਹ ਨਾਟਕ ਮੇਰਾ ਦੇਖਣ ਆਏ। ਉਸ ਤੋਂ ਬਾਅਦ ਇੱਥੇ ਆਪਣਾ ਜਿਹੜਾ ਸੀਗਾ ਕੁਲਦੀਪ ਨਈਅਰ ਜੀ ਜਿਹੜੇ ਸੀਗੇ ਉਹ ਨਾਟਕ ਦੇਖਣ ਆਏ। ਆਪਣਾ ਜਿਹੜਾ ਸੀਗਾ ਜਿਹੜੇ ਹੋਰ ਆਪਣੇ ਕਾਫੀ ਐਲੀਟ ਲੋਕ ਨਾਟਕ ਦੇਖਣ ਆਏ। ਤਾਂ ਉਹਨਾਂ ਨੇ ਮੈਨੂੰ ਕਿਹਾ, ਕਹਿੰਦੇ ਕਾਕਾ ਤੂੰ ਚੰਡੀਗੜ੍ਹੋਂ ਆਇਆਗਾ, ਏਦਾਂ ਦੇ ਨਾਟਕ ਹੋਣੇ ਚਾਹੀਦੇ ਨੇ। ਇੱਥੇ ਤਾਂ ਯਾਰ ਪੰਜਾਬੀ ਲੋਕਾਂ ਦਾ ਨਾਂ ਡੁਬੋਇਆ ਪਿਆ ਹੈਗਾ। ਸਪਰੂ ਹਾਊਸ ਦੇ ਵਿੱਚ ਹਲਵਾ ਦੂਜੀ ਦਾ, ਚਸਕਾ ਦੂਜੀ ਦਾ, ਕਹਿੰਦੇ ਏਦਾਂ ਦੇ ਕੁੜੀ ਹੋਈ ਜਵਾਨ ਪਿੱਛੇ ਪਿਆ ਪਠਾਨ, ਕਹਿੰਦੇ ਏਦਾਂ, ਕਹਿੰਦਾ ਸਾਡਾ ਸ਼ਰਮ ਨਾਲ ਮਤਲਬ ਕਿ ਸਿਰ ਝੁਕਦਾ ਹੈਗਾ, ਏਦਾਂ ਦੇ ਕਹਿੰਦਾ ਤੁਸੀਂ ਨਾਟਕ ਕਰੋ। ਉਹਨਾਂ ਨੇ ਮੈਨੂੰ ਬੜਾ ਹੌਸਲਾ ਦਿੱਤਾ। ਸੋ ਮੇਰਾ ਜਿਹੜਾ ਸੀਗਾ ਇਹ ਮਤਲਬ ਕਿ ਜ਼ਿੰਦਗੀ ਦਾ ਸਫ਼ਰ ਚੱਲਦਾ ਰਿਹਾ। ਫਿਰ ਤੁਸੀਂ ਦਿੱਲੀ ਕਿੱਦਾਂ ਪਹੁੰਚ ਗਏ ਮੁੜ ਕੇ? ਦਿੱਲੀ ਪਹੁੰਚਣਾ ਜਿਹੜਾ ਹੈਗਾ, ਉਸ ਤੋਂ ਪਹਿਲਾਂ ਤੁਹਾਨੂੰ ਮੈਂ ਦੱਸ ਦਾਂਗਾ ਕਿ ਦਿੱਲੀ ਦੇ ਬਹੁਤ ਬਾਅਦ ਚ ਮੈਂ ਆਇਆ ਹੈਗਾ, ਕਿਉਂਕਿ ਚੰਡੀਗੜ੍ਹ ਦੇ ਵਿੱਚ ਮੇਰਾ ਘੱਟੋ ਘੱਟ ਮੈਂ 10 ਸਾਲ ਥੀਏਟਰ ਕੀਤਾ ਚੰਡੀਗੜ੍ਹ 'ਚ। ਓਕੇ, ਅੱਛਾ। ਹਾਂਜੀ, 10 ਸਾਲ ਆਈ ਹੈਵ ਵਰਕਡ ਇਨ ਥੀਏਟਰ ਚੰਡੀਗੜ੍ਹ 'ਚ ਮੈਂ ਕੀਤਾ ਹੈਗਾ। ਔਰ ਉੱਥੇ ਹੀ ਮੇਰੇ ਨਾਟਕ ਲਿਖਣ ਦੀ ਜਿਹੜੀ ਹੈਗੀ ਹੈ ਉਹ ਸ਼ੁਰੂਆਤ ਹੋਈ। ਮੈਂ ਮਤਲਬ ਕਿ ਨਾਟਕ ਲਿਖਣਾ ਜਿਹੜਾ ਸੀਗਾ, ਸਭ ਤੋਂ ਪਹਿਲਾ ਨਾਟਕ ਆਪਣਾ ਨਾਟਕ ਬਾਕੀ ਹੈ ਉੱਥੇ ਲਿਖਿਆ ਮਤਲਬ ਚੰਡੀਗੜ੍ਹ 'ਚ, ਔਰ ਉਸ ਨੂੰ ਖੇਡਿਆ। ਫਿਰ ਹੋਰ ਨਾਟਕ ਲਿਖਦੇ ਰਹੇ। ਉਹਨਾਂ ਦਿਨਾਂ ਦੇ ਵਿੱਚ ਜਿਹੜਾ ਸੀਗਾ ਮੈਨੂੰ ਫਿਲਮ ਐਂਡ ਟੈਲੀਵਿਜ਼ਨ ਡਿਪਾਰਟਮੈਂਟ ਦੇ ਵਿੱਚ ਸਕ੍ਰਿਪਟ ਰਾਈਟਰ ਦੀ ਜਿਹੜੀ ਸੀਗੀ ਉਹ ਮਤਲਬ ਕਿ ਮੈਨੂੰ ਨੌਕਰੀ ਮਿਲ ਗਈ ਸਕ੍ਰਿਪਟ ਰਾਈਟਰ ਦੀ ਫਿਲਮ ਐਂਡ ਟੀਵੀ ਡਿਪਾਰਟਮੈਂਟ 'ਚ। ਔਰ ਇਹ ਜਿਹੜਾ ਪਟਿਆਲੇ ਯੂਨੀਵਰਸਿਟੀ ਦਾ? ਨਹੀਂ, ਪੰਜਾਬ ਸਰਕਾਰ ਦਾ ਜੀ, ਫਿਲਮ ਐਂਡ ਟੀਵੀ ਡਿਪਾਰਟਮੈਂਟ ਉਹ ਬੰਦ ਹੋ ਗਿਆ ਹੁਣ।
ਇਹ ਫਿਲਮ ਐਂਡ ਟੀਵੀ ਇਹ ਜਿਹੜੀਆਂ ਤੁਹਾਨੂੰ ਯਾਦ ਹੋਏਗਾ ਜਦੋਂ ਫਿਲਮ ਚੱਲਦੀ ਸੀਗੀ ਤਾਂ ਉਸ ਤੋਂ ਪਹਿਲਾਂ 10 ਮਿੰਟ ਦੀ ਇੱਕ ਨਿਊਜ਼ ਰੀਲ ਚੱਲਦੀ ਹੁੰਦੀ ਸੀ ਜਿਹਨੂੰ ਚੱਲਦੀ ਸੀ, ਬਿਲਕੁਲ ਬਿਲਕੁਲ। ਉਹ ਜਿਹੜੀ ਫਿਲਮ ਹੁੰਦੀ ਸੀਗੀ ਉਹ ਫਿਲਮ ਦੀ ਕਮੈਂਟਰੀ ਮੈਂ ਲਿਖਦਾ ਸੀਗਾ ਤੇ ਪਲੱਸ ਉਹਦੀ ਜਿਹੜੀ ਹੈਗੀ ਹੈ ਰਿਕਾਰਡਿੰਗ ਵਾਸਤੇ ਕਮੈਂਟਰੀ ਰਿਕਾਰਡਿੰਗ ਕਰਨ ਵਾਸਤੇ ਮੈਂ ਬੰਬੇ ਜਾਂਦਾ ਸੀਗਾ, ਉੱਥੇ ਸਟੂਡੀਓ 'ਚ ਮਤਲਬ ਕਿ ਹੁੰਦੀ ਸੀਗੀ ਰਿਕਾਰਡਿੰਗ ਮੇਰੀ, ਤੇ ਫਿਰ ਸੈਂਸਰ ਹੁੰਦੀ ਸੀ ਫਿਲਮ, ਉਹ ਸੈਂਸਰ ਕਰਾ ਕੇ ਸਾਰਾ ਕਰਾ ਕੇ ਮੈਂ ਪੰਜਾਬ 'ਚ ਲੈ ਕੇ ਆਉਂਦਾ ਸੀ। ਤਾਂ ਸਾਰੇ 20 ਉਸ ਵੇਲੇ 18-20 ਸਿਨੇਮੇ ਸੀਗੇ ਪੰਜਾਬ ਦੇ, ਸਟੇਟ ਸੀ ਡਿਸਟ੍ਰਿਕਟ ਸੀਗੇ, ਉਹਨਾਂ 'ਚ ਰਿਲੀਜ਼ ਹੁੰਦੀ ਸੀਗੀ। 10 ਸਾਲ ਤੱਕ ਇਹ ਜਿਹੜਾ ਮੈਂ ਮਤਲਬ ਉਹ ਸਮੇਂ ਵਿੱਚ ਮੈਂ ਸਕ੍ਰਿਪਟ ਰਾਈਟਰ ਦੇ ਵਿੱਚ ਮੈਨੂੰ ਜਿਹੜੀ ਸੀਗੀ ਇੱਕ ਮੈਂ ਸ਼੍ਰੀ ਹੇਮਕੁੰਟ ਸਾਹਿਬ ਫਿਲਮ ਲਿਖੀ, ਡਾਕੂਮੈਂਟਰੀ ਫਿਲਮ ਲਿਖੀ, ਜਿਹਨੂੰ ਕਿ ਉਸ ਵੇਲੇ ਡਾਇਰੈਕਟੋਰੇਟ ਆਫ ਫਿਲਮ ਫੈਸਟੀਵਲ ਦੇ ਵਿੱਚੋਂ ਨੈਸ਼ਨਲ ਅਵਾਰਡ ਮਿਲਿਆ ਸੀਗਾ। ਸ਼੍ਰੀ ਹੇਮਕੁੰਟ ਸਾਹਿਬ, ਸ਼੍ਰੀ ਹੇਮਕੁੰਟ ਸਾਹਿਬ ਤੋਂ ਬਾਅਦ ਇੱਕ ਫਿਲਮ ਮੈਂ ਸਰਦਾਰ ਸੋਭਾ ਸਿੰਘ ਜੀ ਦੇ ਉੱਪਰ ਜਿਹੜੀ ਸੀਗੀ ਲਿਖੀ, ਉਹ ਮੈਂ ਉਹਨਾਂ ਦੇ ਨਾਲ ਜਾ ਕੇ ਮਹੀਨਾ ਅੰਦਰੇਟੇ ਜਾ ਕੇ ਰਿਹਾ ਸੀ, ਸਰਦਾਰ ਸੋਭਾ ਸਿੰਘ ਨਾਲ ਉਹਨਾਂ ਦੇ ਘਰ ਜਾ ਕੇ ਰਿਹਾ ਸੀਗਾ, ਉੱਥੇ ਅਸੀਂ ਫਿਲਮ ਸ਼ੂਟ ਕੀਤੀ ਸੀਗੀ। ਉਹ ਫਿਲਮ ਪ੍ਰੋਫਾਈਲ ਆਫ ਏ ਪੇਂਟਰ ਜਿਹੜੀ ਸੀਗੀ ਉਹ ਅਸੀਂ ਮਤਲਬ ਕਿ ਬਣਾਈ ਸੀਗੀ ਪੰਜਾਬ ਸਰਕਾਰ ਵੱਲੋਂ ਫਿਲਮ ਐਂਡ ਟੀਵੀ ਡਿਪਾਰਟਮੈਂਟ ਤੋਂ, ਉਸ ਨੂੰ ਵੀ ਇੰਡੀਅਨ ਪੈਨੋਰਾਮਾ ਦੇ ਵਿੱਚ ਜਿਹੜਾ ਸੀਗਾ ਉਹਨੂੰ ਮਤਲਬ ਕਿ ਨੈਸ਼ਨਲ ਅਵਾਰਡ ਮਿਲਿਆ ਸੀਗਾ। ਉਦੋਂ ਸੋਭਾ ਸਿੰਘ ਹੋਰੀ ਹੈਗੇ ਸੀ ਜੀ? ਸੋਭਾ ਸਿੰਘ ਹੈਗੇ ਸੀਗੇ, ਸੋਭਾ ਸਿੰਘ ਜਿਉਂਦੇ ਸੀਗੇ ਜੀ ਉਦੋਂ, ਮੈਂ ਉਹਨਾਂ ਨਾਲ ਇੱਕ ਮਹੀਨਾ। ਫਿਰ ਫਿਲਮ ਕਿੱਥੇ ਗਈ, ਕਿਤੇ ਹੈਗੀ ਆ? ਉਹ ਫਿਲਮ ਜਿਹੜੀ ਸੀ ਉਸ ਵੇਲੇ ਜਿਹੜੀ ਫਿਲਮਾਂ ਬਣਦੀਆਂ ਸੀਗੀਆਂ ਉਹ 35 mm ਨੈਗੇਟਿਵ ਤੇ ਬਣਦੀਆਂ ਸੀਗੀਆਂ। ਉਹ ਤੁਹਾਨੂੰ ਪਤਾ ਕਿ ਉਹ ਨੈਗੇਟਿਵ ਸਿਸਟਮ ਤਾਂ ਸਾਰਾ ਹੁਣ ਖਤਮ ਹੋ ਗਿਆ, ਲੈਬੋਰਟਰੀਆਂ ਦੇ ਵਿੱਚ ਉਹ ਸਿਸਟਮ ਹੀ ਨਹੀਂ ਹੈਗਾ ਸਾਰਾ ਹੁਣ ਤਾਂ, ਇਸ ਕਰਕੇ ਉਹ ਜਿਹੜੀਆਂ ਫਿਲਮਾਂ ਨੇ ਸ਼੍ਰੀ ਹੇਮਕੁੰਟ ਸਾਹਿਬ ਜਿਹੜੀ ਹੈਗੀ ਉਹਦਾ ਵੀ ਰਿਕਾਰਡ ਨਹੀਂ ਹੈਗਾ। ਉਸ ਤੋਂ ਬਾਅਦ ਸਰਦਾਰ ਸੋਭਾ ਸਿੰਘ ਦੀ ਪ੍ਰੋਫਾਈਲ ਉਹ ਪੇਂਟਰ ਜਿਹੜੀ ਫਿਲਮ ਹੈਗੀ ਹੈ ਉਹਦਾ ਵੀ ਰਿਕਾਰਡ ਨਹੀਂ ਹੈਗਾ। ਲੇਕਿਨ ਦੋਨੋਂ ਫਿਲਮਾਂ ਜਿਹੜੀਆਂ ਸੀਗੀਆਂ ਦੀਸ ਵਾਰ ਦਾ ਫਿਲਮ ਜਿਨ੍ਹਾਂ ਨੂੰ ਕਿ ਭਾਰਤ ਸਰਕਾਰ ਦੇ ਵੱਲੋਂ ਨੈਸ਼ਨਲ ਅਵਾਰਡ ਮਿਲੇ ਹੋਏ ਨੇ ਮਤਲਬ। ਤੋ ਉਸ ਤੋਂ ਬਾਅਦ ਜਿਹੜਾ ਸੀਗਾ ਜੀ ਇਹ ਮਤਲਬ ਕਿ ਮੈਨੂੰ ਫਿਰ ਪੰਜਾਬ ਸਰਕਾਰ ਨੇ ਸੌਂਗ ਐਂਡ ਡਰਾਮਾ ਡਿਪਾਰਟਮੈਂਟ ਜਿਹੜਾ ਪੰਜਾਬ ਸਰਕਾਰ ਦਾ ਜਿਹਦੇ ਭਾਗ ਸਿੰਘ ਜੀ ਹੁੰਦੇ ਸੀਗੇ, ਹਾਂਜੀ, ਉਸਦਾ ਮੈਨੂੰ ਇੰਚਾਰਜ ਬਣਾਤਾ ਸੀ। ਉਹ ਜਦੋਂ ਮੈਨੂੰ ਇੰਚਾਰਜ ਬਣਾਇਆ ਤਾਂ ਮੇਰੇ ਮਨ 'ਚ ਇਹ ਸੀਗਾ ਕਿ ਨਾਟਕਕਾਰਾਂ ਦੇ ਤਾਂ ਇੱਥੇ ਨਾਟਕ ਹੈ ਨਹੀਂ, ਲਏ ਨਹੀਂ ਜਾਂਦੇਗੇ, ਤੇ ਨਾਟਕ ਕਿਹੜੇ ਖੇਡਦੇ ਨੇ, ਕਿਉਂਕਿ ਉਹ ਪਬਲਿਸਿਟੀ ਦੇ ਨਾਟਕ ਖੇਡਦੇ ਸੀਗੇ ਜਾ ਕੇ ਪ੍ਰਚਾਰ ਦੇ। ਮੈਂ ਕਿਹਾ ਮੈਂ ਪ੍ਰਚਾਰ ਨਹੀਂ ਕਰਨਾ। ਮੈਂ ਜੀ ਹਰਪਾਲ ਟਿਵਾਣਾ ਜੀ ਨੂੰ ਬੁਲਾਇਆ, ਸੇਠੀ ਸਾਹਿਬ ਨੂੰ ਬੁਲਾਇਆ, ਨੀਲਮ ਮਾਨ ਸਿੰਘ ਨੂੰ ਬੁਲਾਇਆ, ਸਾਰਿਆਂ ਨੂੰ ਕਰਕੇ ਉੱਥੇ ਇੱਕ ਬਹੁਤ ਵੱਡੀ ਸਾਰੇ ਥੀਏਟਰ ਦੇ ਬੰਦੇ ਬੁਲਾਏ, ਇੱਕ ਵੱਡੀ ਵਰਕਸ਼ਾਪ ਕੀਤੀ। ਵਰਕਸ਼ਾਪ ਕਰਕੇ ਜੀ ਇਹਨਾਂ ਲੋਕਾਂ ਤੋਂ ਪੁੱਛਿਆ ਕਿ ਸਾਨੂੰ ਜਿਹੜਾ ਸੀਗਾ ਇਹਨਾਂ ਇਹ ਜਿਹੜੇ ਅਫਸਰ ਜਿਹੜੇ ਹੈਗੇ ਨੇ, ਮੈਂ ਵੀ ਛੋਟਾ ਅਫਸਰ ਸੀਗਾ ਪਰ ਵੱਡੇ ਅਫਸਰ ਨੂੰ ਮੈਂ ਕਿਹਾ ਇਹਨਾਂ ਨੂੰ ਗਾਈਡ ਕਰੋ ਬਈ ਇਹ ਨਾਟਕ ਜਿਹੜੇ ਨੇਗੇ ਕਿਵੇਂ ਵਧੀਆ ਕਰਨੇ ਚਾਹੀਦੇ ਨੇ, ਇਹ ਪਬਲਿਸਿਟੀ ਨਾਟਕ ਨਹੀਂ ਹੈਗੇ, ਜਿਹੜੇ ਵੱਡੇ ਵੱਡੇ ਪਲੇ ਰਾਈਟ ਨੇ ਉਹਨਾਂ ਦੇ ਨਾਟਕ ਖੇਡੋ। ਉਹ ਜੀ ਮਤਲਬ ਕਿ ਬੜੇ ਪ੍ਰਭਾਵਿਤ ਹੋਏ, ਆਤਮਜੀਤ ਵੀ ਉਹਦੇ ਵਿੱਚ ਸੀਗਾ, ਗੁਸ਼ਨ ਭਾਜੀ ਆਏ ਸੀਗੇ, ਸੋ ਉਹ ਪ੍ਰਭਾਵਿਤ ਬੜੇ ਹੋਏ ਅਫਸਰ ਮੇਰੇ, ਤੇ ਉਹਨਾਂ ਨੇ ਕਿਹਾ ਵੀ ਹਾਂ ਯਾਰ ਗੱਲ ਤਾਂ ਠੀਕ ਹੈ। ਕਹਿੰਦੇ ਫਿਰ ਵਰਿਆਮ ਜੀ ਤੁਸੀਂ ਦੱਸੋ ਕਿਹੜੇ ਕਿਹੜੇ ਸਕ੍ਰਿਪਟ ਖਰੀਦੇ ਜਾਣ ਜਿਹੜੇ ਕਿ ਆਪਾਂ ਖਰੀਦੀ। ਮੈਂ ਕਿਹਾ ਸਭ ਤੋਂ ਪਹਿਲਾਂ ਗੁਸ਼ਨ ਭਾਜੀ ਦਾ ਨਵਾਂ ਜੀਵਨ ਖਰੀਦੋ ਜੀ, ਨਵਾਂ ਨਿਊ ਲਾਈਫ, ਨਵਾਂ ਜੀਵਨ ਉਹਦਾ ਨਾਟਕ ਸੀਗਾ, ਨਵਾਂ ਜਨਮ ਸੌਰੀ ਨਵਾਂ ਜਨਮ ਕਹਿੰਦੇ ਨਾਟਕ ਖਰੀਦੋ। ਮੈਂ ਜੀ ਉਸੇ ਵੇਲੇ ਜੀ ਥੱਲੋਂ ਲਿਖਿਆ ਜੀ ਕਿ ਇਹ ਗੁਸ਼ਨ ਭਾਜੀ ਨੂੰ ਇਸ ਨਾਟਕ ਦੀ ਰਾਇਲਟੀ ਜਿਹੜੀ ਹੈ 5000 ਰੁਪਏ ਬੜੀ ਬਹੁਤ ਸੀ। ਉਹ ਅਫਸਰ ਦੀ ਅੱਖਾਂ ਪਾੜ ਗਈਆਂ, ਕਹਿੰਦਾ 5000 ਰੁਪਏ, ਕਹਿੰਦਾ ਮਤਲਬ ਕਿ ਇੱਥੇ ਤਾਂ ਕਹਿੰਦਾ ਇਹਨਾਂ ਨੂੰ ਮਤਲਬ ਖੇਡਣ ਦੇਵਾਂਗੇ। ਮੈਂ ਕਿਹਾ ਹਾਂਜੀ ਰਾਇਲਟੀ ਇਹਨਾਂ ਦੀ ਹੈਗੀ ਹੈ। ਕਹਿੰਦੇ ਨਾਟਕ ਵੀ ਇਹਨਾਂ ਦਾ ਸਭ ਕੁਝ ਇਹਨਾਂ ਦਾ। ਮੈਂ ਕਿਹਾ ਹਾਂਜੀ ਸਿਰਫ ਨਾਟਕ ਅਸੀਂ ਖੇਡਾਂਗੇ 5000 ਰੁਪਏ ਜੀ ਅਸੀਂ ਗੁਸ਼ਨ ਸਿੰਘ ਨੂੰ ਦਿੱਤਾ ਜੀ ਮਤਲਬ ਕਿ। ਉਸ ਤੋਂ ਬਾਅਦ ਜਿਨ ਸੱਚ ਪੱਲੇ ਹੋਏ ਫੁੱਲ ਸਾਹਿਬ ਦਾ ਨਾਟਕ ਜਿਹੜਾ ਸੀਗਾ ਉਹ ਮੈਂ ਫਿਰ ਸਕ੍ਰਿਪਟ ਉੱਤੇ ਖਰੀਦਿਆ। ਮਤਲਬ ਕਿ ਉਹ ਨਾਟਕ ਵੀ ਜਿਹੜੇ ਸੀਗੇ ਮੇਰੇ ਕੋਲੇ ਉੱਥੇ ਸੈਂਟਰ ਡਰਾਮਾ ਟਰੁੱਪ ਹੁੰਦਾ ਸੀਗਾ, ਉਹਦੇ ਵਿੱਚ ਮੈਂ ਇਹ ਨਾਟਕ ਜਿਹੜੇ ਸੀਗੇ ਜੀ ਤਿਆਰ ਕੀਤੇ, ਤੇ ਇਹ ਨਾਟਕ ਮੈਂ ਤਿਆਰ ਕਰਕੇ ਫਿਰ ਪੰਜਾਬ ਦੇ ਵਿੱਚ ਮਤਲਬ ਕਿ ਸੈਂਟਰ ਡਰਾਮਾ ਟਰੁੱਪ ਦੇ ਨਾਲ ਮਤਲਬ ਕਿ ਨਾਟਕ ਖੇਡੇ। ਉਹਨਾਂ ਦਿਨਾਂ ਦੇ ਵਿੱਚ ਹਾਲਾਤ ਬੜੇ ਮਾੜੇ ਸੀਗੇ, ਪੰਜਾਬ ਦੇ ਵਿੱਚ ਕੋਈ ਐਕਟੀਵਿਟੀ ਨਹੀਂ ਹੋ ਸਕਦੀ, ਪਰ ਮੈਂ ਫਿਰ ਵੀ ਜਿਹੜਾ ਸੀਗਾ ਐਫਰਟਸ ਕਰਦਾ ਰਿਹਾ। ਔਰ ਕਰਦਿਆਂ ਜਿਹੜਾ ਸੀਗਾ ਮੈਂ ਜਿਹੜਾ ਸੀਗਾ UPSC ਦੇ ਥਰੂ ਜਿਹੜਾ ਸੀਗਾ ਉਹ ਮੈਂ ਭਾਰਤ ਸਰਕਾਰ ਦੇ ਸੌਂਗ ਐਂਡ ਡਰਾਮਾ ਡਿਪਾਰਟਮੈਂਟ ਦੇ ਵਿੱਚ ਐਜ਼ ਅ ਡਿਪਟੀ ਡਾਇਰੈਕਟਰ ਸੀਗਾ ਉਹ ਮਤਲਬ ਕਿ ਸਿਲੈਕਟ ਹੋ ਗਿਆ। ਔਰ ਇੱਥੇ ਆ ਕੇ ਤਾਂ ਫਿਰ ਦੁਨੀਆ ਹੋਰ ਹੀ ਬਹੁਤ ਸੀਗੀ ਵੱਖਰੀ। ਮਟਿਆਨੀ ਸਾਹਿਬ ਸਾਡੇ ਨਾਲ ਸੀਗੇ, ਮਤਲਬ ਕਿ ਸਾਡੇ ਹੋਰ ਗੋਬਿੰਦ ਗੁਪਤਾ NST ਦੇ ਸੀਗੇ, ਸਾਰੇ ਬੜੇ ਸਾਰੇ ਬੰਦੇ ਥੀਏਟਰ ਦੇ ਸੀਨੀਅਰ ਬੰਦੇ ਸੀਗੇ। ਅਸੀਂ ਫਿਰ ਕਰਦੇ ਥੀਏਟਰ, ਮੈਂ ਮੇਰੀ ਪੋਸਟਿੰਗ 3 ਸਾਲ ਪਹਿਲਾਂ ਜਿਹੜੀ ਸੀ ਉਹ ਚੰਡੀਗੜ੍ਹ 'ਚ ਹੋਈ। ਮੇਰੇ ਕੋਲ 4 ਸਟੇਟਾਂ ਸੀਗੀਆਂ, ਪੰਜਾਬ ਸੀ, ਹਿਮਾਚਲ, ਜੰਮੂ ਕਸ਼ਮੀਰ, ਇਹ ਸਾਰੇ ਉੱਥੇ ਮੈਂ ਜਾ ਕੇ ਜੰਮੂ ਦੇ ਵਿੱਚ ਬੜਾ ਕੰਮ ਕੀਤਾ। ਉਦੋਂ ਸ਼੍ਰੀਨਗਰ ਦੇ ਵਿੱਚ ਜਾ ਕੇ ਕੰਮ ਕੀਤਾ, ਜਾ ਕੇ ਮਤਲਬ ਕਿ ਭਾਂਡ ਪਾਤਰ ਜਿਹੜੇ ਸੀਗੀਆਂ, ਫੋਕ ਫਾਰਮਸ, ਕਰਿਆਲਾ, ਇਹ ਅਲੱਗ-ਅਲੱਗ ਸਾਰੀਆਂ ਫੋਕ ਫਾਰਮ ਨੂੰ ਲੈ ਕੇ ਕਲਾਕਾਰਾਂ ਨੂੰ ਰਜਿਸਟਰ ਕੀਤਾ, ਇਹਨਾਂ ਨੂੰ ਸ਼ੋਅਜ਼ ਦਿੱਤੇ। ਰੈਗੂਲਰ 10 ਸ਼ੋਅ ਅਸੀਂ ਰੈਗੂਲਰ ਦਿੰਦਾ ਸੀਗਾ ਮੈਂ ਹਰ ਵਾਰੀ, ਇਹਨਾਂ ਨੂੰ 3-3, 4-4 ਹਜ਼ਾਰ ਰੁਪਈਆ ਪਰ ਮਤਲਬ ਕਿ ਸ਼ੋਅ ਫੀਸ ਹੁੰਦੀ ਸੀ। ਸੋ ਇਹ ਕਰਦਿਆਂ ਮਤਲਬ ਕਿ ਮੈਂ ਉਸ ਤੋਂ ਬਾਅਦ ਫਿਰ ਮੇਰੀ ਪੋਸਟਿੰਗ ਜਿਹੜੀ ਸੀਗੀ ਉੱਥੋਂ ਬੈਂਗਲੌਰ ਦੀ ਹੋ ਗਈ।
ਬੈਂਗਲੌਰ ਜਿਹੜਾ ਸੀਗਾ ਮੇਰੇ ਵਾਸਤੇ ਇੱਕ ਬੜਾ ਵੱਡਾ ਜਿਹੜਾ ਜੀ, ਜਿੱਥੇ ਮੇਰੀ ਲਰਨਿੰਗ, ਮੈਂ ਕਹਿੰਦਾ ਕਿ ਮੇਰੇ ਵਾਸਤੇ ਲਰਨਿੰਗ ਜਿਹੜਾ ਮੱਕਾ ਹੈਗਾ ਉਹ ਬੈਂਗਲੌਰ ਦੇ ਵਿੱਚ ਜਾ ਕੇ ਹੋਇਆਗਾ, ਜਿੱਥੇ ਜਾ ਕੇ ਮਤਲਬ ਕਿ ਮੈਂ 4 ਸਟੇਟਾਂ ਮੇਰੇ ਕੋਲ ਉੱਥੇ ਸੀਗੀਆਂ, ਉੱਥੇ ਕਰਨਾਟਕਾ ਸੀ, ਔਰ ਉਸ ਤੋਂ ਬਾਅਦ ਤਾਮਿਲਨਾਡੂ, ਔਰ ਉਸ ਤੋਂ ਬਾਅਦ ਕੇਰਲਾ, ਔਰ ਉਸ ਤੋਂ ਬਾਅਦ ਆਂਧਰਾ ਪ੍ਰਦੇਸ਼। ਉਹ ਉੱਥੇ ਜਾ ਕੇ ਮੈਂ ਯਕਸ਼ਗਾਨਾ ਦੇ ਨਾਲ ਜਦੋਂ ਜਾ ਕੇ ਮਤਲਬ ਕਿ ਮੈਸੂਰ ਦੇ ਵਿੱਚ ਜੁੜਿਆ ਉਹਨਾਂ ਕਲਾਕਾਰਾਂ ਦੇ ਨਾਲ, ਉਹਨਾਂ ਦੇ ਨਾਲ ਮੈਂ ਯਕਸ਼ਗਾਨਾ ਦੀ ਟਰੁੱਪ ਦੇ ਨਾਲ ਫਿਰਦਾ ਰਿਹਾ। ਉਸ ਤੋਂ ਬਾਅਦ ਮੈਂ ਕੇਰਲਾ ਦੇ ਵਿੱਚ ਕਥਕਲੀ ਦੇ ਗਰੁੱਪਸ ਦੇ ਨਾਲ, ਮੋਨੀਆਟਮ, ਕੋਟਿਆਮ, ਉਹਨਾਂ ਦੇ ਕਲਾਕਾਰਾਂ ਦੇ ਨਾਲ ਫਿਰਦਾ ਰਿਹਾ, ਉਹਨਾਂ ਦੀ ਮੇਕਅਪ ਦੇਖਣੀ, ਉਹਨਾਂ ਦੀ ਵੇਸ਼ ਭੂਸ਼ਾ, ਉਹਨਾਂ ਦੀ ਪਰਫਾਰਮੈਂਸ ਦੇਖਣੀ, ਉਹਨਾਂ ਦੇ ਨਾਲ ਫਿਰਦਾ ਰਿਹਾ। ਸੋ ਮਤਲਬ ਕਿ ਇਹ ਜਿਹੜਾ 3 ਸਾਲ ਦਾ ਜਿਹੜਾ ਸੀ ਨਾ ਮੇਰਾ ਐਕਸਪੀਰੀਅੰਸ, ਉਦੋਂ ਉੱਥੇ ਕਾਰੰਥ ਜਿਹੜੇ ਸੀਗੇ ਉਹ ਆਪਣਾ ਮੈਸੂਰ ਦੇ ਵਿੱਚ ਉਹ ਰੈਪਰਟਰੀ ਕੰਪਨੀ ਵੀ ਚਲਾ ਰਹੇ ਸੀਗੇ, ਨਹੀਂ ਸੀ ਕਿਉਂਕਿ ਫਾਈਨੈਂਸ਼ੀਅਲ ਪ੍ਰੋਬਲਮ ਹੋ ਰਹੀ ਸੀਗੀ। ਸੋ ਇਹ 3 ਸਾਲਾਂ ਦੇ ਵਿੱਚ ਜਿੱਥੇ ਮੈਂ ਇਹ ਕੰਮ ਕੀਤਾ, ਲੇਕਿਨ ਉਹਦੇ ਨਾਲ ਮੈਂ ਲਾਈਟ ਐਂਡ ਸਾਊਂਡ ਉੱਥੇ ਜਿਹੜੇ ਕੀਤੇ, ਸ਼ਾਇਦ ਇਹ ਬੜੇ ਘੱਟ ਪਤਾ ਹੈਗਾ ਲੋਕਾਂ ਨੂੰ ਕਿ ਮੈਂ ਕਿੰਨੀਆਂ ਭਾਸ਼ਾਵਾਂ ਦੇ ਵਿੱਚ ਉੱਥੇ ਕੰਨੜਾ ਦੇ ਵਿੱਚ ਜਿਹੜਾ ਸੀਗਾ, ਕੰਨੜਾ ਭਾਸ਼ਾ ਦੇ ਵਿੱਚ ਲਾਈਟ ਐਂਡ ਸਾਊਂਡ ਜਿਹੜੇ ਸੀਗੇ, ਸ਼੍ਰੀ ਕ੍ਰਿਸ਼ਨ ਦੇਵ ਰਾਇਆ ਮੈਸੂਰ ਜਦੋਂ ਦੁਸਹਿਰਾ ਫੈਸਟੀਵਲ ਹੁੰਦਾ ਹੈ, ਉਹ ਘੱਟੋ ਘੱਟ ਉੱਥੇ 5-10 ਹਜ਼ਾਰ ਜਿਹੜਾ ਸੀਗਾ ਉਹ ਦਰਸ਼ਕ ਬੈਠਦੇ ਸੀ। ਤੇ ਇੱਕ ਸ਼੍ਰੀ ਕ੍ਰਿਸ਼ਨ ਦੇਵ ਰਾਇਆ ਦੇ ਵਿੱਚ ਮੈਂ 10 ਹਾਥੀ ਜਿਹੜੇ ਨੇਗੇ ਉਹ ਸੱਚੀ ਮੁੱਚੀ ਦੇ ਹਾਥੀ ਲੈ ਕੇ ਆਇਆ ਸੀਗਾ, ਤੇ ਉਹਨਾਂ ਦੇ ਆਰਟਿਸਟ ਜਿਹੜੇ ਸੀਗੇ ਉਹ ਭਾਲੇ ਫੜ ਕੇ ਤੇ ਤਲਵਾਰਾਂ ਫੜ ਕੇ ਮਤਲਬ ਕਿ ਬੈਠੇ ਹੋਏ ਸੀਗੇ। ਔਰ ਏਦਾਂ ਹੀ ਮਤਲਬ ਕਿ ਤਾਮਿਲ ਦੇ ਵਿੱਚ ਔਰ ਤੇਲਗੂ ਦੇ ਵਿੱਚ ਜਿਹੜੇ ਸੀਗੇ ਲਾਈਟ ਐਂਡ ਸਾਊਂਡ ਸੀਗੇ ਸਾਰੇ, ਮੈਂ ਮਤਲਬ ਕਿ ਉਧਰ ਕਰਦਾ ਰਿਹਾ। ਉੱਥੇ ਜਾ ਕੇ ਭਾਵੇਂ ਮੈਂ ਨਾਟਕ ਤਾਂ ਨਹੀਂ ਕਰ ਸਕਿਆਗਾ, ਪਰ ਮੇਰਾ ਸਿੱਖਣ ਦਾ ਪੀਰੀਅਡ ਤੇ ਪਲੱਸ ਮੇਰੀ ਪੋਇਟਰੀ ਦਾ, ਉਹਨਾਂ ਦਿਨਾਂ 'ਚ ਉੱਥੇ ਮੈਂ ਪੋਇਟਰੀ ਜਿਹੜੀ ਸੀਗੀ, ਆਪਣੀ ਸ਼ਾਇਰੀ ਜਿਹੜੀ ਹੈਗੀ ਉਹ ਬਹੁਤ ਲਿਖਦਾ ਰਹਾਂਗਾ, ਔਰ ਉਹ ਮੇਰੀ ਸ਼ਾਇਰੀ ਦੇ ਫਿਰ 3-4 ਮੇਰੀਆਂ ਬਾਅਦ ਮੈਂ ਕਿਤਾਬਾਂ ਵਿੱਚ ਪਾਈਆਂ ਨੇ। ਕਿਤਾਬਾਂ ਵੀ ਆਈਆਂ। ਇਹ ਦੇਖੋ ਇਹ ਸਾਰੀ ਜਰਨੀ ਜਿਹੜਾ ਤੁਸੀਂ ਸੁਪਨਾ ਲਿਆ ਸੀ ਕਿ ਹਾਂ ਮੈਂ ਚਲੋ ਰੰਗਮੰਚ ਨਾਟਕ ਕਰਾਂ ਜੋ ਅੰਦਰੋਂ ਚੰਗਾ ਲੱਗਦਾ ਸੀ, ਸੋ ਉਸ ਨਾਟਕ ਨੇ ਤੁਹਾਡੀ ਇੱਕ ਜਰਨੀ ਪੂਰਾ ਹਿੰਦੁਸਤਾਨ ਕਹਿ ਲਓ ਕਿ ਤੁਸੀਂ ਗਾ ਲਿਆ, ਉਸੇ ਨਾਟਕ ਨੂੰ ਦੇਖਿਆ, ਪੜ੍ਹਿਆ, ਸਮਝਿਆ, ਹੈ ਨਾ, ਉਹਦੇ ਬਿਲਕੁਲ ਅੰਦਰ ਤੱਕ ਚਲੇ ਗਏ। ਫਿਰ ਤੁਸੀਂ ਦਿੱਲੀ ਰਹਿ ਕੇ ਨਾਟਕ ਲਿਖੇ ਵੀ ਤੇ ਆਪ ਖੇਡੇ ਵੀ ਕਿ ਤੁਸੀਂ ਇੱਥੇ? ਜੀ ਦਿੱਲੀ ਜਦੋਂ ਮੈਂ ਇੱਥੇ ਆਇਆ ਜੀ, ਦਿੱਲੀ ਮਤਲਬ ਕਿ 3 ਸਾਲ 1995-96 ਦੇ ਵਿੱਚ 96 ਦੇ ਵਿੱਚ ਮੈਂ ਬੈਂਗਲੌਰ ਤੋਂ ਜੋ ਦਿੱਲੀ ਆਇਆ, ਤਾਂ ਇੱਥੇ ਆ ਕੇ ਨੂਰ ਸਾਹਿਬ ਹੋਰਾਂ ਨਾਲ ਮੇਰੀ ਇੱਥੇ ਮੁਲਾਕਾਤ ਹੋਈ, ਹੋਰ ਸਾਰੇ ਜਿਹੜੇ ਸੀ ਸਾਰੇ ਮਤਲਬ ਕਿ, ਕਿਉਂਕਿ ਪੰਜਾਬ ਦੇ ਵਿੱਚ ਕੇਵਲ ਸੂਦ ਮੇਰੇ ਪਹਿਲੇ ਦੋਸਤ ਇੱਥੇ ਰਹਿੰਦੇ ਨੇ ਮਤਲਬ ਕਿ। ਸੋ ਮੇਰੇ ਮਨ ਦੇ ਵਿੱਚ ਇਹ ਸੀਗਾ ਕਿ ਮੈਂ ਮਤਲਬ ਕਿ ਇੱਥੇ ਨਾਟਕ ਨਾਲ ਜੁੜਾਂ ਤੇ ਨਾਟਕ ਨੂੰ ਖੇਡਾਂ। ਜਦੋਂ ਕਿ ਨਾਟਕ ਤਾਂ ਮੈਂ ਪਹਿਲਾਂ ਹੀ ਮਤਲਬ ਕਿ ਚੰਡੀਗੜ੍ਹ ਹੀ ਲਿਖਣੇ ਸ਼ੁਰੂ ਕਰਦੇ ਸੀਗੇ, 3-4 ਮੇਰੇ ਨਾਟਕ ਪਹਿਲਾਂ ਉੱਥੇ 4-5-6 ਨਾਟਕ ਮੇਰੇ ਪਹਿਲਾਂ ਹੀ ਛਪ ਚੁੱਕੇ ਸੀ ਚੰਡੀਗੜ੍ਹ ਦੇ ਵਿੱਚ ਹੀ। ਇੱਥੇ ਆ ਕੇ ਫਿਰ ਮੈਂ ਆਪਣਾ ਨਾਟਕ ਜਿਹੜਾ ਸੀਗਾ ਉਹ ਕੁੰਡਲੀ ਨਾਟਕ ਲਿਖਿਆ ਇੱਥੇ, ਤੇ ਉਹ ਨਾਟਕ ਮੈਂ ਜਿਹੜਾ ਪੰਜਾਬੀ ਅਕੈਡਮੀ ਦਾ ਫੈਸਟੀਵਲ ਜਿਹੜਾ ਹੁੰਦਾ ਹੈਗਾ ਉਹਦੇ ਵਿੱਚ ਮੈਂ ਨਾਟਕ ਓਪਨਿੰਗ ਡੇ ਜਿਹੜਾ ਸੀਗਾ ਉਸ ਨੂੰ ਖੇਡਿਆ। ਔਰ ਇਸ ਤਰ੍ਹਾਂ ਲਗਾਤਾਰ ਮੈਂ ਤਕਰੀਬਨ 3-4 ਫੈਸਟੀਵਲਾਂ ਦੇ ਵਿੱਚ ਜਿਹੜਾ ਸੀ, ਘਰਲੀ ਨਾਟਕ ਵੀ ਜਿਹੜਾ ਸੀਗਾ ਉਹ ਮਤਲਬ ਕਿ ਇੱਥੇ ਮੈਂ ਲਿਖਿਆ, ਮਤਲਬ ਕਿ ਦਿੱਲੀ 'ਚ ਲਿਖਿਆ। ਉਦੋਂ ਮੈਨੂੰ ਯਾਦ ਹੈਗਾ ਕਿ ਸਵਰਾਜ ਵੀਰ ਜੀ ਤੇ ਇੱਥੇ ਅਸੀਂ ਜਦੋਂ ਸੀਗੇ ਇੱਥੇ ਇਕੱਠੇ ਅਸੀਂ ਹੁੰਦੇ ਸੀਗੇ ਹੋਸਟਲ ਦੇ ਵਿੱਚ, ਪ੍ਰਗਤੀ ਵਿਹਾਰ ਹੋਸਟਲ 'ਚ। ਉਹ ਮੈਂ ਪਹਿਲੀ ਵਾਰੀ ਨਾਟਕ ਪੜ੍ਹ ਕੇ ਤੇ ਮੇਰੇ ਮਨ 'ਚ ਪਤਾ ਨਹੀਂ ਕੀ ਆਇਆ ਕਿ ਮੈਂ ਸਵਰਾਜ ਵੀਰ ਜੀ ਨੂੰ ਸੁਣਾਉਣਾ ਨਾਟਕ। ਮੈਂ ਜੀ ਉਹਨਾਂ ਦੇ ਮੇਰੇ ਸਾਹਮਣੇ ਬੈਠਾ ਸੀ, ਮੈਂ ਕਿਤੇ ਨਾਟਕ ਦਾ ਖਾਲਾ ਲੈ ਕੇ ਤੇ ਉਹਨਾਂ ਦੇ ਦਫ਼ਤਰ ਚਲਾ ਗਿਆ। ਉਹ ਮੈਂ ਪੂਰਾ ਨਾਟਕ ਘਰਲੀ ਜਿਹੜਾ ਸੀਗਾ ਸਵਰਾਜ ਵੀਰ ਉਹਨਾਂ ਨੂੰ ਪੜ੍ਹ ਕੇ ਸੁਣਾਇਆ। ਉਹ ਨਾਟਕ ਪੜ੍ਹਨ ਤੋਂ ਬਾਅਦ ਮੈਨੂੰ ਇੱਕ ਗੱਲ ਕਹੀ, ਕਹਿੰਦੇ ਬੜੇ ਸਾਲਾਂ ਬਾਅਦ ਕਹਿੰਦੇ ਮਤਲਬ ਕਿ ਇੱਕ ਕਹਿੰਦਾ ਅੱਜ ਵਧੀਆ ਜਾ ਕੇ ਨਾਟਕ ਕਹਿੰਦਾ ਸੁਣਿਆ, ਕਹਿੰਦਾ ਮਤਲਬ। ਤੇ ਉਹ ਮਤਲਬ ਕਿ ਘਰਲੀ ਨਾਟਕ ਜਿਹੜਾ ਖੇਡਿਆ, ਉਸ ਤੋਂ ਬਾਅਦ ਫਿਰ ਨਾਟਕ ਇੱਥੇ ਮੈਂ ਜਿਹੜਾ ਸੀਗਾ ਮਤਲਬ ਕਿ ਭਬੱਕਾ ਨਾਟਕ ਮੈਂ ਇੱਥੇ ਖੇਡਿਆ, ਉਡਾਰੀ ਨਾਟਕ ਮੈਂ ਲਿਖਿਆ। ਮਤਲਬ ਕਮ ਸੇ ਕਮ ਜਿਹੜਾ ਸੀਗਾ ਮੇਰੇ ਇੱਥੇ ਕਾਫੀ 5-7 ਜਿਹੜੇ ਨਾਟਕ ਜਿਹੜੇ ਸੀਗੇ ਉਹ ਦਿੱਲੀ ਵਿੱਚ ਮੈਂ ਲਿਖੇ ਤੇ ਖੇਡੇ ਵੀ। ਪਲੱਸ ਮੇਰੇ ਨਾਟਕ ਜਿਹੜੇ ਨੇਗੇ ਦਿੱਲੀ ਦੇ ਵਿੱਚ ਮੈਂ ਹੀ ਨਹੀਂ ਬਲਕਿ ਹੋਰ ਨਾਟਕ ਨਿਰਦੇਸ਼ਕਾਂ ਨੇ ਵੀ, ਗੁਰਦੀਪ ਸੇਹਰਾ ਨੇ ਵੀ ਔਰ ਰਜੇਸ਼ ਤਿਵਾੜੀ ਨੇ ਨੈਸ਼ਨਲ ਸਕੂਲ ਆਫ ਡਰਾਮਾ ਤੋਂ ਸੀਨੀਅਰ, ਮੇਰੇ ਤੋਂ 1 ਸਾਲ ਸੀਨੀਅਰ ਸੀ ਉਹ, ਤੁਹਾਡੇ ਤੋਂ ਸੀਨੀਅਰ ਨੇ, ਮੇਰਾ ਬੜਾ ਪਿਆਰਾ ਦੋਸਤ ਹੈ ਉਹ। ਹਾਂ ਜੀ ਰਜੇਸ਼ ਤਿਵਾੜੀ ਨੇ ਮੇਰੇ 2 ਨਾਟਕ ਜਿਹੜੇ ਨੇਗੇ ਉਹ ਪੰਜਾਬੀ ਅਕੈਡਮੀ ਦੇ ਫੈਸਟੀਵਲ ਦੇ ਵਿੱਚ, ਇੱਕ ਨਾਟਕ ਦਾ ਜਿਹੜਾ ਹੈਗਾ ਰਿਸ਼ਤੇ ਖੇਡਿਆ ਉਹਨਾਂ ਨੇ, ਰਿਸ਼ਤੇ ਮੇਰਾ ਨਾਟਕ ਹੈਗਾ ਉਹ ਮਤਲਬ ਕਿ ਸਿਲੇਬਸ ਵਿੱਚ ਵੀ ਲੱਗਿਆ ਹੋਇਆ ਹੈਗਾ, ਆਪਣਾ CBSE ਦੇ ਸਿਲੇਬਸ ਵੀ ਕਾਫੀ ਸਾਲਾਂ ਤੋਂ ਲੱਗਿਆ, 8-9 ਸਾਲਾਂ ਤੋਂ। ਤੇ ਉਸ ਤੋਂ ਬਾਅਦ ਉਹਨਾਂ ਨੇ ਦੂਜਾ ਨਾਟਕ ਮੇਰਾ ਸ਼ੇਖ ਚਿੱਲੀ ਦੀ ਮੈਨਾ,
ਸ਼ੇਖ ਚਿੱਲੇ ਦੀ ਮੈਂ ਨਾ ਮੇਰਾ ਨਾਟਕ ਹੈਗਾ, ਉਹ ਉਹਨਾਂ ਨੇ ਡਾਇਰੈਕਟ ਕੀਤਾ। ਸੋ ਇਸ ਕਰਕੇ ਜਿਹੜੀ ਮੇਰੀ ਇਹ ਜਿਹੜੀ ਨਾਟਕਾਂ ਦੀ ਜਿਹੜੀ ਸੀਗੀ, ਇਹਨਾਂ ਦੇ ਵਿੱਚ ਹੀ ਮੇਰੇ ਫਿਰ ਹੋਰ ਨਾਟਕ ਕਾਫੀ ਟਰਾਂਸਲੇਟ ਵੀ ਹੋ ਗਏ। ਨਾਟਕ ਮੇਰੇ ਅਸਮੀ ਭਾਸ਼ਾ ਦੇ ਵਿੱਚ ਟਰਾਂਸਲੇਟ ਹੋ ਗਏ, ਉੱਥੇ ਮਤਲਬ ਕਿ ਛਪ ਵੀ ਗਏ ਨਾਟਕ, ਔਰ ਉਹਨਾਂ ਦਾ ਚਰਚਾ ਵੀ ਹੋਇਆ ਉੱਥੇ ਆਸਾਮ ਦੇ ਵਿੱਚ ਵੀ, ਮਤਲਬ ਕਿ ਭਾਸ਼ਾਵਾਂ ਦੇ ਵਿੱਚ। ਤੇ ਬਸ ਇਸ ਤਰ੍ਹਾਂ ਕਰਦਿਆਂ ਬਸ ਲੱਗੇ ਹੋਏ ਜੀ। ਬਹੁਤ ਬੜੀ ਜ਼ਬਰਦਸਤ ਜਰਨੀ ਹੈ ਤੁਹਾਡੀ ਵਰਿਆਮ ਜੀ, ਕਿ ਤੁਸੀਂ ਜਿਹੜਾ ਇੱਕ ਸੁਪਨਾ ਲੈ ਕੇ ਤੁਰੇ ਸੀ ਕਿ ਹਾਂ ਮੈਂ ਨਾਟਕ ਦੇ ਲੇਖੇ ਲੱਗ ਜਾ, ਪਰ ਤੁਹਾਡੇ ਕੋਲ ਬੜਾ ਪਲੱਸ ਪੁਆਇੰਟ ਸੀ ਜਿਹੜਾ ਕਿ ਉਹ ਸੀਗਾ ਕਿ ਗਾਇਕੀ ਸੀ ਤੁਹਾਡੇ ਕੋਲ ਕਵਿਤਾ ਸੀ ਨਾਲ, ਤੇ ਤੁਹਾਡੇ ਕੋਲ ਭਾਸ਼ਾ ਆਪਣੇ ਆਪ ਇੱਕ ਕਹਿ ਲਓ ਕਿ ਅਮੀਰ ਭਾਸ਼ਾ ਸੀ ਤੁਹਾਡੇ ਕੋਲ ਸਾਰੀ, ਜਿਹੜੀ ਕਿ ਕਾਵਕਤਾ ਸੀ ਤੁਹਾਡੇ ਨਾਟਕਾਂ ਦੀ ਭਾਸ਼ਾ ਵਿੱਚ, ਸਬਜੈਕਟ ਤੁਸੀਂ ਵੱਖਰੇ ਲੈ ਕੇ ਤੁਰੇ। ਸਾਡੇ ਕੋਲ ਹੁਣ ਪਿੱਛੇ ਟਾਈਮ ਬੜਾ ਥੋੜਾ ਹੈ, ਬਸ ਮੈਂ ਚਾਹੁੰਦਾ ਕਿ ਇੱਕ ਅੱਧੇ ਮਿੰਟ ਤੁਸੀਂ ਕੁਝ ਦਿੱਲੀ ਦੇ ਥੀਏਟਰ ਬਾਰੇ ਕੁਝ ਲਮਸਮ ਕੋਈ ਟੋਟਲ ਕੋਈ ਗੱਲ ਕਰਨੀ ਚਾਹੋਗੇ ਕਿ ਇਸ ਵੇਲੇ ਮੌਜੂਦਾ ਸਮਿਆਂ 'ਚ ਦਿੱਲੀ ਦਾ ਰੰਗਮੰਚ ਜਿਹੜਾ ਪੰਜਾਬੀ ਦਾ ਖਾਸ ਤੌਰ ਤੇ ਉਹਦੇ ਨਾਲ ਪੰਜਾਬੀ ਅਕੈਡਮੀ ਵੀ ਜੁੜੀ ਹੋਈ ਹੈ, ਉਹਦੇ ਬਾਰੇ ਕੋਈ ਗੱਲ ਤੁਸੀਂ ਵੀ ਇਹਨੂੰ ਪ੍ਰਮੋਟ ਕਿੱਦਾਂ ਹੋ ਰਿਹਾ ਵਾ ਜਾਂ ਹੋ ਹੀ ਨਹੀਂ ਰਿਹਾ, ਹੁਣ ਕਿਸ ਤਰ੍ਹਾਂ ਦਾ? ਦਰਅਸਲ ਮਤਲਬ ਕਿ ਅੱਜ 2 ਸਾਲ ਪਹਿਲਾਂ ਦਾ ਜਿਹੜਾ ਸੀ, 2-2.5 ਸਾਲ ਪਹਿਲਾਂ ਦਾ ਜਿਹੜਾ ਸੀਗੇ, ਉਹ ਪੰਜਾਬੀ ਦੇ ਜਿਹੜੇ ਨਾਟਕ ਨੇਗੇ ਉਹ ਮੇਲੇ ਕਰਾਏ ਜਾਂਦੇ ਰਹੇ ਨੇਗੇ ਇੱਥੇ, ਮਤਲਬ ਕਿ ਔਰਤਾਂ ਦੇ ਮੇਲੇ ਵੀ ਹੁੰਦੇ ਰਹੇ ਨੇਗੇ, ਨਾਟਕਾਂ ਦੇ ਨਿਰਦੇਸ਼ਕਾਂ ਦੇ ਕੋਲ ਵੀ ਹੁੰਦੇ ਰਹੇ ਨੇ। ਪਰ ਹੁਣ ਜਾ ਕੇ ਥੋੜਾ ਜਿਹਾ, ਕਿਉਂਕਿ ਹਾਲਾਤ ਜਿਹੜੇ ਨੇਗੇ ਅੱਜ ਕੱਲ੍ਹ ਦੇ ਇੱਥੇ ਤੁਹਾਨੂੰ ਪਤਾ ਹੀ ਹੈ, ਸਾਰਾ ਕੋਵਿਡ ਦੇ ਵਿੱਚ ਸਾਰੇ ਹਾਲਾਤ ਸਾਰੇ ਹੋਏ ਨੇਗੇ, ਕੋਈ ਬਹੁਤਾ ਨਾਟਕ ਨਹੀਂ ਹੋ ਰਿਹਾ ਇੱਥੇ। ਲੇਕਿਨ ਦਿੱਲੀ ਦੇ ਵਿੱਚ ਵੈਸੇ ਵੀ ਤੁਹਾਨੂੰ ਤਾਂ ਪਤਾ ਹੀ ਹੈ ਕਿ ਪੰਜਾਬ ਦੇ ਨਾਲੋਂ ਦਿੱਲੀ ਵਿੱਚ ਨਾਟਕ ਕਰਨਾ ਵੈਸੇ ਹੀ ਇੱਥੇ ਬਹੁਤ ਔਖਾ ਹੈਗਾ, ਕਿਉਂਕਿ ਸਾਨੂੰ ਸਭ ਤੋਂ ਪਹਿਲਾਂ ਤਾਂ ਸਮੱਸਿਆ ਸਾਡੀ ਜਿਹੜੀ ਇਹ ਹੈ ਕਿ ਸਾਨੂੰ ਇੱਥੇ ਪੰਜਾਬੀ ਬੋਲਣ ਵਾਲੇ ਆਰਟਿਸਟ ਨਹੀਂ ਮਿਲਦੇ, ਐਕਟਰ ਨਹੀਂ ਮਿਲਦੇ। ਦੂਜਾ ਉਸ ਤੋਂ ਬਾਅਦ ਇਹ ਹੈਗਾ ਕਿ ਪੰਜਾਬੀ ਅਕੈਡਮੀ ਨੂੰ ਲੈ ਕੇ ਜਾਂ ਕੋਈ ਇੱਕ ਅੱਧਾ ਹੋਰ ਅਦਾਰਾ ਲੈ ਕੇ ਜਿਹੜਾ ਸਾਡੀ ਕਿਤੇ ਕੋਈ ਸਾਲ ਦੇ ਵਿੱਚ ਕਿਤੇ ਕੋਈ ਹੈਲਪ ਕਰ ਦਿੰਦਾ, ਮਦਦ ਕਰ ਦਿੰਦਾ ਹੈ, ਇਸ ਤੋਂ ਇਲਾਵਾ ਕੋਈ ਅਦਾਰਾ ਨਹੀਂ ਹੈਗਾ ਜਿਹੜਾ ਕਿ ਪੰਜਾਬੀ ਨਾਟਕ ਨੂੰ ਪ੍ਰਮੋਟ ਕਰੇ। ਮੈਂ ਕਦੇ ਬੜਾ ਸੋਚਦਾ ਮਨ ਦੇ ਵਿੱਚ ਕਿ ਕਿਸੇ ਵੇਲੇ ਦਿੱਲੀ ਜਿਹੜਾ ਸੀਗਾ ਉਹ ਪੰਜਾਬੀ ਰੰਗਮੰਚ ਦਾ ਗੜ੍ਹ ਸੀਗਾ। ਚੰਦ ਸਿੰਘ ਵਰਗੇ ਬੰਦੇ, ਗਾਰਗੀ ਸਾਹਿਬ ਵਰਗੇ ਬੰਦੇ ਜਿਹੜੇ ਨੇਗੇ, ਉਹ ਮਤਲਬ ਕਿ ਇੱਥੇ ਪ੍ਰਤੋਸ਼ ਗਾਰਗੀ ਵਰਗੇ ਬੰਦੇ ਨਾਟਕ ਕਰਦੇ ਰਹੇ ਨੇ, ਆਪਣੇ CD ਸਿੱਧੂ ਸਾਹਿਬ ਵਰਗੇ ਬੰਦੇ ਨਾਟਕ ਕਰਦੇ ਰਹੇ ਨੇਗੇ। ਲੇਕਿਨ ਹੁਣ ਆ ਕੇ ਜਿਹੜੀ ਪੰਜਾਬੀ ਨਾਟਕ ਦੀ ਸਥਿਤੀ ਜਿਹੜੀ ਹੈਗੀ ਉਹ ਕੋਈ ਬਹੁਤੀ ਜ਼ਿਆਦਾ ਜਿਹੜੀ ਹੈਗੀ ਹੈ ਉਹ ਉਤਸ਼ਾਹਜਨਕ ਨਹੀਂ ਹੈਗੀ। ਲੇਕਿਨ ਫਿਰ ਵੀ ਇੱਥੇ 3-4 ਜਿਹੜੇ ਨੇਗੇ ਰੰਗਕਰਮੀ, ਰਵੀ ਤਨੇਜਾ ਹੈਗਾ, ਗੁਰਦੀਪ ਸੇਧਾ ਹੈਗਾ, ਹੋਰ ਸਾਰੇ ਇਹ ਜਿਹੜੇ ਲੋਕ ਨੇਗੇ ਇਹ ਐਫਰਟਸ ਕਰਦੇ ਰਹਿੰਦੇ ਨੇ ਪੰਜਾਬੀ ਨਾਟਕ ਨੂੰ ਕਰਨ ਵਾਸਤੇ। ਲੇਕਿਨ ਕੁੱਲ ਮਿਲਾ ਕੇ ਇਹ ਹੈਗਾ ਕਿ ਸਾਨੂੰ ਇਹ ਲੱਗਦਾ ਹੈਗਾ ਕਿ ਜਿਹੜੇ ਇਹ ਹਾਲਾਤ ਨੇਗੇ ਇਹ ਜੇ ਠੀਕ ਹੋ ਜਾਂਦੇ ਨੇ, ਵੈਸੇ ਤਾਂ ਉਮੀਦ ਸਾਨੂੰ ਹੈ ਕਿ ਬਿਲਕੁਲ ਠੀਕ ਹੋਣਗੇ, ਅਸੀਂ ਪੋਜ਼ਿਟਿਵ ਥਿੰਕਿੰਗ ਹੈਗੇ ਆਗੇ, ਪਰ ਮੈਨੂੰ ਲੱਗਦਾ ਕਿ ਸਾਨੂੰ ਕੁਛ ਨਾ ਕੁਛ ਇਸ ਤਰ੍ਹਾਂ ਦੀ ਮਿਲ ਕੇ ਸਾਰੇ ਰੰਗ ਕਰਮੀਆਂ ਨੂੰ ਕੋਈ ਏਦਾਂ ਦੀ ਵਿਚਾਰ ਕਰਨੀ ਚਾਹੀਦੀ ਹੈ ਕਿ ਜਿਹਦੇ ਵਿੱਚ ਅਸੀਂ ਪੰਜਾਬੀ ਰੰਗਮੰਚ ਨੂੰ ਜਿਹੜਾ ਹੈਗਾ, ਜਿਹੜੇ ਨਿਰਦੇਸ਼ਕ ਨੇ ਕਰਨ ਵਾਲੇ, ਉਹਨਾਂ ਨੂੰ ਕਿਵੇਂ ਇਨਕਰੇਜ ਕਰ ਸਕਦੇ ਆਂਗੇ, ਕਿਉਂਕਿ ਸਾਰਾ ਸਥਿਤੀ ਇਹੀ ਹੈ, ਸਰਕਾਰਾਂ ਕੋਲ ਬਹੁਤੇ ਪੈਸੇ ਨਹੀਂ ਹੁੰਦੇ, ਜੇ ਹੁੰਦੇ ਵੀ ਨੇਗੇ ਤਾਂ ਇੰਨੇ ਕੁ ਮਤਲਬ ਕਿ ਖਰਚ ਨਹੀਂ ਕਰ ਸਕਦੇ ਹੈਗੇ। ਸੋ ਲੇਕਿਨ ਪਰ ਉਹਦਾ ਪੰਜਾਬੀ ਅਕੈਡਮੀ ਨੇ ਪਹਿਲਾਂ ਬਹੁਤ ਜ਼ਬਰਦਸਤ ਕੰਮ ਕੀਤੇ ਨੇ। ਨਹੀਂ, ਪਹਿਲਾਂ ਬਹੁਤ ਸਕੂਲਾਂ ਕਾਲਜਾਂ ਤੱਕ ਲੈ ਕੇ ਗਏ ਪੰਜਾਬੀ ਰੰਗਮੰਚ ਨੂੰ। ਨਹੀਂ, ਪਹਿਲਾਂ ਬਹੁਤ ਹੋਇਆ ਹੈਗਾ, ਪਹਿਲਾਂ ਬਹੁਤ ਵਰਕਸ਼ਾਪਸ ਵੀ ਹੁੰਦੀਆਂ ਨੇ, ਵਰਕਸ਼ਾਪ ਤਾਂ ਹੁਣ ਵੀ ਖੈਰ ਹੁੰਦੀਆਂ ਨੇ, ਥੀਏਟਰ ਵਰਕਸ਼ਾਪ, ਚਿਲਡਰਨ ਵਰਕਸ਼ਾਪ ਅਸੀਂ ਕਰਦੇ ਰਹੇ, ਮੈਂ ਵੀ ਕਰਦਾ ਰਿਹਾ ਚਿਲਡਰਨ ਵਰਕਸ਼ਾਪ, ਅਸੀਂ ਕਰਦੇ ਆਂਗੇ ਹਰ ਸਾਲ ਕਰਦੇ ਹਾਂ ਛੁੱਟੀਆਂ 'ਚ, ਤੇ ਇਹ ਹੁਣ ਨਹੀਂ ਹੋਈ, ਪਿਛਲੇ ਸਾਲ ਸਿਰਫ। ਤੋ ਲੇਕਿਨ ਇਹ ਹੈਗਾ ਕਿ ਇੱਥੇ ਮੈਨੂੰ ਇਹ ਲੱਗਦਾ ਹੈਗਾ ਕਿ ਜਿਹੜੇ ਨਾਟਕ ਕਰਨ ਵਾਲੇ ਰੰਗਕਰਮੀ ਨੇ, ਨਿਰਦੇਸ਼ਕ ਨੇ, ਉਹਨਾਂ ਨੂੰ ਬਹੁਤ ਵੱਡੀ ਮਤਲਬ ਬੜਾ ਦੁਖੀ ਹੋਣਾ ਪੈਂਦਾ ਹੈਗਾ, ਪਰੇਸ਼ਾਨ ਹੋਣਾ ਪੈਂਦਾ ਹੈ, ਕਿਉਂਕਿ ਜਿਹੜੇ ਹੋਰ ਪਲੇ ਰਾਈਟਸ ਦੇ ਨਾਟਕ ਲਿਖੇ ਹੋਏ ਨੇ ਉਹ ਜਾਂ ਤਾਂ ਬਹੁਤ ਵੱਡੀ ਕਾਸਟ ਦੇ ਹੈਗੇ ਨੇ, ਬਹੁਤ ਜ਼ਿਆਦਾ ਉਹ 'ਚ ਪਾਤਰ ਬਹੁਤ ਜ਼ਿਆਦਾ ਨੇ, ਉਹ ਪਾਤਰ ਅਸੀਂ ਅਫੋਰਡ ਨਹੀਂ ਕਰ ਸਕਦੇ, ਜਾਂ ਜਿਹੜੇ ਏਦਾਂ ਦੇ ਨਾਟਕ ਨੇ ਜਿਹਦੇ ਵਿੱਚ 2-2, 3-3 ਪਾਤਰ ਹੀ ਹੋਣ, ਏਦਾਂ ਦੇ ਸਕ੍ਰਿਪਟ ਨਹੀਂ ਮਿਲਦੇਗੇ। ਫਿਰ ਅਲਟੀਮੇਟਲੀ ਘੁੰਮ ਕੇ ਜਿਹੜੇ ਨਿਰਦੇਸ਼ਕ ਨੇ ਉਹਨਾਂ ਨੂੰ ਆਪ ਫਿਰ ਨਾਟਕ ਲਿਖਣੇ ਪੈਂਦੇ ਨੇਗੇ। ਫਿਰ ਮੇਰਾ ਇਹ ਖਿਆਲ ਹੈ ਕਿ ਪਲੇ ਰਾਈਟਿੰਗ ਇਜ਼ ਨਾਟ ਏ ਕੱਪ ਆਫ ਟੀ ਫॉर एवरीवन, ਕਿ ਨਾਟਕ ਜਿਹੜਾ ਲਿਖਣਾ ਹੈਗਾ ਉਹ ਹਰ ਇੱਕ ਆਦਮੀ ਦੇ ਵੱਸ ਦਾ ਨਹੀਂ ਹੈਗਾ। ਉਹ ਫਿਰ ਇਸ ਤਰ੍ਹਾਂ ਕੱਚ ਘੜੇ ਜਿਹੜੇ ਨਾਟਕ ਨੇਗੇ ਉਹ ਲਿਖੇ ਜਾਂਦੇ ਨੇਗੇ, ਚੰਗਾ ਜਿਹੜਾ ਪਲੇ ਹੈ, ਸਕ੍ਰਿਪਟ ਜਿਹੜਾ ਹੈਗਾ ਉਹ ਡਿਵੈਲਪ ਨਹੀਂ ਹੁੰਦਾਗਾ,
ਔਰ ਕੁੱਲ ਮਿਲਾ ਕੇ ਇਹ ਹੈ ਕਿ ਜੋ ਪੁਰਾਣੇ ਸਾਡੇ ਕੋਲੇ ਪਲੇ ਰਾਈਟਸ ਹੈਗੇ ਨੇਗੇ, ਪੁਰਾਣੇ ਨਾਟਕਕਾਰ ਨੇ, ਉਹਨਾਂ ਦੇ ਸਕ੍ਰਿਪਟ ਤਾਂ ਮੌਜੂਦ ਨੇਗੇ। ਨਵੇਂ ਨਾਟਕਕਾਰ ਜਿਹੜੇ ਨੇਗੇ ਮੈਨੂੰ ਲੱਗਦਾ ਦਿੱਲੀ ਦੇ ਵਿੱਚ ਜਿਹੜੇ ਨੇ ਉਹ ਅਜੇ ਇੰਨੇ ਕੋਈ ਬਹੁਤੇ ਨਹੀਂ ਆ ਰਹੇ, ਉਹਨਾਂ ਦਾ ਕੋਈ ਰੁਝਾਨ ਵੀ ਨਹੀਂ ਹੈਗਾ, ਕਿਉਂਕਿ ਸਾਡੇ ਪੈਰਲਲ ਜਿਹੜੀ ਇੰਡਸਟਰੀ ਜਿਹੜੀ ਖੜੀ ਹੋਈ ਹੈ, ਟੈਲੀਵਿਜ਼ਨ ਜਿਹੜਾ ਹੈਗਾ, ਸਿਨੇਮਾ ਜਿਹੜਾ ਹੈਗਾ, ਹੁਣ ਵੈਬ ਸੀਰੀਜ਼ ਆ ਗਈਆਂ ਨੇਗੀਆਂ, ਹੁਣ ਸੋਸ਼ਲ ਮੀਡੀਆ ਜਿਹੜਾ ਆ ਗਿਆ ਹੈਗਾ, ਉਹ ਇੰਨਾ ਮਤਲਬ ਕਿ ਭਾਰੂ ਹੋ ਗਿਆ ਹੈਗਾ ਕਿ ਕੋਈ ਬੰਦਾ ਮੈਨੂੰ ਨਹੀਂ ਲੱਗਦਾ ਹੈ ਕਿ ਨਾਟਕ ਕਰਨ ਬਾਰੇ ਸੋਚਦਾ ਵੀ ਹੈਗਾ। ਹਾਂ ਨਹੀਂ, ਪਰ ਮੈਨੂੰ ਲੱਗਦਾ ਕਿ ਇਸ ਸਥਿਤੀ ਦੇ ਵਿੱਚ ਜਿਵੇਂ ਪਹਿਲਾਂ ਪੰਜਾਬੀ ਅਕੈਡਮੀ ਨੇ ਕੰਮ ਕੀਤਾ ਸੀ, ਅਗਰ ਪੰਜਾਬੀ ਅਕੈਡਮੀ ਉਤਸ਼ਾਹਿਤ ਕਰੇ ਤੇ ਹੋਰ ਕਾਫੀ ਕੰਮ ਹੋ ਸਕਦੇ ਨੇ। ਪਰ ਜਿੱਦਾਂ ਦੇ ਤੁਸੀਂ ਪਲੇ ਲਿਖੇ ਆ, ਬੜੇ ਖੂਬਸੂਰਤ ਪਲੇ ਆ, ਮੈਂ ਤਾਂ ਸਾਰੇ ਪੜ੍ਹੇ ਆ, ਸਾਰੇ ਮੇਰੇ ਕੋਲ ਤੁਸੀਂ ਭੇਜ ਦਿਓ, ਮੈਂ ਸਾਰੀਆਂ ਕਿਤਾਬਾਂ ਮੇਰੇ ਕੋਲ ਹੈਗੀਆਂ ਤੇ ਬਹੁਤ ਮਜ਼ਾ ਆਇਆ ਵਰਿਆਮ ਜੀ। ਮੈਨੂੰ ਵੀ ਬਹੁਤ ਸਾਰੀਆਂ ਗੱਲਾਂ ਦਾ ਪਤਾ ਨਹੀਂ ਸੀ, ਤੁਹਾਡੀ ਜਰਨੀ ਦਾ, ਜਿਹੜਾ ਕਿ ਮੈਂ ਬਹੁਤ ਤੁਹਾਨੂੰ ਨਾ ਦਿੱਲੀ ਵਾਲੇ ਨਜ਼ਰੀਏ ਤੋਂ ਦੇਖਦਾ ਰਿਹਾ ਹਮੇਸ਼ਾ ਹੀ, ਕਿਉਂਕਿ ਮੇਰਾ ਬਹੁਤਾ ਵਾਹ ਉਦੋਂ ਹੀ ਪਿਆ ਜਦੋਂ ਤੁਸੀਂ ਦਿੱਲੀ ਦੇ ਵਿੱਚ ਹੀ ਰਹੇ ਹੋ। ਤੇ ਜਦੋਂ ਤੁਸੀਂ ਪੰਜਾਬ 'ਚ ਥੀਏਟਰ ਕਰ ਰਹੇ ਸੀ ਚੰਡੀਗੜ੍ਹ 'ਚ, ਮੈਂ ਉਦੋਂ ਗੁਰਸ਼ਰਨ ਭਾਜੀ ਨਾਲ ਕੰਮ ਕਰ ਰਿਹਾ ਸੀ। ਮੈਨੂੰ ਯਾਦ ਹੈ ਤੁਸੀਂ ਇੱਕ ਵਾਰੀ ਮੈਨੂੰ ਮਿਲਣ ਵੀ ਆਏ ਸੀਗੇ, ਤੁਸੀਂ ਮੈਨੂੰ ਇੱਕ ਵਾਰੀ ਮਿਲਣ ਆਏ ਸੀਗੇ, ਮੈਂ ਉਦੋਂ ਡਿਪਟੀ ਡਾਇਰੈਕਟਰ ਹੁੰਦੇ ਸੌਂਗ ਐਂਡ ਡਰਾਮਾ ਦਾ, ਬਿਲਕੁਲ ਮਿਲਣ ਆਏ ਸੀ, ਇੱਕ ਵਾਰੀ ਮਿਲਣ ਆਏ ਸੀ। ਹਾਂਜੀ। ਤੇ ਉਹੀ ਨਾ ਕਿ ਮੈਨੂੰ ਸੀ ਕਿ ਇਹ ਜਿਹੜੇ ਤੁਹਾਡਾ ਸਫ਼ਰ ਹੈ ਬੜਾ ਜ਼ਬਰਦਸਤ ਹੈ, ਸੋ ਬਹੁਤ ਸ਼ੁਕਰੀਆ। ਤੇ ਸਾਡੇ ਕੋਲੇ ਕਾਫੀ ਅੱਛਾ ਇੱਕ ਤੁਹਾਡਾ ਐਕਸਪੀਰੀਅੰਸ ਜਿਹੜਾ ਰਿਕਾਰਡ ਹੋ ਗਿਆ ਵਾ, ਤੇ ਅਸੀਂ ਇਹਨੂੰ ਸਾਂਭਾਂਗੇ ਵੀ, ਔਰ ਹੋਰ ਦੋਸਤ ਇਹਨੂੰ ਸੁਣਨਗੇ ਵੀ, ਦੇਖਣਗੇ ਵੀ। ਸੋ ਬਹੁਤ ਸ਼ੁਕਰੀਆ ਦੋਸਤੋ। ਤੇ ਅਸੀਂ ਹੁਣ ਫੇਰ ਦੁਬਾਰਾ ਤੋਂ ਇਹਦੇ ਵਿੱਚ ਦੂਸਰੇ ਰਾਉਂਡ ਵਾਸਤੇ ਸਾਡੇ ਕੋਲ ਅਗਲੇ ਸਾਡੇ ਦੋਸਤ ਨਰਿੰਦਰ ਸੰਘੀ ਅੰਮ੍ਰਿਤਸਰ ਤੋਂ, ਅਸੀਂ ਉਹਨਾਂ ਦੇ ਨਾਲ ਗੱਲਾਂ ਕਰਾਂਗੇ। ਹੁਣ 5:03 ਹੋ ਗਏ ਆ, ਉਹ ਸਾਡੇ ਨਾਲ ਹੁਣੇ ਜੁੜਦੇ ਪਏ ਆ। ਸੋ ਬਹੁਤ ਸ਼ੁਕਰੀਆ ਵਰਿਆਮ ਜੀ, ਤੇ ਬਹੁਤ ਬਹੁਤ ਧੰਨਵਾਦ ਤਾਲੀ ਸਾਹਿਬ, ਤੁਸੀਂ ਮੈਨੂੰ ਮੌਕਾ ਦਿੱਤਾ, ਬਹੁਤ ਥੈਂਕ ਯੂ ਵੈਰੀ ਮਚ। ਆਈ ਐਮ ਓਬਲਾਈਜ਼ਡ। ਥੈਂਕ ਯੂ ਸਰ।